सरदार सरवण सिंह पतंग दी लघु कहानियां मतलब मिनी स्टोरीज दी पुस्तक है सुनहरी सोच। पहली लघु कहानी पिता पुरखी। राम किशन ते प्रकाश चंद दो सके भरा सन। दोनों ने बहुत चिर इकट्ठिया ने अपने पिंड च दुकान की, पर हुण उन्हां ने अलग अलग होके अपनियां वक्खो वक्खरियां दुकानां कर लईआं सन ते घर भी विचाले कंध कढ़ के वख कर लए सन। राम किशन दे एक लड़का ते प्रकाश दे 4 लड़के सन। एक दिन ਵੀਹੀ ਵਿੱਚ पानी डोलण तो राम किशन दी पत्नी शीला ने प्रकाश दी पत्नी शांति ਨੂੰ ਵਰਜਿਆ ਤਾਂ ਉਲਟਾ शांति ਉਹਨੂੰ ਗਾਲਾਂ ਕੱਢਣ ਲੱਗ ਪਈ। ਤੀਵੀਆਂ ਦੀ ਲੜਾਈ ਸੁਣ ਕੇ ਰਾਮ ਕਿਸ਼ਨ ਤੇ ਪ੍ਰਕਾਸ਼ ਦੇ ਚਾਰੇ ਮੁੰਡੇ ਮੌਕੇ ਤੇ ਪਹੁੰਚ ਗਏ। ਜਨਾਨੀਆਂ ਦੀ ਲੜਾਈ ਬੰਦਿਆਂ ਦੀ ਲੜਾਈ 'ਚ ਬਦਲ ਗਈ। ਰਾਮ ਕਿਸ਼ਨ ਕੱਲਾ ਤੇ ਪ੍ਰਕਾਸ਼ ਦੇ ਮੁੰਡੇ 4। ਰਾਮ ਕਿਸ਼ਨ ਨੇ ਪਹਿਲਾਂ ਕੰਨ 'ਚੋਂ ਕੱਢ ਕੇ ਕਲਮ ਮਾਰੀ, ਫਿਰ ਅੰਦਰੋਂ 100 ਗ੍ਰਾਮ ਦਾ ਵੱਟਾ ਚੁੱਕ ਲਿਆਇਆ ਤੇ ਇੱਕ ਮੁੰਡੇ ਦੇ ਮਾਰਨ ਲੱਗਾ ਤਾਂ ਪ੍ਰਕਾਸ਼ ਦੇ ਮੁੰਡੇ ਉਹਨੂੰ ਚੁੱਕ ਕੇ ਆਪਣੇ ਘਰ ਲੈ ਗਏ ਤੇ ਬਾਰ ਬੰਦ ਕਰ ਲਿਆ। ਰਾਮ ਕਿਸ਼ਨ ਦੀ ਪਤਨੀ ਸ਼ੀਲਾ ਨੇ ਅਸਮਾਨ ਸਿਰ ਤੇ ਚੁੱਕ ਲਿਆ। ਵੇ ਲੋਕੋ ਆਇਓ, ਵੇ ਭੱਜ ਕੇ ਉਹ ਮੱਦੀ ਦੇ ਬਾਈ ਨੂੰ ਕੰਜਰ ਚੁੱਕ ਕੇ ਅੰਦਰ ਲੈ ਗਏ। ਵੇ ਛੇਤੀ ਕਰੋ, ਉਹਨਾਂ ਨੇ ਤਾਂ ਮੱਦੀ ਦਾ ਬਾਈ ਵੱਢਤਾ ਹੋਊ। ਉਹ ਕੱਲਾ ਤੇ ਬਦਮਾਸ਼ ਲੁੱਚੇ 4। ਸਬੱਬ ਨਾਲ ਉਧਰੋਂ ਸਰਪੰਚ ਮਨੋਹਰ ਸਿੰਘ ਲੰਘ ਰਿਹਾ ਸੀ। ਉਹਨੇ ਰੌਲਾ ਸੁਣ ਕੇ ਕੋਲ ਖੜੇ ਲੋਕਾਂ ਨੂੰ ਕਿਹਾ, ਉਹ ਵੇਖਦੇ ਕੀ ਉਹ ਚੂਥੀ ਪੱਟੋ, ਤਖਤੇ ਭੰਨੋ, ਛੇਤੀ ਕਰੋ। ਸਹੁਰਿਆਂ ਲਾਲਿਆਂ ਦੇ ਛੋਕਰਿਆਂ ਨੇ ਰਾਮ ਕਿਸ਼ਨ ਕਿਤੇ ਮਾਰ ਹੀ ਨਾ ਦਿੱਤਾ ਹੋਵੇ, ਉਹ ਬਚਾਓ ਉਹਨੂੰ। ਲੋਕਾਂ ਦੇ ਹਜੂਮ ਨੇ ਜੋਸ਼ 'ਚ ਆ ਕੇ ਦਰਵਾਜ਼ਾ ਭੰਨ ਦਿੱਤਾ ਤੇ ਦੌੜ ਕੇ ਅੰਦਰ ਵੜ ਗਏ। ਅੰਦਰ ਜਾ ਕੇ ਵੇਖਿਆ ਤਾਂ ਹੈਰਾਨ ਰਹਿ ਗਏ। ਰਾਮ ਕਿਸ਼ਨ ਤੇ ਪ੍ਰਕਾਸ਼ ਦੇ ਲੜਕੇ ਇੱਕੋ ਮੰਜੇ ਤੇ ਬੈਠੇ ਚਾਹ ਪੀ ਰਹੇ ਸਨ। ਧੰਨਵਾਦ। ਦੂਸਰੀ ਕਹਾਣੀ ਵੀਰ। ਕੈਪਟਨ ਹਰਜੀਤ ਸਿੰਘ ਪਿਛਲੇ ਮਹੀਨੇ ਫੌਜ 'ਚੋਂ ਛੁੱਟੀ ਆਇਆ ਸੀ ਤੇ ਉਹਦੀ ਐਕਸੀਡੈਂਟ ਵਿੱਚ ਮੌਤ ਹੋ ਗਈ। ਉਹਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਤੋਂ ਬਾਅਦ ਪਰਿਵਾਰ, ਰਿਸ਼ਤੇਦਾਰ ਤੇ ਪਿੰਡ ਦੇ ਪਤਵੰਤੇ ਲੋਕ ਇਕੱਠੇ ਹੋ ਕੇ ਬੈਠ ਗਏ। ਬੈਂਕ ਵਿੱਚ ਕੈਸ਼ੀਅਰ ਲੱਗੀ ਕੈਪਟਨ ਦੀ ਵਿਧਵਾ ਪਤਨੀ ਮਨਜੀਤ ਸਫੈਦ ਕੱਪੜੇ ਪਾਈ ਗੁੰਮਸੁੰਮ ਬੈਠੀ ਸੀ। ਉਹਨੂੰ ਪਤਾ ਸੀ ਕਿ ਇਹ ਇਕੱਠ ਕਿਸ ਲਈ ਹੋਇਆ। ਉਹ ਚਾਹੁੰਦੀ ਤਾਂ ਆਪਣੇ ਭਵਿੱਖ ਸੰਬੰਧੀ ਫੈਸਲਾ ਆਪ ਕਰ ਸਕਦੀ ਸੀ, ਪਰ ਹਰਜੀਤ ਦੇ ਪਰਿਵਾਰ ਨੇ ਉਹਨੂੰ ਬਹੁਤ ਸਤਿਕਾਰ ਦਿੱਤਾ ਸੀ ਤੇ ਇਹਨੂੰ ਧਿਆਨ 'ਚ ਰੱਖ ਕੇ ਉਹਨੇ ਫੈਸਲਾ ਉਹਨਾਂ ਤੇ ਹੀ ਛੱਡ ਦਿੱਤਾ। ਮਨਜੀਤ ਦੀਆਂ ਨਨਾਣਾਂ ਕਈ ਦਿਨ ਤੋਂ ਉਹਨੂੰ ਆਪਣੇ ਵੱਡੇ ਵੀਰ ਗੁਰਨਾਮ ਸਿੰਘ ਤੇ ਚਾਦਰ ਪਾਉਣ ਲਈ ਜ਼ੋਰ ਦੇ ਪਾ ਰਹੀਆਂ ਸਨ, ਜਿਹੜਾ ਸਕੂਲ 'ਚ ਅਧਿਆਪਕ ਤੇ ਸ਼ਾਦੀशुदा ਸੀ। ਸਾਰੀ ਪੰਚਾਇਤ ਨੇ ਆਖਰ ਫੈਸਲਾ ਕੀਤਾ ਕਿ ਮਨਜੀਤ ਆਪਣੇ ਜੇਠ ਗੁਰਨਾਮ ਸਿੰਘ ਦੇ ਘਰ ਬੈਠ ਜਾਏ। ਅਚਾਨਕ ਗੁਰਨਾਮ ਸਿੰਘ ਉੱਠ ਕੇ ਖੜਾ ਹੋ ਗਿਆ ਤੇ ਬੋਲਿਆ, ਜਿਹੜੀ ਮਨਜੀਤ ਪਿਛਲੇ 5 ਸਾਲ ਤੋਂ ਮੈਨੂੰ ਵੀਰ ਜੀ ਕਹਿੰਦੀ ਥੱਕਦੀ ਨਹੀਂ ਸੀ, ਉਹ ਤਾਂ ਮੇਰੀ ਸਕੀਆਂ ਭੈਣਾਂ ਤੋਂ ਵੱਧ ਹੈ। ਮੈਂ ਕਿਸ ਤਰ੍ਹਾਂ ਉਹਨੂੰ ਆਪਣੇ ਘਰ ਵਸਾ ਲਵਾਂ? ਮੈਨੂੰ ਫੈਸਲਾ ਮਨਜ਼ੂਰ ਨਹੀਂ ਹੈ। ਉਹਦੀ ਗੱਲ ਸੁਣ ਕੇ ਸਭ ਹੈਰਾਨ ਸਨ, ਕਿਸੇ ਨੂੰ ਕੁਝ ਨਹੀਂ ਸੁੱਝ ਰਿਹਾ ਸੀ। ਗੁਰਨਾਮ ਸਿੰਘ ਫਿਰ ਬੋਲਿਆ, ਹਾਂ, ਮੇਰੀ ਨਜ਼ਰ 'ਚ ਇੱਕ ਫੈਸਲਾ ਹੈ। ਉਹ ਇਹ ਹੈ ਕਿ ਕੈਪਟਨ ਹਰਜੀਤ ਦੀ ਪਲਟਨ ਦਾ ਤੇ ਉਹਦਾ ਜਿਗਰੀ ਦੋਸਤ ਲੈਫਟੀਨੈਂਟ ਗੁਰਜੀਤ ਸਿੰਘ ਅੱਜ ਸ਼ੋਕ ਸਭਾ 'ਚ ਹਾਜ਼ਰ ਹੈ ਤੇ ਸਾਡਾ ਸਾਰਾ ਪਰਿਵਾਰ ਉਹਨੂੰ ਜਾਣਦਾ ਹੈ ਤੇ ਸਾਡੀ ਬਰਾਦਰੀ ਦਾ ਵੀ ਹੈ। ਉਹਨੇ ਮੈਨੂੰ ਖੁਦ ਕਿਹਾ ਹੈ ਕਿ ਜੇ ਮਨਜੀਤ ਨੂੰ ਮਨਜ਼ੂਰ ਹੋਵੇ ਤਾਂ ਉਹ ਆਪਣੇ ਦੋਸਤ ਦੀ ਅਨਮੋਲ ਨਿਸ਼ਾਨੀ ਨੂੰ ਅਪਣਾਉਣ ਲਈ ਤਿਆਰ ਹੈ। ਪੰਚਾਇਤ ਨੇ ਗੁਰਜੀਤ ਸਿੰਘ ਨੂੰ ਜਦੋਂ ਪੁੱਛਿਆ ਤਾਂ ਉਹਨੇ ਦੱਸਿਆ ਕਿ ਮੈਂ ਅਜੇ ਕੁਆਰਾ ਹਾਂ ਤੇ ਮੇਰੀ ਯੂਨਿਟ ਦੇ ਕਮਾਂਡਿੰਗ ਅਫਸਰ ਨੇ ਰਾਏ ਦਿੱਤੀ ਸੀ ਕਿ ਹਰਜੀਤ ਤੇਰਾ ਜਿਗਰੀ ਦੋਸਤ ਸੀ ਤੇ ਜੇ ਉਹਦੀ ਵਿਧਵਾ ਨੂੰ ਅਪਣਾ ਲਵੇਂ ਤਾਂ ਉਹਦੇ ਲਈ ਸੱਚੀ ਸ਼ਰਧਾਂਜਲੀ ਇਹੀ ਹੋਏਗੀ। ਮੈਂ ਵੀ ਇਹੀ ਚਾਹੁੰਦਾ। ਮੈਂ ਆਪਣੇ ਮਾਂ-ਬਾਪ ਨੂੰ ਵੀ ਰਜ਼ਾਮੰਦ ਕਰ ਲਿਆ, ਜਿਹੜੇ ਮੇਰੇ ਨਾਲ ਹੀ ਆਏ ਹਨ। ਇਸ ਸੰਬੰਧੀ ਜਦ ਮਨਜੀਤ ਨੂੰ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਜੋ ਫੈਸਲਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਤੁਸੀਂ ਕੀਤਾ ਮੈਨੂੰ ਮਨਜ਼ੂਰ ਹੈ। ਮੈਂ ਗੁਰਜੀਤ ਨਾਲ ਜਾਣ ਲਈ ਤਿਆਰ ਹਾਂ। ਸਾਰਾ ਪੰਡਾਲ ਗੁਰਜੀਤ ਦੇ ਫੈਸਲੇ ਤੇ ਗਦਗਦ ਹੋ ਗਿਆ। ਇੱਕ ਹਫ਼ਤੇ ਬਾਅਦ ਗੁਰਨਾਮ ਸਿੰਘ ਨੇ ਮਨਜੀਤ ਨੂੰ ਆਪਣੀ ਭੈਣ ਵਾਲੇ ਸਾਰੇ ਸ਼ਗਨ ਪੂਰੇ ਕਰਕੇ ਗੁਰਜੀਤ ਸਿੰਘ ਦੇ ਘਰ ਤੋਰ ਦਿੱਤਾ। ਕੁਝ ਦਿਨਾਂ ਬਾਅਦ ਲੈਫਟੀਨੈਂਟ ਗੁਰਜੀਤ ਸਿੰਘ ਨੇ ਜਦ ਆਪਣੇ CEO ਨੂੰ ਆਪਣੀ ਸ਼ਾਦੀ ਭਾਵ ਮਰਹੂਮ ਕੈਪਟਨ ਹਰਜੀਤ ਸਿੰਘ ਦੀ ਪਤਨੀ ਮਨਜੀਤ ਨੂੰ ਅਪਣਾ ਲੈਣ ਬਾਰੇ ਦੱਸਿਆ ਤਾਂ ਬਹੁਤ ਖੁਸ਼ ਹੋਇਆ ਤੇ ਉਹਨੂੰ ਹੋਰ ਵੀ ਖੁਸ਼ਖਬਰੀ ਦੱਸੀ ਕਿ ਆਰਮੀ ਹੈੱਡਕੁਆਰਟਰ ਤੋਂ ਉਹਦੀ ਪ੍ਰਮੋਸ਼ਨ ਦੀ ਵੀ ਚਿੱਠੀ ਆ ਗਈ ਹੈ ਤੇ ਉਹ ਕੈਪਟਨ ਬਣ ਗਿਆ
ਤੇ ਉਹਨੂੰ ਅਫਸਰ ਫੈਮਿਲੀ ਕੁਆਟਰ ਵੀ ਅਲਾਟ ਕਰ ਦਿੱਤਾ ਹੈ ਤੇ ਉਹ ਫੈਮਿਲੀ ਲੈ ਕੇ ਹੀ ਆਵੇ। ਧੰਨਵਾਦ। ਤੀਸਰੀ ਕਹਾਣੀ, ਮੈਂ ਕੱਢਦਾ ਵੱਟ ਇਹਨਾਂ ਦੇ। ਬਾਗੇ ਪੁਰਾਣੇ ਬਰਾੜ ਹੋਟਲ 'ਚ ਇੱਕ ਸ਼ਰਾਬੀ ਕਾਫੀ ਦੇਰ ਤੋਂ ਬੈਠਾ ਸ਼ਰਾਬ ਦੇ ਪੈਗ ਤੇ ਪੈਗ ਚਾੜੀ ਜਾ ਰਿਹਾ ਸੀ। ਅਚਾਨਕ ਇੱਕ ਹੋਰ ਸ਼ਰਾਬੀ ਉਸੇ ਹੀ ਨਸਲ ਦਾ ਹੱਥ 'ਚ ਬੋਤਲ ਮੁੱਛਾਂ ਨੂੰ ਤਾ ਦਿੰਦਾ ਬੱਕਰੇ ਬੁਲਾਉਂਦਾ ਪਹਿਲਾਂ ਪੀ ਰਹੇ ਸ਼ਰਾਬੀ ਦੇ ਸਾਹਮਣੇ ਮੇਜ਼ ਤੇ ਆ ਬੈਠਾ। ਪਹਿਲਾ ਸ਼ਰਾਬੀ ਦੂਜੇ ਵੱਲ ਕਨੱਖੀ ਅੱਖ ਝਾਕਦਾ ਬੋਲਿਆ, ਕਿਹੜਾ ਪਿੰਡ ਆ ਬਈ ਜਵਾਨ ਦਾ? ਤੂੰ ਟਿੰਡੀਆਂ ਲੈਣੀਆਂ ਮੈਥੋਂ? ਦੂਜੇ ਨੇ ਮਸਤੀ ਬੋਤੇ ਵਾਂਗ ਨੱਕ ਦਾ ਸੜਾਕਾ ਮਾਰਿਆ। ਓਏ ਮੈਂ ਤੇਰਾ ਪਿੰਡ ਪੁੱਛਿਆ, ਐਵੇਂ ਨਾਸਾ ਚੱਕੀ ਜਾਣਾ ਹੈ? ਕਿਤੇ ਦਹੀਂ ਦੇ ਭੁਲੇਖੇ ਕਪਾਹ ਨਾ ਖਾ ਲਈ। ਪਹਿਲੇ ਨੇ ਬਾਹਾਂ ਟੰਗਦਿਆਂ ਆਖਿਆ। ਦੂਜਾ ਜਰਕ ਗਿਆ ਤੇ ਕਹਿਣ ਲੱਗਾ, ਬਾਈ ਮੇਰਾ ਪਿੰਡ ਹੈ ਲੰਗੇਆਣਾ ਤੇ ਪੱਤੀ ਹੈ ਗੁੱਲੂ ਕੀ। ਪਹਿਲੇ ਸ਼ਰਾਬੀ ਨੇ ਭਿੱਜੇ ਚੂਹੇ ਵਾਂਗ ਸਿਰ ਛੰਡਿਆ ਤੇ ਕਹਿਣ ਲੱਗਾ, ਯਾਰ ਪਿੰਡ ਤਾਂ ਮੇਰਾ ਵੀ ਲੰਗੇਆਣਾ ਹੈ ਤੇ ਪੱਤੀ ਵੀ ਗੁੱਲੂ ਕੀ, ਪਰ ਮੈਂ ਤਾਂ ਤੈਨੂੰ ਕਦੇ ਵੇਖਿਆ ਨਹੀਂ। ਦੂਜਾ ਸ਼ਰਾਬੀ ਮੁਰਗੇ ਦੀ ਹੱਡੀ ਚੱਬਦਾ ਪਹਿਲੇ ਦੇ ਤਰੀ ਨਾਲ ਲਿਬੜਿਆ ਹੱਥ ਮਾਰਦਾ ਬੋਲਿਆ, ਓਏ ਮੇਰਾ ਘਰ ਹੈ ਨੰਬਰਦਾਰ ਘਮੰਡਾ ਸਿੰਘ ਦੇ ਘਰ ਦੇ ਸਾਹਮਣੇ। ਫੋਰਡ ਟਰੈਕਟਰ ਹੈ ਸਾਡੇ ਕੋਲ ਤੇ ਅਜੇ ਪਿਛਲੇ ਮਹੀਨੇ ਹੀ ਬੁੜੇ ਨੂੰ ਸ਼ਰਾਬੀ ਕਰਕੇ ਬੈਂਕ 'ਚ ਗੂਠਾ ਲਵਾ ਕੇ ਲਿਆ ਹੈ। ਕੰਜਰ ਦਾ ਸਾਡਾ ਬੁੜਾ ਬੜਾ ਭੈੜਾ। ਪਹਿਲਾ ਸ਼ਰਾਬੀ ਫੁਰਤੀ ਨਾਲ ਇਹ ਕਹਿੰਦੇ ਹੋਏ, ਖੜ ਜਾ ਤੇਰੀ, ਉਹ ਮੈਂ ਉਹੀ, ਮੇਰਾ ਪਿੰਡ ਉਹੀ, ਪੱਤੀ ਤੇ ਉਹੀ ਘਰ, ਤੂੰ ਮੈਨੂੰ ਬੇਵਕੂਫ ਬਣਾਉਣਾ। ਇੰਨੀ ਆਖ ਕੇ ਉਹਨੇ ਦੂਜੇ ਸ਼ਰਾਬੀ ਨੂੰ ਲੱਕੋਂ ਫੜ ਕੇ ਥੱਲੇ ਸੁੱਟ ਲਿਆ ਤੇ ਮੁੱਕੀ ਦੇ ਲੱਤ, ਕਦੇ ਉਹ ਥੱਲੇ ਕਦੇ ਦੂਜਾ ਥੱਲੇ। ਹੋਟਲ ਦਾ ਮੈਨੇਜਰ ਤੇ ਲੋਕ ਮੁਫਤ ਦੀ WWF ਕੁਸ਼ਤੀ ਵੇਖੀ ਜਾਣ। ਅਖੀਰ ਇੱਕ ਸਿਆਣੇ ਬੰਦੇ ਨੇ ਮੈਨੇਜਰ ਨੂੰ ਕਿਹਾ, ਬਈ ਬਥੇਰਾ ਹੋ ਗਿਆ, ਹੁਣ ਛੁਡਾ ਦੇ ਇਹਨਾਂ ਪਹਿਲਵਾਨਾਂ ਨੂੰ। ਮੈਨੇਜਰ ਕਹਿਣ ਲੱਗਾ, ਚਲੋ ਛੁਡਾ ਦਿੰਨੇ ਆ। ਦਰਅਸਲ ਇਹ ਦੋਨੋਂ ਪਿਓ ਪੁੱਤ ਹਨ, ਪਰ ਸ਼ਰਾਬ ਚੰਨੇ ਹੋ ਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਹਨ। ਇਹਨਾਂ ਦਾ ਤਾਂ ਰੋਜ਼ ਦਾ ਕੰਮ ਹੈ। ਉਸ ਸਿਆਣੇ ਬੰਦੇ ਨੇ ਅੱਖਾਂ ਉਘੇੜ ਕੇ ਵੇਖਿਆ, ਹੈ ਇਹ ਤਾਂ ਸਾਡੇ ਪਿੰਡ ਦੇ ਜਰਨੈਲ ਤੇ ਉਹਦਾ ਪੁੱਤ ਕਰਨੈਲ ਸਿੰਘ ਹਨ। ਮੇਰੇ ਪੱਕੇ ਦੁਸ਼ਮਣ, ਮੈਂ ਕੱਢਦਾ ਇਹਨਾਂ ਦੇ ਵੱਟ। ਇੰਨੀ ਆਖ ਕੇ ਉਹ ਵੀ ਉਹਨਾਂ ਨਾਲ ਗੁੱਥਮ ਗੁੱਥਾ ਹੋ ਗਿਆ। ਅਗਲੀ ਕਹਾਣੀ, ਪੱਕਾ ਅਸੂਲ। ਕੀਤੂ ਸਰੀਰਕ ਪੱਖੋਂ ਮਰੀਅਲ ਜਿਹਾ ਹੈ ਤੇ ਉਹਦੀ ਤੀਵੀਂ ਨਸੀਬੋ ਹੱਟੀ ਕੱਟੀ ਪੂਰੀ 2.5 ਕੁਇੰਟਲ ਦੀ। ਇੱਕ ਦਿਨ ਕਿਸੇ ਗੱਲੋਂ ਉਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਤੇ ਨਸੀਬੋ ਨੇ ਕੀਤੂ ਨੂੰ ਹੇਠਾਂ ਸੁੱਟ ਕੇ ਹਿੱਕ 'ਚ ਗੋਡਾ ਦੇ ਲਿਆ। ਆਖੇ, ਹਿੱਲ ਹੁਣ ਮੇਰੇ ਪਿਓ ਦਿਆ ਸਾਲਿਆ। ਕੀਤੂ ਹੇਠ ਪਿਆ ਹੀ ਗਾਲਾਂ ਕੱਢੀ ਜਾਵੇ ਤੇ ਆਖੀ ਜਾਵੇ, ਜਦੋਂ ਮੈਂ ਉੱਤੇ ਆ ਗਿਆ ਤੇਰੀਆਂ ਵੱਖੀਆਂ ਭੰਨ ਸਕਦਾ। ਮੇਰਿਆਂ ਪੁੱਤਾਂ ਦੀਏ, ਤੂੰ ਮੇਰੇ ਅਸੂਲਾਂ ਦਾ ਨਜਾਇਜ਼ ਫਾਇਦਾ ਉਠਾ ਰਹੀ ਹੈ। ਮੈਂ ਜਦ 2.5 ਕੁਇੰਟਲ ਦੀ ਬੋਰੀ ਥੱਲੇ ਕੀਤੂ ਦਾ ਅੜਾਟ ਪਿਆ ਸੁਣਿਆ ਤਾਂ ਮੈਂ ਉਹਨੂੰ ਨਸੀਬੋ ਦੇ ਖੂਨੀ ਪੰਜਿਆਂ 'ਚ ਮੁਸ਼ਕਲ ਨਾਲ ਛੁਡਾਇਆ ਤੇ ਪੁੱਛਿਆ, ਬਈ ਮਲਕੀਤ ਸਿਆਂ, ਤੂੰ ਥੱਲੇ ਪਿਆ ਅਸੂਲ ਕਰੀ ਜਾਂਦਾ ਹੈ, ਉਹ ਤੇਰੇ ਅਸੂਲ ਕਿਹੜੇ? ਉਹ ਕਹਿਣ ਲੱਗਾ, ਓਏ ਚਾਚਾ ਸਿਆਂ, ਮੇਰੇ ਅਸੂਲ ਹਨ ਕਿ ਭਾਵੇਂ ਦੁਨੀਆ ਇੱਧਰ ਦੀ ਉੱਧਰ ਹੋ ਜਾਏ, ਤੀਵੀਂ ਤੇ ਹੱਥ ਨਹੀਂ ਚੱਕਣਾ। ਇੰਨੀ ਆਖ ਕੇ ਕੀਤੂ ਲਿਬੜੇ ਲੀੜੇ ਝਾੜਦਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲਾ ਗਿਆ। ਪਰ ਮੱਥਾ ਟੇਕਣ ਦਾ ਤਾਂ ਬਹਾਨਾ ਹੀ ਸੀ। ਦਰਅਸਲ ਅੱਜ ਨਸੀਬੋ ਨੇ ਉਹਨੂੰ ਰੋਟੀ ਪਕਾ ਕੇ ਨਹੀਂ ਦਿੱਤੀ ਸੀ। ਗੁਰੂ ਘਰ 'ਚੋਂ ਪ੍ਰਸ਼ਾਦੇ ਛਕ ਕੇ ਉਹ ਕਿਧਰੇ ਲੋਪ ਹੋ ਗਿਆ। ਧੰਨਵਾਦ। ਅਗਲੀ ਕਹਾਣੀ ਹੈ, ਵਾਰੇ ਨਿਆਰੇ। ਸੁਲੱਖਣ ਸਿੰਘ ਪੋਸਟਮੈਨ ਦਾ ਅੱਡੇ ਤੋਂ ਡਾਕ ਲੈਣ ਗਏ ਦਾ ਸਾਈਕਲ ਪੈਂਚਰ ਹੋ ਗਿਆ। ਉਹ ਰਾਮਚੰਦ ਪੈਂਚਰਾਂ ਵਾਲੇ ਤੋਂ ਪੈਂਚਰ ਲਵਾ ਕੇ ਅਜੇ ਥੋੜ੍ਹੀ ਦੂਰ ਹੀ ਗਿਆ ਸੀ ਕਿ ਸਾਈਕਲ ਦੀ ਚੇਨ ਟੁੱਟ ਗਈ। ਪੋਸਟਮੈਨ ਦਾ ਸਾਈਕਲ ਪੈਂਚਰ ਹੋਣਾ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਖਰਾਬ ਹੋ ਜਾਣ ਤੋਂ ਘੱਟ ਨਹੀਂ ਹੁੰਦਾ। ਉਹਨੇ ਰਾਮਚੰਦ ਤੋਂ ਨਵੀਂ ਚੇਨ ਪਵਾ ਲਈ ਤੇ ਚਿੱਠੀਆਂ ਵੰਡਣ ਲੱਗਾ। ਪਰ ਉਹਨੇ ਰੁਲਦੂ ਸਿਰ ਖਾਣੇ ਨੂੰ ਪਹਿਲੀ ਚਿੱਠੀ ਫੜਾਈ ਸੀ ਕਿ ਸਾਈਕਲ ਦੇ ਪਿਛਲੇ ਟਾਇਰ ਦਾ ਪਟਾਕਾ ਪੈ ਗਿਆ। ਉਹ ਡਿੱਗਦਾ ਢਹਿੰਦਾ ਫੇਰ ਰਾਮਚੰਦ ਦੇ ਜਾ ਲੜ ਲੱਗਾ। ਨਵੀਂ ਟਿਊਬ ਪਵਾ ਕੇ ਸਾਈਕਲ ਤੇ ਲੱਤ ਰੱਖੀ ਤਾਂ ਅਗਲਾ ਟਾਇਰ ਬੰਬ ਵਾਂਗ ਠਾਹ ਕਰਕੇ ਖੱਖੜੀਆਂ ਵਾਂਗ ਖਿੱਲਰ ਗਿਆ। ਉਹ ਫੇਰ ਨਿੰਮੋ ਝੂਣਾ ਜਿਹਾ ਹੋ ਕੇ ਰਾਮਚੰਦ ਕੋਲ ਪਹੁੰਚਿਆ ਤੇ ਆਪ ਮੁਹਾਰੇ ਹਵਾ ਨੂੰ ਗਾਲਾਂ ਕੱਢਦਾ ਅੱਜ ਦੇ ਨੁਕਸਾਨ ਦਾ ਕਾਰਨ ਲੱਭਣ ਲੱਗਾ। ਰਾਮਚੰਦ ਕਹਿਣ ਲੱਗਾ, ਵੀ ਮੁਲਾਜ਼ਮਾ, ਤੂੰ ਮੈਥੋਂ ਸਾਈਕਲ ਹੀ ਨਵਾਂ ਲੈ ਲਾ, ਐਵੇਂ ਮੇਰਾ ਟਾਈਮ ਹੀ ਖਰਾਬ ਕਰਦਾ ਹੈ ਤੇ ਲੋਕਾਂ ਦੀ ਡਾਕ ਵੀ ਲੇਟ ਹੋ ਰਹੀ ਹੈ। ਜਦ ਸੁਲੱਖਣ ਸਿੰਘ ਸਾਈਕਲ ਨੂੰ ਔਰ ਰੈਟ ਕਰਵਾ ਕੇ ਰਾਮਚੰਦ ਨੂੰ 300 ਰੁਪਏ ਦੇਣ ਲੱਗਾ ਤਾਂ ਮੂੰਹ 'ਚ ਬੁੜਬੁੜਾਇਆ, ਅੱਜ ਸਵੇਰੇ ਕੰਜਰ ਦਾ ਕੁੱਤੇ ਮਿੱਦਾਂ ਦਾ ਅਮਰੂ ਲੰਗੜਾ ਬੱਲੇ ਮੱਥੇ ਵਾਲਾ ਮੇਰੇ ਮੱਥੇ ਲੱਗਿਆ ਸੀ, ਨੁਕਸਾਨ ਤਾਂ ਹੋਣਾ ਹੀ ਸੀ। ਰਾਮਚੰਦ ਠਾਕਾ ਮਾਰ ਕੇ ਹੱਸਿਆ ਤੇ ਬੋਲਿਆ, ਸਰਦਾਰ ਜੀ,
ਦੇਵੀ ਦੀ ਸਹੁੰ ਉਹੀ ਅਮਰੂਦ ਅੱਜ ਸਵੇਰੇ ਮੇਰੇ ਵੀ ਮੱਥੇ ਲੱਗਿਆ ਸੀ। ਮੇਰੇ ਦਾ ਵਾਰੇ ਨਿਆਰੇ ਹੋਈ ਜਾਂਦੇ ਆ। ਐਵੇਂ ਵਹਿਮ ਨਹੀਂ ਕਰੀਦਾ ਹੁੰਦਾ, ਕਮਲਾ ਨਾ ਹੋਵੇ ਤਾਂ। ਧੰਨਵਾਦ। ਅਗਲੀ ਕਹਾਣੀ ਹੈ ਸਾਡੇ ਤਾਂ ਗੁਰਦੇ ਹੀ ਨਹੀਂ ਹੁੰਦੇ। ਗੱਲ ਬੜੀ ਪੁਰਾਣੀ ਹੈ। ਉਦੋਂ ਫਰਗੂਸਨ ਟਰੈਕਟਰ ਨਵੇਂ ਆਏ ਸੀ ਤੇ ਕੀਮਤ ਵੀ ਸਿਰਫ 6000। ਸੇਠ ਜਗਨਨਾਥ ਨੇ ਕਿਰਾਏ ਦਾ ਭਾੜਾ ਢੋਣ ਲਈ ਇਹ ਟਰੈਕਟਰ ਖਰੀਦਿਆ ਤੇ ਸੁਰਜਨ ਸਿੰਘ ਡਰਾਈਵਰ ਰੱਖ ਲਿਆ, ਜੋ ਕਿ ਰੋਜ਼ਾਨਾ ਸ਼ਰਾਬ ਪੀਣ ਦਾ ਆਦੀ ਸੀ। ਸੇਠ ਨੇ ਸੋਚਿਆ ਕਿ ਸੁਰਜਨ ਕਿਤੇ ਸ਼ਰਾਬ ਪੀ ਕੇ ਟਰੈਕਟਰ ਦਾ ਐਕਸੀਡੈਂਟ ਹੀ ਨਾ ਕਰ ਦੇ। ਉਹਨੇ ਨਸੀਹਤ ਦਿੰਦਿਆਂ ਕਿਹਾ ਕਿ ਦੇਖ ਵੀ ਸੁਰਜਨ ਸਿਆ, ਮੈਂ ਮਹੀਨੇ 20 ਦਿਨ ਹੀ ਦਾਰੂ ਦਾ ਇੱਕ ਅੱਧਾ ਪੈਗ ਲਾਉਣਾ, ਮੇਰੇ ਗੁਰਦੇ ਖਰਾਬ ਹੋ ਗਏ ਨੇ। ਪਰ ਤੂੰ ਤਾਂ ਸ਼ੇਰਾ ਬਗਿਆ ਰੋਜ਼ ਪੀਣਾ, ਤੇਰੇ ਗੁਰਦੇ ਨਾ ਕਿਤੇ। ਸੁਰਜਨ ਸੇਠ ਦੀ ਗੱਲ ਕੱਟ ਕੇ ਬੋਲਿਆ, ਓਏ ਸੇਠ ਸਾਹਿਬ ਜੀ, ਸਾਡੇ ਗਰੀਬਾਂ ਦੇ ਤਾਂ ਗੁਰਦੇ ਹੁੰਦੇ ਹੀ ਨਹੀਂ, ਐਵੇਂ ਟੈਨਸ਼ਨ ਨਾ ਕਰੀ ਜਾ। ਧੰਨਵਾਦ। ਅਗਲੀ ਕਹਾਣੀ ਹੈ ਬਾਗੜ ਬਿੱਲਾ। ਮੈਂ ਆਪਣੇ ਪੋਤੇ ਪ੍ਰਿੰਸ ਤੋਂ ਤੰਗ ਹੋ ਕੇ ਉਹਨੂੰ ਕਿਹਾ, ਬੇਟੇ ਹੁਣ ਮੈਨੂੰ ਨੀਂਦ ਆ ਰਹੀ ਹੈ, ਤੂੰ ਚੁੱਪ ਕਰਕੇ ਸੌਂ ਜਾ। ਮੈਂ ਸੁਬਾਹ ਡਿਊਟੀ ਤੇ ਜਾਣਾ ਤੇ ਤੂੰ ਵੀ ਸਕੂਲ ਪੜ੍ਹਨ। ਪਰ ਪ੍ਰਿੰਸ ਮੈਨੂੰ ਸਵਾਲ ਤੇ ਸਵਾਲ ਕਰੀ ਜਾ ਰਿਹਾ ਸੀ। ਰਾਤ ਦੇ 11 ਵੱਜ ਚੁੱਕੇ ਸਨ। ਦਾਦਾ ਜੀ, ਭੂਤਨੀਆਂ ਕੀ ਹੁੰਦੀਆਂ ਨੇ? ਕੀ ਉਹ ਚੁੜੇਲ ਵਰਗੀਆਂ ਹੁੰਦੀਆਂ ਨੇ? ਮੈਂ ਤਾਂ ਚੁੜੇਲ ਵੇਖੀ ਨਹੀਂ। ਦਾਦਾ ਬਣ ਕੇ ਮੈਨੂੰ ਦੱਸ ਦੇ ਕਿਹੋ ਜਿਹੀ ਹੁੰਦੀ ਹੈ ਚੁੜੇਲ। ਮੈਂ ਕਿਹਾ, ਪੁੱਤ ਚੁੜੇਲ ਤੇਰੀ ਆਪਣੀ ਗੁਆਂਢਣ ਪ੍ਰੇਮੋ ਬੁੜੀ ਵਰਗੀ ਹੁੰਦੀ ਹੈ, ਜਿਹਨੇ ਤਾਂਤਰਿਕ ਸਾਧ ਦੇ ਪਿੱਛੇ ਲੱਗ ਕੇ ਰਾਮੂ ਚਮਾਰ ਦੇ ਪੋਤੇ ਦੀ ਗਲ ਵੱਢ ਕੇ ਬਲੀ ਦੇ ਦਿੱਤੀ। ਹੁਣ ਜੇਲ੍ਹ 'ਚ ਬੈਠੀ ਹੈ। ਪੁੱਤ ਹੁਣ ਤੂੰ ਸੌਂ ਜਾ। ਉਹ ਮੇਰੇ ਚੰਗੇ ਦਾਦਾ ਜੀ, ਮੰਮੀ ਮੈਨੂੰ ਕਹਿੰਦੀ ਹੁੰਦੀ ਹੈ, ਆ ਗਿਆ ਮਾਊ, ਤੈਨੂੰ ਖਾ ਜੂ। ਮਾਊ ਕੀ ਹੁੰਦਾ? ਮੈਂ ਉਹਦੇ ਹਰੇਕ ਸਵਾਲ ਦਾ ਜਵਾਬ ਕੱਚ ਨੀਂਦਰੇ 'ਚ ਦੇਈ ਜਾਂਦਾ ਸੀ, ਪਰ ਉਹਦੇ ਸਵਾਲਾਂ ਦੀ ਝੜੀ ਲੱਗ ਰਹੀ ਸੀ। ਦਿਨ ਦੀ ਥਕਾਵਟ ਕਾਰਨ ਮੇਰੀਆਂ ਅੱਖਾਂ ਵਿੱਚ ਰਹੀਆਂ ਸੀ। ਜਦੋਂ ਮੇਰੀ ਅੱਖ ਲੱਗਦੀ ਤਾਂ ਪ੍ਰਿੰਸ ਕੋਈ ਹੋਰ ਸਵਾਲ ਖੜਾ ਕਰ ਦਿੰਦਾ। ਕੋਕੋ ਦੇ ਬੱਚੇ ਕਿਹੋ ਜਿਹੇ ਹੁੰਦੇ ਹੈ? ਤੂੰ ਕਦੇ ਘੁੱਗੂ ਵੇਖਿਆ? ਮੈਂ ਫੇਰ ਕਿਹਾ, ਬੇਟਾ ਆਹ ਫੜ 20 ਰੁਪਈਏ, ਪਰ ਚੁੱਪ ਕਰਕੇ ਸੌਂ ਜਾ। ਪਰ ਕਿੱਥੇ, ਉਹਦੇ ਸਵਾਲ ਜਾਰੀ ਰਹੇ। ਮੈਂ ਆਖਰ ਗੁੱਸੇ 'ਚ ਕਿਹਾ, ਪੁੱਤ ਅੱਖਾਂ ਮੀਚ ਕੇ ਸੌਂ ਜਾ, ਨਹੀਂ ਤਾਂ ਬਾਗੜ ਬਿੱਲਾ ਖਾ ਜਾਊ। ਇੰਨੀ ਸੁਣ ਕੇ ਉਹ ਡਰ ਗਿਆ ਤੇ ਡੂੰਘੀਆਂ ਸੋਚਾਂ 'ਚ ਪੈ ਗਿਆ। ਮੈਨੂੰ ਨੀਂਦ ਆ ਗਈ ਤੇ ਮੈਂ ਘੁਰਾੜੇ ਮਾਰਨ ਲੱਗਾ। ਪ੍ਰਿੰਸ ਨੇ ਅਚਾਨਕ ਮੈਨੂੰ ਝੰਜੋੜ ਕੇ ਜਗਾਇਆ ਤੇ ਕਿਹਾ, ਦਾਦਾ ਜੀ, ਬਾਗੜ ਬਿੱਲਾ ਤੈਨੂੰ ਨਹੀਂ ਖਾਂਦਾ? ਧੰਨਵਾਦ। ਅਗਲੀ ਕਹਾਣੀ ਹੈ ਖਾਸ ਬੰਦੇ। ਪਟਵਾਰੀਆਂ ਦੀ ਮੀਟਿੰਗ ਚੱਲ ਰਹੀ ਸੀ, ਪਰ ਬੰਤਾ ਰਾਮ ਪਟਵਾਰੀ ਐਵੇਂ ਲੁਕਦਾ ਜਿਹਾ ਫਿਰਦਾ ਸੀ, ਖਾਸ ਕਰਕੇ ਤਹਿਸੀਲਦਾਰ ਸਾਹਿਬ ਤੋਂ। ਦਰਅਸਲ ਥੋੜੇ ਦਿਨ ਹੋਏ ਉਹਦੇ ਮੁੰਡੇ ਦੀ ਸ਼ਾਦੀ ਹੋ ਕੇ ਹਟੀ ਸੀ, ਪਰ ਉਹਨੇ ਆਪਣੇ ਮਹਿਕਮੇ ਦੇ ਕਿਸੇ ਮੁਲਾਜ਼ਮ ਨੂੰ ਵਿਆਹ ਤੇ ਸੱਦਾ ਪੱਤਰ ਨਹੀਂ ਦਿੱਤਾ ਸੀ। ਹਾਲਾਂਕਿ ਉਹ ਆਪ ਆਪਣੇ ਸਟਾਫ ਦੇ ਕਿਸੇ ਵੀ ਬੰਦੇ ਦੇ ਘਰ ਸ਼ਾਦੀ ਹੁੰਦੀ ਬਿਨਾਂ ਬੁਲਾਏ ਜਾ ਕੇ ਰੰਨਾਂ 'ਚ ਧੰਨਾ ਬਣ ਬੈਠਦਾ। ਅਚਾਨਕ ਉਹ ਤਹਿਸੀਲਦਾਰ ਬਰਾੜ ਦੇ ਅੜਿੱਕੇ ਚੜ ਗਿਆ। ਬਰਾੜ ਸਾਹਿਬ ਪੁੱਛਣ ਲੱਗੇ, ਓਏ ਬੰਤਿਆ, ਤੂੰ ਆਪਣੇ ਮੁੰਡੇ ਦਾ ਚੋਰੀ ਵਿਆਹ ਕਰ ਲਿਆ, ਕਿਸੇ ਨੂੰ ਭਿਣਕ ਨਹੀਂ ਪੈਣ ਦਿੱਤੀ, ਨਾ ਕਾਰਡ ਨਾ ਸ਼ਾਰਟ। ਬੰਤਾ ਜਿਵੇਂ ਚੋਰ ਪਾੜ 'ਚ ਫੜਿਆ ਗਿਆ ਹੋਵੇ, ਕਹਿਣ ਲੱਗਾ, ਜਨਾਬ ਦਰਅਸਲ ਮੈਂ ਵਿਆਹ ਤੇ ਖਾਸ ਬੰਦੇ ਹੀ ਸੱਦੇ ਸੀ। ਬਰਾੜ ਸਾਹਿਬ ਕਹਿਣ ਲੱਗੇ, ਓਏ ਕਿਹੜੇ ਖਾਸ ਬੰਦੇ ਸੱਦੇ ਸੀ? ਕੁਝ ਸਾਨੂੰ ਵੀ ਪਤਾ ਲੱਗੇ। ਬਸ ਜੀ, ਮੇਰਾ ਮਾਸੜ ਜਿਹੜਾ ਪਕੌੜੇ ਵੇਚਦਾ ਹੈ, ਮੇਰਾ ਫੁੱਫੜ ਮਸ਼ਹੂਰ ਚੱਕੀ ਫਿੱਟਰ, ਵੱਢ ਖਾਣਿਆਂ ਦਾ ਅਮਲੀ ਤੋਤਾ ਅਤੇ ਪਿੰਡ ਦਾ ਚੌਕੀਦਾਰ ਕੌਰੀ ਸਿੰਘ ਚਮਚਾ। ਤਹਿਸੀਲਦਾਰ ਸਾਹਿਬ ਸੋਚੀ ਪੈ ਗਏ ਤੇ ਬੋਲੇ, ਓਏ ਅਸੀਂ ਤਹਿਸੀਲ ਦੇ ਮਾਲਕ, ਸਾਡਾ ਖਾਸ ਬੰਦਿਆਂ 'ਚ ਨਾਮ ਹੀ ਨਹੀਂ। ਧੰਨਵਾਦ। ਅਗਲੀ ਕਹਾਣੀ ਹੈ ਮਸ਼ਵਰਾ। ਮੈਂ ਆਪਣੇ ਪਿੰਡ ਦੇ ਗ੍ਰਾਮ ਸੇਵਕ ਬੂਝਾ ਸਿੰਘ ਨੂੰ ਪੁੱਛਿਆ, ਸਾਹਿਬ ਜੀ, ਮੈਂ ਮੂੰਗੀ ਬੀਜਣਾ ਚਾਹੁੰਦਾ, ਕਿਰਪਾ ਕਰਕੇ ਮੈਨੂੰ ਦੱਸੋ ਕਿ ਸਾਬਤ ਮੂੰਗੀ ਤੇ ਧੋਤੀ ਮੂੰਗੀ ਬੀਜਣ ਦਾ ਢੁਕਵਾਂ ਸਮਾਂ ਕਿਹੜਾ ਹੈ? ਉਹਨੇ ਸਿਰ ਨੂੰ ਖੁਰਕਦਿਆਂ ਕਾਫੀ ਸੋਚ ਵਿਚਾਰ ਕੇ ਦੱਸਿਆ ਕਿ ਐਂ ਕਰੇ, ਸਾਬਤ ਮੂੰਗੀ 15 ਜੇਠ ਨੂੰ, ਧੋਤੀ ਬੀਜਦੀ, ਰੱਬ ਭਲਾ ਕਰੇ 20 ਹਾੜ ਨੂੰ, ਧੰਨ ਹੋ ਜੂ। ਪਰ ਤੂੰ ਮੂੰਗੀ ਕੱਢ ਕੇ 10-15 ਕਿਲੋ ਮੇਰੇ ਘਰ ਜ਼ਰੂਰ ਪਹੁੰਚਾ ਦੇ। ਬੜਾ ਦਿਮਾਗ ਚੱਲਿਆ ਬੀਜਣ ਦਾ ਸਮਾਂ ਦੱਸਣ ਤੇ। ਧੰਨਵਾਦ। ਅਗਲੀ ਕਹਾਣੀ ਹੈ ਹੁਣ ਕਿੰਨੇ ਦਾ ਹੈ। ਕੰਨਾਂ 'ਚ ਮੁੰਦਰਾਂ, ਬਾਂਦਰ ਟਾਈਪ ਟੋਪੀ, ਗਲ 'ਚ ਪਿਸਤੇ, ਕੁੱਤੇ ਦੀ ਸੰਗਲੀ ਵਰਗੀ ਸੋਨੇ ਦੀ ਚੈਨੀ, ਕੰਨ ਪੱਟੀ ਤੇ ਰੱਖਿਆ ਮੋਬਾਈਲ ਤੇ ਬੁਲਟ, ਮੋਟਰਸਾਈਕਲ ਤੇ ਕਲੋਲਾਂ ਕਰਦਾ ਜਰਨੈਲ ਮਗਜ਼ ਖਾਣਿਆਂ ਦਾ ਨੀਟਾ 100 ਕਿਲੋਮੀਟਰ ਦੀ ਰਫ਼ਤਾਰ ਨਾਲ ਪਿੰਡ ਦੀ ਫਿਰਨੀ ਤੇ ਜਾ ਰਿਹਾ ਸੀ। ਉਹਨੇ ਆਪਣੀ ਸਾਈਡ ਤੇ ਜਾਂਦੇ 80 ਸਾਲਾ ਅਰਜਨ ਸਿੰਘ ਨੂੰ ਟੱਕਰ ਮਾਰੀ ਤੇ ਅਰਜਨ ਸਿੰਘ ਬੁੜਕ ਕੇ ਪਾਸੇ ਜਾ ਡਿੱਗਿਆ।
ਮੋਟਰਸਾਈਕਲ ਨੂੰ ਬ੍ਰੇਕ ਮਾਰ ਕੇ ਨੀਟਾ ਕੜਕਿਆ। ਕੰਜਰ ਦੇ ਬਦਤਮੀਜ਼ ਲੋਕ ਆਪਣੇ ਬੁੱਢੇ ਖੁੰਡਾਂ ਨੂੰ ਸੰਭਾਲ ਕੇ ਨਹੀਂ ਰੱਖ ਸਕਦੇ। ਜੇ ਮਰਨਾ ਹੀ ਆ ਤਾਂ ਘਰ ਬਹਿ ਕੇ ਮਰਨ। ਉਹਨੇ ਡਿੱਗੇ ਪਏ ਅਰਜਨ ਸਿੰਘ ਨੂੰ ਚੁੱਕਣ ਦੀ ਥਾਂ ਇੱਕ ਜ਼ੋਰ ਦੀ ਠੁੱਡਾ ਮਾਰਿਆ। ਅਰਜਨ ਸਿੰਘ ਕੱਪੜੇ ਝਾੜਦਾ ਮੁਸ਼ਕਲ ਨਾਲ ਉੱਠਿਆ ਤੇ ਬੋਲਿਆ, ਕਾਕਾ, ਜੋ ਕੁਝ ਹੋਣਾ ਸੀ ਹੋ ਗਿਆ। ਹੁਣ ਤੂੰ ਜਾ ਘਰ ਨੂੰ ਸਿਆਣਾ ਬਣ ਕੇ। ਜੇ ਸਾਡੇ ਮੁੰਡੇ ਆ ਗਏ ਤਾਂ ਗੱਲ ਕੁਝ ਹੋਰ ਬਣ ਜੂ। ਮੈਨੂੰ ਪਤਾ ਹੈ ਤੇਰਾ ਨਸ਼ਾ ਖਾਧਾ ਹੋਇਆ। ਅੱਬਲ ਤਾਂ ਮੈਂ ਹੀ ਮੁੱਕੀ ਮਾਰ ਕੇ ਤੇਰੀਆਂ ਜੜ੍ਹਾਂ ਉਖਾੜ ਸਕਦਾ। ਅਰਜਨ ਸਿੰਘ ਜਵਾਨੀ 'ਚ ਕਬੱਡੀ ਦਾ ਚੋਟੀ ਦਾ ਖਿਡਾਰੀ ਰਿਹਾ ਸੀ। ਨੀਟੇ ਨੇ ਕਿੱਕ ਮਾਰ ਕੇ ਫਿਰ ਮੋਟਰਸਾਈਕਲ ਬੰਬਾ ਬਣਾ ਦਿੱਤਾ। ਅਜੇ ਉਹ 100 ਗਜ ਦੂਰ ਹੀ ਗਿਆ ਸੀ ਕਿ ਰਾਹ 'ਚ ਪੱਠਿਆਂ ਵਾਲੀ ਗੱਡੀ ਨਾਲ ਐਸਾ ਟਕਰਾਇਆ ਕਿ ਗੱਡੀ ਦਾ ਲੋਹੇ ਦਾ ਪਾਈਪ ਉਹਦੀ ਛਾਤੀ ਦੇ ਆਰ ਪਾਰ ਹੋ ਗਿਆ। ਮੌਕੇ ਤੇ ਮੁੰਡੇ ਦੇ ਪ੍ਰਾਣ ਪਖੇਰੂ ਉੱਡ ਗਏ। ਲੋਕ ਇਕੱਠੇ ਹੋਏ ਆਖ ਰਹੇ ਸਨ ਕਿ ਵੀ ਆਹ ਤਾਂ ਜਰਨੈਲ ਸਿੰਘ ਨਾਲ ਜਮੇ ਜੱਗੋਂ 13ਵੀਂ ਹੋ ਗਈ। ਇਕਲੌਤਾ ਮੁੰਡਾ ਕੈਨੇਡਾ 'ਚੋਂ ਵਿਆਹ ਕਰਾਉਣ ਆਇਆ ਸੀ। ਦੱਸਦੇ ਆ 35 ਲੱਖ ਲੱਗੇ ਸੀ ਤਲਵੰਡੀ ਵਾਲੇ ਰਿਸ਼ਤੇ ਦਾ। ਇਹ ਖਬਰ ਨਹੀਂ 40 ਲੱਖ ਮੰਗਦਾ ਸੀ। ਹੁਣ ਅਰਜਨ ਸਿੰਘ ਵੀ ਇਕੱਠ ਵੇਖ ਕੇ ਉੱਥੇ ਪਹੁੰਚ ਚੁੱਕਾ ਸੀ ਤੇ ਲੋਕਾਂ ਦੀ ਗੱਲ ਸੁਣ ਕੇ ਧੀਮੀ ਆਵਾਜ਼ 'ਚ ਬੁੜਬੜਾਇਆ, ਬਈ ਹੁਣ ਕਿੰਨੇ ਦਾ ਹੈ? ਧੰਨਵਾਦ। ਅਗਲੀ ਕਹਾਣੀ ਹੈ ਮੱਝਾਂ ਦਾ ਰੌਲਾ। ਤੇਜਾ ਸਿੰਘ ਆਪਣੇ ਘਰ ਮੱਝਾਂ ਨੂੰ ਪੱਠੇ ਪਾਉਣ ਲੱਗਦਾ ਤਾਂ ਭੁੱਖੀਆਂ ਮੱਝਾਂ ਕਿੱਲੇ ਪਟਾਉਂਦੀਆਂ, ਸੰਗਲ ਤੁੜਾਉਂਦੀਆਂ। ਉਹ ਅਕਸਰ ਹੀ ਮੱਝਾਂ ਦੀ ਬੂਥੀ ਤੇ ਮੁੱਕੀ ਮਾਰਦਾ ਤੇ ਕਹਿੰਦਾ, ਉਹ ਖੜ ਜਾਓ ਮੇਰਿਆਂ ਸਾਲਿਆਂ ਦੀਆਂ, ਤੇ ਕਿਤੇ ਕਹਿੰਦਾ ਮੇਰੇ ਸਹੁਰਿਆਂ ਦੀਆਂ। ਪਰ ਜਿਸ ਦਿਨ ਉਹਦੀ ਛਿੱਟ ਲੱਗੀ ਹੁੰਦੀ ਤਾਂ ਕਹਿੰਦਾ ਹੁੰਦਾ ਸੀ, ਓਏ ਕਰਦੀਆਂ ਕੀ ਹੈ, ਮੇਰੇ ਪੁੱਤਾਂ ਦੀਆਂ। ਇੱਕ ਦਿਨ ਉਹਦੇ ਮੁੰਡੇ ਬੁੱਧੂ ਤੇ ਕੁੱਦੂ ਉਹਨੂੰ ਕਹਿਣ ਲੱਗੇ, ਓਏ ਬਾਪੂ, ਤੂੰ ਤਾਂ ਸਾਨੂੰ ਸਾਡੇ ਮਾਮਿਆਂ ਦੇ ਨਾਨੇ ਨਾਲ ਲੜਾਏਂਗਾ। ਕਦੇ ਕਹਿੰਦਾ ਮੱਝਾਂ ਉਹਨਾਂ ਦੀਆਂ, ਮਤਲਬ ਮੇਰੇ ਸਾਲਿਆਂ ਸਹੁਰਿਆਂ ਦੀਆਂ, ਕਦੇ ਕਹਿੰਦਾ ਮੇਰੇ ਪੁੱਤਾਂ ਦੀਆਂ। ਹੁਣ ਦੱਸ ਦੇ ਬਾਪੂ ਬਣ ਕੇ ਕਿ ਮੱਝਾਂ ਕਿਹਨਾਂ ਦੀਆਂ ਹਨ। ਧੰਨਵਾਦ। ਅਗਲਾ ਹੈ ਗੰਗਾ ਗਈਆਂ ਹੱਡੀਆਂ। ਤਾਈ ਜੀ, ਤੁਸੀਂ 3 ਸਾਲ ਹੋ ਗਏ ਸਾਡੀ ਦੁਕਾਨ 'ਚੋਂ ਕੱਪੜਾ ਲੈ ਕੇ ਗਏ ਸੀ, ਪਰ ਅਜੇ ਤੱਕ ਪੈਸੇ ਨਹੀਂ ਦਿੱਤੇ। ਪਾਲ ਬਜਾਜੀ ਵਾਲੇ ਨੇ ਦੁਕਾਨ ਮੂਹਰ ਦੀ ਅੱਖ ਜਿਹੀ ਬਚਾ ਕੇ ਲੰਘਦੀ ਗੁਰਨਾਮ ਕੌਰ ਨੂੰ ਉੱਚੀ ਆਵਾਜ਼ ਮਾਰ ਕੇ ਆਖਿਆ, ਕੋਈ ਨਹੀਂ ਭਾਈ, ਅਸੀਂ ਕਿਹੜਾ ਪਿੰਡੋਂ ਨਿਕਲਣ ਲੱਗੇ ਆਂ, ਦੇ ਜਾਊਂ ਤੇਰਾ ਬਾਬਾ ਨਰਮਾ ਵੇਚ ਕੇ। 3 ਸਾਲ ਹੋ ਗਏ ਅਸੀਂ ਤੁਹਾਡੇ ਘਰ ਨਹੀਂ ਗਏ, ਕੁਝ ਸ਼ਰਮ ਆਉਣੀ ਚਾਹੀਦੀ ਹੈ। ਚੰਗੇ ਭਲੇ ਸਰਦੇ ਵਰਦੇ। ਉਹ ਪਾਲ ਕੁਮਾਰ ਉਹਦਾ ਰਸਤਾ ਰੋਕੀ ਖੜਾ ਸੀ। ਜਾਂ ਹਟ ਪਰੇ, ਹਰਾਮੀ ਨਾ ਹੋਵੇ ਤਾਂ ਆ ਗਿਆ ਵੱਡਾ ਸੇਠ। ਗੁਰਨਾਮ ਕੌਰ ਨੇ ਤਲਖ ਹੁੰਦੇ ਆਖਿਆ, ਚੰਗਾ ਜਾ, ਅਸੀਂ ਸਮਝ ਲਵਾਂਗੇ ਕਿ ਤੁਹਾਡੇ ਮੁੰਡੇ ਦੇ ਕਫਨ ਵਾਸਤੇ ਦਿੱਤਾ ਸੀ ਕੱਪੜਾ। ਗੁਰਨਾਮ ਕੌਰ ਨੂੰ ਪਾਲ ਕੁਮਾਰ ਦੇ ਸ਼ਬਦ ਮਿਰਚਾਂ ਵਾਂਗ ਲੱਗੇ ਤੇ ਜੇਬ 'ਚੋਂ 300 ਰੁਪਏ ਕੱਢ ਕੇ ਪਾਲ ਕੁਮਾਰ ਦੇ ਪੈਰਾਂ 'ਚ ਮਾਰੇ। ਮੈਥੋਂ ਇਹ ਸਾਰਾ ਕੁਝ ਸੁਣ ਕੇ ਰਿਹਾ ਨਾ ਗਿਆ ਤੇ ਪਾਲ ਕੁਮਾਰ ਨੂੰ ਆਖਿਆ, ਓਏ ਕਾਕਾ, ਜੇ ਭਲਾ ਤੂੰ ਬੁੜੀ ਨੂੰ ਆਖ ਦਿੰਦਾ ਕਿ ਸਮਝ ਲਵਾਂਗੇ ਅਸੀਂ ਕੱਪੜਾ ਮੁੰਡੇ ਦੀ ਪੁਸ਼ਾਕ ਵਾਸਤੇ ਮੁਫਤ ਦਿੱਤਾ ਸੀ ਤੇ ਫਿਰ ਕੀ ਹੋ ਜਾਂਦਾ? ਫਿਰ ਚਾਚਾ ਜੀ, ਇਹ 300 ਗੰਗਾ ਗਈਆਂ ਹੱਡੀਆਂ ਨਹੀਂ ਸੀ ਮੁੜਨੀਆਂ। ਧੰਨਵਾਦ। ਅਗਲੀ ਮਿੰਨੀ ਕਹਾਣੀ ਹੈ ਸਮੱਸਿਆ। ਮਾਸਟਰ ਜਸਬੀਰ ਸਿੰਘ ਜਦ ਡਾਕਟਰ ਗਰਗ ਤੋਂ ਆਪਣੀ ਬਿਮਾਰੀ ਚੈੱਕ ਕਰਵਾ ਕੇ ਤੇ ਦਵਾਈ ਲਿਖਵਾ ਕੇ ਕਲੀਨਿਕ 'ਚੋਂ ਬਾਹਰ ਨਿਕਲਿਆ ਤਾਂ ਉਹਨੂੰ ਯਾਦ ਆਇਆ ਕਿ ਉਹ ਡਾਕਟਰ ਤੋਂ ਕੁਝ ਪੁੱਛਣਾ ਭੁੱਲ ਗਿਆ। ਉਹ ਵਾਪਸ ਜਾ ਕੇ ਡਾਕਟਰ ਨੂੰ ਉਹਦੇ ਕੰਨ ਕੋਲ ਮੂੰਹ ਕਰਕੇ ਪੁੱਛਣ ਲੱਗਾ, ਡਾਕਟਰ ਸਾਹਿਬ ਮਾਫ਼ ਕਰਨਾ, ਮੈਂ ਇੱਕ ਗੱਲ ਪੁੱਛਣੀ ਹੈ। ਹਾਂ ਪੁੱਛੋ, 100 ਵਾਰ ਪੁੱਛੋ। ਕੋਈ ਹੋਰ ਗੁਪਤ ਮਰਜ਼ ਤਾਂ ਨਹੀਂ? ਡਾਕਟਰ ਨੇ ਸਟੈਥੋਸਕੋਪ ਗਲ 'ਚ ਪਾ ਲਿਆ। ਨਹੀਂ ਡਾਕਟਰ ਸਾਹਿਬ, ਮੈਂ ਤਾਂ ਪੁੱਛਣਾ ਸੀ ਕਿ ਮੈਂ ਛਿੱਟ ਭਾਵ ਇੱਕ ਅੱਧਾ ਪੈਗ ਲਾ ਸਕਦਾ? ਕਿ ਜਸਬੀਰ ਨੇ ਪਹਿਲੀ ਉਂਗਲ ਦੇ ਅੰਗੂਠੇ ਨੂੰ ਮਿਲਾ ਕੇ ਕਿਹਾ, ਚੰਗਾ ਥੋੜ੍ਹੀ ਪੀਵੀਂ, ਇਹ ਸਮੱਸਿਆ ਤੇਰੇ ਇਕੱਲੇ ਦੀ ਨਹੀਂ। ਅਕਸਰ ਸਾਰੇ ਸ਼ਰਾਬ ਦੇ ਪਿਅੱਕੜ ਮਰੀਜ਼ ਮੈਥੋਂ ਇਹੀ ਪੁੱਛਦੇ ਹਨ, ਚੋਰੀ ਚੋਰੀ, ਡਰਦੇ ਡਰਦੇ, ਸੰਗਦੇ ਸੰਗਦੇ। ਪਰ ਮਜਬੂਰੀ ਮੇਰੀ ਵੀ ਹੈ। ਜੇ ਮੈਂ ਕਹਿ ਦਿਆਂ ਕਿ ਬਿਮਾਰੀ ਵਿੱਚ ਸ਼ਰਾਬ ਪੀਣੀ ਤੁਹਾਡੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਤਾਂ ਮਰੀਜ਼ ਕਿਸੇ ਹੋਰ ਡਾਕਟਰ ਦਾ ਦੁਆਰਾ ਮੰਨ ਲੈਂਦੇ ਹਨ। ਜੇ ਕਹਿ ਦਿਆਂ ਡੱਫ ਲਿਓ, ਜੇ ਨਹੀਂ ਸਰਦਾ ਤਾਂ ਮੇਰੇ ਇਲਾਜ ਦਾ ਸਤਿਆਨਾਸ਼ ਹੋ ਜਾਂਦਾ ਹੈ। ਇੰਨੀ ਆਖ ਕੇ ਡਾਕਟਰ ਸੋਚਾਂ 'ਚ ਪੈ ਗਿਆ ਕਿ ਇਹ ਲੱਗਦਾ ਤਾਂ ਵਿਦਿਆ ਦਾ ਦਾਤਾ ਸੀ, ਪਰ ਚਲੋ ਉਹ ਜਾਣੇ। ਧੰਨਵਾਦ। ਅਗਲੀ ਕਹਾਣੀ ਹੈ ਦੋ ਬੱਬਰ ਸ਼ੇਰ। ਅੱਜ ਐਤਵਾਰ ਸੀ ਤੇ ਸਾਹਿਤ ਸਭਾ ਦੀ ਮਾਸਿਕ ਮੀਟਿੰਗ ਸੀ, ਪਰ ਸ਼ੇਰ ਸਿੰਘ ਡਰਪੋਕ ਨੂੰ ਉਹਦੀ ਘਰਵਾਲੀ ਨੇ ਘਰ ਦੇ ਕੰਮਾਂ 'ਚ ਉਲਝਾਈ ਰੱਖਿਆ। ਬਥੇਰੀਆਂ ਲੂੰਬੜ ਚਾਲਾਂ ਚੱਲੀਆਂ, ਗਿੱਦੜ ਖਚਾਨੀਆਂ ਮਾਰੀਆਂ, ਪਰ ਬਸੰਤ ਕੌਰ ਕਬੱਡੀ ਦੇ ਜਾਫੀ ਮੰਗਤ ਸਿੰਘ ਮੰਗੀ ਵਾਂਗ ਉਹਨੂੰ ਅੱਗੇ ਤੋਂ ਘੇਰ ਲੈਂਦੀ। ਖੁਸ਼ਕਿਸਮਤੀ ਨੂੰ ਉਹਨਾਂ ਦੇ ਗੁਆਂਢ 'ਚ ਨੂੰਹ ਸੱਸ ਦਾ ਮੈਚ ਹੋ ਗਿਆ
ਤੇ ਬਸੰਤ ਕੌਰ ਉਹਨਾਂ ਦੇ ਲੱਗਦੇ ਚੌਕੇ ਛੱਕੇ ਵੇਖਣ ਲੱਗ ਗਈ। ਸ਼ੇਰ ਸਿੰਘ ਅੱਖ ਜਿਹੀ ਬਚਾ ਕੇ ਲੰਘਦੇ ਟੈਂਪੂ 'ਚ ਬੈਠ ਗਿਆ। ਜਦੋਂ ਸ਼ਹਿਰ ਪਹੁੰਚਿਆ ਤਾਂ 12 ਵੱਜ ਚੁੱਕੇ ਸਨ ਤੇ ਬਾਰਿਸ਼ ਵੀ ਜ਼ੋਰਾਂ ਦੀ। ਮੀਟਿੰਗ ਬੱਸ ਅੱਡੇ ਤੋਂ 1 ਕਿਲੋਮੀਟਰ ਲੜਕੀਆਂ ਦੇ ਸਕੂਲ 'ਚ ਸੀ। ਉਹ ਦਿਲ ਤਕੜਾ ਕਰਕੇ ਚੌਂਕ 'ਚ ਖੜ ਗਿਆ ਤੇ ਕਿਸੇ ਆਉਂਦੇ ਸਕੂਟਰ ਮੋਟਰਸਾਈਕਲ ਵਾਲੇ ਦੀ ਉਡੀਕ ਕਰਨ ਲੱਗਾ। ਉਹਨੇ ਇੱਕ ਸਕੂਟਰ ਆਉਂਦਾ ਵੇਖਿਆ ਤੇ ਰੁਕਣ ਲਈ ਹੱਥ ਦਿੱਤਾ, ਪਰ ਸਕੂਟਰ ਵਾਲਾ ਚਿੱਟਾ ਵੇਚਣ ਵਾਲੇ ਵਾਂਗ ਅੱਖ ਬਚਾ ਕੇ ਲੰਘ ਗਿਆ। ਉਸ ਕੋਲ ਦੀ ਕਈ ਮੋਟਰਸਾਈਕਲ ਵਾਲੇ ਲੰਘੇ, ਪਰ ਸਾਰੇ ਰਾਣੀ ਖਾਂ ਦੇ ਸਾਲੇ ਬਣ ਕੇ ਨਾ ਖੜੇ। ਉਹਦੀ ਬੇਚੈਨੀ ਵੱਧ ਗਈ, ਕਿਉਂਕਿ ਉਹਨੂੰ ਸਭ ਤੋਂ ਪਹਿਲਾਂ ਪਹੁੰਚਣਾ ਚਾਹੀਦਾ ਸੀ, ਸਭਾ ਦੇ ਜਨਰਲ ਸਕੱਤਰ ਦੀ ਹੈਸੀਅਤ ਵਿੱਚ। ਫਿਰ ਇੱਕ ਹੋਰ ਸਕੂਟਰ ਵਾਲਾ ਆਉਂਦਾ ਦਿਸਿਆ। ਹੁਣ ਉਹ ਸੜਕ ਦੇ ਵਿਚਾਲੇ ਹੋ ਕੇ ਖੜ ਗਿਆ, ਜਿਵੇਂ ਉਹ ਮਰਨ ਮਾਰਨ ਲਈ ਤੁਲ ਗਿਆ ਹੋਵੇ। ਸਕੂਟਰ ਨੇੜੇ ਆਇਆ ਤਾਂ ਉਹ ਗਿੜਗੜਾਇਆ, ਬਾਈ ਲੈ ਚੱਲ ਓਏ ਸਕੂਲ ਤਾਈਂ। ਸਕੂਟਰ ਸਵਾਰ ਬਿਜਲੀ ਵਾਂਗ ਕੜਕਿਆ, ਅੰਨਾ ਹੋਇਆ ਆ ਪਿੱਛੇ ਤੀਵੀਂ ਬੈਠੀ ਨਹੀਂ ਦਿੰਦੀ। ਉਹ ਕਹਿਣ ਲੱਗਾ, ਓਏ ਮੈਂ ਤਾਂ ਬਾਹਲਾ ਹੀ ਭਲਾ ਮਾਨਸ ਹਾਂ, ਮੈਨੂੰ ਵਿਚਾਲੇ ਬਿਠਾ ਲੈ, ਮੈਂ ਤਾਂ ਸਾਹਿਤਕਾਰ ਹਾਂ ਤੇ ਮੀਟਿੰਗ ਤੋਂ ਲੇਟ ਆ। ਪਰ ਉਹਨੂੰ ਵੀ ਤਰਸ ਨਾ ਆਇਆ ਤੇ ਉਹ ਗਿਆ। ਉਹਨੂੰ ਕਿਸੇ ਮਾਈ ਦੇ ਲਾਲ ਨੇ ਲਿਫਟ ਨਾ ਦਿੱਤੀ। ਅਖੀਰ ਇੱਕ ਸਾਈਕਲ ਵਾਲਾ ਖੇਸ ਦਾ ਝੁੰਬ ਮਾਰੀ ਉਸ ਕੋਲ ਆ ਕੇ ਰੁਕਿਆ ਤੇ ਕਹਿਣ ਲੱਗਾ, ਆਓ ਡਰਪੋਕ ਸਾਹਿਬ, ਬੈਠੋ ਪਿੱਛੇ। ਸ਼ੇਰ ਸਿੰਘ ਦੇ ਮੂੰਹ ਅਚਾਨਕ ਨਿਕਲਿਆ, ਜਿਉਂਦਾ ਰਹਿ ਓਏ, ਜਿਉਣ ਜੋਗਿਆ ਤੂੰ ਹੀ ਆਇਆ ਨਰ ਬੱਚਾ, ਬਾਕੀ ਸਭ ਤਾਂ। ਸਾਈਕਲ ਸਵਾਰ ਨੇ ਜਦ ਝੁੰਬ ਚੱਕਿਆ, ਸ਼ੇਰ ਸਿੰਘ ਭੁਚੱਕਾ ਰਹਿ ਗਿਆ। ਇਹ ਤਾਂ ਕਿੱਕਰ ਸਿੰਘ ਟਾਈਗਰ ਉਹਨਾਂ ਦੀ ਸਭਾ ਦਾ ਪ੍ਰਧਾਨ ਸੀ। ਹੁਣ ਉਹ ਦੋਨੋਂ ਲੇਟ ਸੀ ਤੇ ਜੱਕ ਜਕਾਈ 'ਚ ਮੀਟਿੰਗ ਵਾਲੀ ਥਾਂ ਪਹੁੰਚ ਗਏ, ਪਰ ਅਜੇ ਉੱਥੇ ਕੋਈ ਸਾਹਿਤਕਾਰ ਨਹੀਂ ਆਇਆ ਸੀ। ਹੁਣ ਉਹਨਾਂ ਦੇ ਸੀਨੇ ਤਣ ਗਏ। ਜਦ ਉਹਨਾਂ ਨੇ ਸਕੂਲ ਦੇ ਪੀਅਨ ਨੂੰ ਪੁੱਛਿਆ ਕਿ ਅੱਜ ਸਾਹਿਤਕਾਰ ਕਿਉਂ ਨਹੀਂ ਆਏ, ਤਾਂ ਉਹਨੇ ਦੱਸਿਆ ਕਿ ਜਨਾਬ, ਤੁਹਾਡੀ ਮੀਟਿੰਗ ਹਰ ਮਹੀਨੇ ਪਹਿਲੇ ਐਤਵਾਰ ਦੀ ਹੁੰਦੀ ਹੈ, ਅੱਜ ਤਾਂ ਸ਼ਨਿਚਰਵਾਰ ਹੈ। ਅੱਛਾ, ਚੱਲ ਫਿਰ ਡਰਪੋਕ ਸਾਹਿਬ, ਚੱਲੀਏ ਬਰਾੜ ਹੋਟਲ 'ਚ। ਹੁਣ ਉਹ ਮੋਟੇ ਸੰਤਰੇ ਦਾ ਅਧੀਆ ਲੈ ਕੇ ਬਰਾੜ ਹੋਟਲ ਵੱਲ ਜਾ ਰਹੇ ਸਨ। ਅਗਲੇ ਦਿਨ ਐਤਵਾਰ ਨੂੰ ਸਵੇਰੇ ਦਿਨ ਚੜ੍ਹਦੇ ਨਾਲ ਹੀ ਮੀਟਿੰਗ ਵਾਸਤੇ ਸਕੂਲ 'ਚ ਟੁੱਟੀਆਂ ਦੀਆਂ ਕੁਰਸੀਆਂ ਤੇ ਬੱਬਰ ਸ਼ੇਰ ਬਣੇ ਬੈਠੇ ਸਨ, ਕਿਉਂਕਿ ਅੱਜ ਉਹ ਲੇਟ ਨਹੀਂ ਸਨ। ਧੰਨਵਾਦ। ਅਗਲੀ ਮਿੰਨੀ ਕਹਾਣੀ ਹੈ ਸੱਜੀ ਬਾਂਹ। ਕੇਰ ਸਿੰਘ ਅਮਲੀ ਨੇ 70 ਸਾਲ ਦੀ ਉਮਰ ਤੱਕ ਹਲ ਵਾਹਿਆ। ਉਹਦੇ ਬਲਦਾਂ ਦੀਆਂ 4 ਚੁਫੇਰੇ ਗੱਲਾਂ ਹੁੰਦੀਆਂ। ਹਰ ਤੀਜੇ ਵਰੇ ਉਹ ਆਪ ਹਿਸਾਰ ਤੇ ਨਗੌਰ ਤੋਂ ਬਲਦ ਖਰੀਦ ਕੇ ਲਿਆਉਂਦਾ। ਉਹ ਜ਼ਿੰਦਗੀ ਭਰ ਕੁਆਰਾ ਰਿਹਾ, ਪਰ ਉਹਦੀ ਮਾਂ ਵਰਗੀ ਵੱਡੀ ਭਰਜਾਈ ਨੇ ਉਹਨੂੰ ਆਪਣਾ ਵੱਡਾ ਪੁੱਤ ਸਮਝ ਕੇ ਕਦੇ ਵੀ ਔਂਤਰਾ ਰਹਿ ਜਾਣ ਦਾ ਅਹਿਸਾਸ ਨਾ ਹੋਣ ਦਿੱਤਾ। ਹੁਣ ਕੇਰ ਸਿੰਘ ਮੰਜੇ ਤੇ ਪਿਆ ਜ਼ਿੰਦਗੀ ਦੇ ਆਖਰੀ ਸਾਹ ਲੈ ਰਿਹਾ ਸੀ। ਉਹਨੇ ਜਵਾਨੀ ਤੋਂ ਬੁਢੇਪੇ ਤੱਕ ਰੱਜ ਕੇ ਦਾਰੂ ਪੀਤੀ ਤੇ ਹੁਣ ਵੀ ਉਹਦਾ ਹੋਣਹਾਰ ਭਤੀਜਾ ਹਰਬਖਸ਼ ਸਿੰਘ ਹਰ ਰੋਜ਼ ਸ਼ਾਮ ਨੂੰ ਵਧੀਆ ਪਊਆ ਜ਼ਰੂਰ ਲਿਆ ਦਿੰਦਾ। ਉਹਦਾ ਕਰਮ ਸਿੰਘ ਹਲਵਾਈ ਨਾਲ ਬਚਪਨ ਤੋਂ ਯਾਰਾਨਾ ਸੀ। ਯਾਰੀ ਨਹੀਂ, ਉਹਨਾਂ ਨੇ ਪੱਗ ਵੀ ਵਟਾ ਰੱਖੀ ਸੀ। ਕਰਮ ਸਿੰਘ ਉਹਦਾ ਹਰ ਦੂਜੇ ਤੀਜੇ ਦਿਨ ਪਤਾ ਲੈਂਦਾ ਰਹਿੰਦਾ ਤੇ ਹਰਬਖਸ਼ ਨੂੰ ਤਾਕੀਦ ਕਰਦਾ ਕਿ ਭਾਈ ਕਾਕਾ, ਤੁਸੀਂ ਮੇਰੇ ਬਾਈ ਦੀ ਤਨੋ ਮਨੋ ਸੇਵਾ ਕਰਿਆ ਕਰੋ। ਉਹ ਕੇਰ ਸਿੰਘ ਨੂੰ ਬਾਹੋਂ ਫੜ ਕੇ ਕਹਿੰਦਾ, ਲੈ ਫੜ ਬਾਈ, ਪੀ ਰੱਜ ਕੇ, ਘਰ ਦੀ ਕੱਢੀ ਆ ਸੰਤਰੇ ਪਾ ਕੇ। ਕਰਮਾ ਆਪ ਸ਼ਰਾਬੀ ਹੋਇਆ ਕੇਰ ਸਿੰਘ ਦੇ ਸਰਾਣੇ ਬੈਠ ਜਾਂਦਾ ਤੇ ਅੱਖਾਂ 'ਚੋਂ ਹੰਝੂ ਵਹਾਉਂਦਾ ਰਹਿੰਦਾ। ਬਾਈ, ਜਿੱਦਣ ਤੂੰ ਮਰਿਆ ਮੈਂ ਤੈਨੂੰ ਬੋਤਲ ਪੀ ਕੇ ਚੱਕੂ। ਕੱਲ ਵੀ ਕਰਮ ਸਿੰਘ ਕੇਰ ਸਿੰਘ ਨੂੰ ਮਿਲ ਕੇ ਗਿਆ ਸੀ ਤੇ ਉਹਨੂੰ ਦਾਰੂ ਪੀ ਕੇ ਚੱਕਣ ਦੀ ਗੱਲ ਵੀ ਕਹੀ ਸੀ, ਪਰ ਕੌਣ ਜਾਣੇ ਉਸ ਸਿਰਜਣਹਾਰ ਨੇ ਪਲ ਵਿੱਚ ਹੀ ਕਿਸ ਨਾਲ ਕੀ ਭਾਣਾ ਵਰਤਾ ਦੇਣਾ। ਅੱਜ ਜਦ ਕਰਮ ਸਿੰਘ ਦੀ ਨੂੰਹ ਉਹਨੂੰ ਸਵੇਰ ਦੀ ਚਾਹ ਫੜਾਉਣ ਗਈ ਤਾਂ ਬੋਲਿਆ ਨਾ। ਨੂੰਹ ਨੇ ਜਦ ਹਲੂਣ ਕੇ ਵੇਖਿਆ ਤਾਂ ਉਹਨੇ ਧਾ ਮਾਰੀ, ਨੀ ਬੇਬੇ, ਬਾਪੂ ਤਾਂ ਹੈ ਨਹੀਂ। ਗੁਰਨਾਮ ਕੌਰ ਨੇ ਜਦ ਆ ਕੇ ਵੇਖਿਆ ਤਾਂ ਕਰਮ ਸਿੰਘ ਦੇ ਪ੍ਰਾਣ ਪਖੇਰੂ ਉੱਡ ਚੁੱਕੇ ਸਨ। ਪਤਾ ਨਹੀਂ ਰਾਤ ਕਿਸ ਵੇਲੇ ਦਿਲ ਦਾ ਦੌਰਾ ਪਿਆ ਤੇ ਜਾ ਜਾਂਦੀ ਹੋ ਗਈ। ਜਦ ਕੇਰ ਸਿੰਘ ਨੂੰ ਆਪਣੇ ਯਾਰ ਦੀ ਮੌਤ ਦਾ ਪਤਾ ਲੱਗਾ ਤਾਂ ਉਹਨੇ ਧਾ ਮਾਰੀ, ਓਏ ਤੂੰ ਤਾਂ ਮੈਨੂੰ ਦਾਰੂ ਪੀ ਕੇ ਚੱਕਣ ਦੇ ਵਾਅਦੇ ਕਰਦਾ ਹੁੰਦਾ ਸੀ। ਓਏ ਜ਼ਾਲਮਾ, ਮੈਨੂੰ ਧੋਖਾ ਕਿਉਂ ਦੇ ਗਿਆ? ਅੱਜ ਮੇਰੇ 'ਚ ਹਿੰਮਤ ਹੁੰਦੀ ਮੈਂ ਤੈਨੂੰ ਦਾਰੂ ਪੀ ਕੇ ਚੱਕਦਾ। ਉਹਨੇ ਆਪਣੇ ਭਤੀਜੇ ਹਰਬਖਸ਼ ਨੂੰ ਆਵਾਜ਼ ਮਾਰੀ, ਓਏ ਪੁੱਤ ਹਰਬਖਸ਼ਿਆ, ਉਹ ਮੇਰੀ ਤਾਂ ਅੱਜ ਸੱਜੀ ਬਾਂਹ ਟੁੱਟ ਗਈ ਓਏ। ਹਰਬਖਸ਼ ਨੇ ਕੇਰ ਸਿੰਘ ਨੂੰ ਹੌਸਲਾ ਦਿੰਦੇ ਕਿਹਾ, ਚਾਚਾ, ਜਿੰਨਾ ਚਿਰ ਮੈਂ ਜਿਉਂਦਾ ਤੇਰੀ ਚਾਚੇ ਕਰਮੇ ਵਾਂਗ ਸੱਜੀ ਬਾਂਹ ਬਣ ਕੇ ਰਹੂੰ। ਨਹੀਂ ਓਏ ਕਮਲਿਆ, ਉਹ ਬਾਂਹ ਤਾਂ ਕੁਝ ਹੋਰ ਹੀ ਸੀ। ਇੰਨੀ ਆਖ ਕੇ ਕੇਰ ਸਿੰਘ ਦਾ ਸਿਰ ਮੰਜੇ ਤੋਂ ਥੱਲੇ ਵੱਲ ਲੁੜਕ ਗਿਆ। ਅੱਜ 2 ਪੱਗ ਵੱਟ ਯਾਰਾਂ ਦੇ ਇਕੱਠੇ ਸੰਸਕਾਰ ਕਰਦੇ ਸਮੇਂ ਪਿੰਡ ਵਾਸੀਆਂ ਦੇ ਅਥਰੂ ਥੰਮੇ ਨਹੀਂ ਜਾ ਰਹੇ ਸਨ। ਧੰਨਵਾਦ। ਅਗਲੀ ਮਿੰਨੀ ਕਹਾਣੀ ਹੈ ਗੁਲਾਬ ਦਾ ਫੁੱਲ। ਉਜਾਗਰ ਸਿੰਘ ਜਿਸ ਬੱਸ ਤੇ ਜਲੰਧਰ ਤੋਂ ਮੋਗੇ ਜਾਣ ਲਈ ਬੈਠਾ, ਉਹਦੀ ਸੀਟ ਤੇ ਇੱਕ ਨੌਜਵਾਨ ਲੜਕੀ ਬੈਠੀ ਸੀ।
ਜਿਸ ਨੇ ਜਲੰਧਰ ਤੋਂ ਕੰਨ ਨੂੰ ਮੋਬਾਈਲ ਲਾਇਆ ਤੇ 2 ਘੰਟੇ ਮੋਗੇ ਤੱਕ ਫੁਸਰ ਕਰਦੀ ਰਹੀ। ਜਿਵੇਂ ਜਿਵੇਂ ਲੜਕੀ ਮੋਬਾਈਲ ਤੇ ਗੱਲਾਂ ਕਰਦੀ ਜਾਂਦੀ, ਉਜਾਗਰ ਸਿੰਘ ਦਾ ਬਲੱਡ ਪ੍ਰੈਸ਼ਰ ਵੱਧਦਾ ਜਾਂਦਾ। ਉਹਦਾ ਦਿਲ ਕੀਤਾ ਕਿ ਇਸ ਬੇਸ਼ਰਮ ਲੜਕੀ ਨੂੰ ਉੱਠ ਕੇ ਥੱਪੜ ਮਾਰੇ ਤੇ ਮੋਬਾਈਲ ਖੋਹ ਕੇ ਬੱਸ ਚੋਂ ਬਾਹਰ ਸੁੱਟ ਦੇਵੇ। ਪਤਾ ਨਹੀਂ ਕਿਸ ਕੰਜਰ ਨਾਲ ਚੱਖ ਮੱਖੀਆਂ ਕਰ ਰਹੀ ਹੈ। ਇੱਕ ਅੱਧੇ ਮਿੰਟ ਵਿੱਚ ਤਾਂ ਭਾਵੇਂ ਸਾਰੇ ਟੱਬਰ ਨਾਲ ਗੱਲਾਂ ਕਰ ਲਵੇ। ਇਹਨੇ ਤਾਂ ਹੱਦ ਹੀ ਕਰ ਦਿੱਤੀ। ਸੌਰੀਏ, ਕੁਛ ਤਾਂ ਅਕਲ ਨੂੰ ਹੱਥ ਮਾਰ। ਤੇਰੇ ਕੋਲ ਸਿਆਣੇ ਬਿਆਣੇ ਲੋਕ ਬੈਠੇ ਆ। ਪਤਾ ਨਹੀਂ ਮੂਰਖ ਲੋਕ ਕਿਵੇਂ ਆਪਣੀਆਂ ਨੌਜਵਾਨ ਧੀਆਂ ਨੂੰ ਮਹਿੰਗੇ ਮੋਬਾਈਲ ਫੋਨ ਦੇ ਕੇ ਅਵਾਰਾ ਫਿਰਨ ਲਈ ਛੱਡ ਦਿੰਦੇ ਆ। ਇਹ ਕੁੜੀ ਉਜਾਗਰ ਸਿੰਘ ਨੂੰ ਸਭ ਤੋਂ ਮਾੜੀ ਤੇ ਵਾਹਿਆਤ ਲੱਗ ਰਹੀ ਸੀ। ਆਪਣੇ ਮਾਪਿਆਂ ਦੀਆਂ ਬਰੂਹਾਂ ਤੇ ਉੱਗਿਆ ਥੋਰ। ਮੋਗੇ ਪਹੁੰਚ ਕੇ ਕੁੜੀ ਬੱਸ 'ਚ ਉਤਰੀ ਤੇ ਉਜਾਗਰ ਸਿੰਘ ਦੀ ਪੋਤਰੀ ਮਨਜੀਤ ਉਸ ਕੁੜੀ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਅੱਖਾਂ ਪੱਕ ਗਈਆਂ, ਨਸੀਬ ਤੈਨੂੰ ਉਡੀਕਦਿਆਂ, ਆਖ ਕੇ ਮਨਜੀਤ ਨੇ ਨਸੀਬ ਨੂੰ ਕੁਲਾਵੇ 'ਚ ਲੈ ਲਿਆ। ਨਸੀਬ ਨੇ ਮਨਜੀਤ ਤੋਂ ਲੇਟ ਹੋਣ ਦੀ ਮਾਫੀ ਮੰਗਦਿਆਂ ਕਿਹਾ, ਮਨਜੀਤ ਅੜੀਏ, ਮੇਰਾ ਤਾਂ ਫੋਨ ਤੇ ਗੱਲਾਂ ਕਰਦੇ ਕਰਦੇ ਬੈਲੈਂਸ ਵੀ ਮੁੱਕ ਗਿਆ, ਪਰ ਮੇਰੇ ਵੀਰ ਜਸਵੰਤ ਦੀਆਂ ਗੱਲਾਂ ਹੀ ਨਾ ਮੁੱਕੀਆਂ। ਉਹ ਮੈਨੂੰ ਤੇਰੇ ਬਾਰੇ ਹੀ ਪੁੱਛਦਾ ਰਿਹਾ ਕਿ ਨਸੀਬ ਕਿਹੋ ਜਿਹੀ ਹੈ। ਤੂੰ ਸਮਝ ਵੀਰੇ ਦਾ, ਤੇਰੇ ਨਾਲ ਰਿਸ਼ਤਾ 101% ਪੱਕਾ। ਮਨਜੀਤ ਸ਼ਰਮਾ ਜੀ ਗਈ ਤੇ ਕਹਿਣ ਲੱਗੀ, ਨਸੀਬ, ਜੋ ਗੱਲ ਕਰਨੀ ਹੈ ਸਾਡੇ ਘਰ ਜਾ ਕੇ ਮੰਮੀ ਡੈਡੀ ਤੇ ਦਾਦਾ ਜੀ ਨਾਲ ਹੀ ਕਰੀ। ਤੇਰੀਆਂ ਕੈਨੇਡਾ ਦੀਆਂ ਗੱਲਾਂ ਉਹੀ ਸੁਣਨਗੇ। ਦਾਦਾ ਜੀ ਵੀ ਜਲੰਧਰ ਤੋਂ ਦਵਾਈ ਲੈਣ ਗਏ ਸਨ। ਮੈਂ ਤਾਂ ਉਹਨਾਂ ਨੂੰ ਵੀ ਤੇ ਤੈਨੂੰ ਵੀ ਉਡੀਕ ਰਹੀ ਸੀ। ਸ਼ਾਇਦ ਉਹ ਲੇਟ ਹੋ ਗਏ ਲੱਗਦੇ ਹਨ। ਉਜਾਗਰ ਸਿੰਘ ਨੇ ਜਦ ਪਿਛਲੀ ਵਾਰੀ ਤੋਂ ਉਤਰਦੇ ਆਪਣੇ ਪੋਤੀ ਨੂੰ ਉਸ ਮੋਬਾਈਲ ਵਾਲੀ ਕੁੜੀ ਨਾਲ ਗੱਲਾਂ ਕਰਦੇ ਵੇਖਿਆ ਤਾਂ ਹੈਰਾਨ ਰਹਿ ਗਿਆ। ਹੈ, ਇਹ ਤਾਂ ਜਲੰਧਰ ਵਾਲੀ ਉਹੀ ਕੁੜੀ ਹੈ ਜਿਹੜੀ ਮਨਜੀਤ ਨਾਲ ਗੁਰਦਾਸਪੁਰ B.Ed ਕਰਦੀ ਸੀ ਤੇ ਜਿਹਦੀਆਂ ਮਨਜੀਤ ਅਕਸਰ ਹੀ ਗੱਲਾਂ ਕਰਦੀ ਹੁੰਦੀ ਸੀ ਕਿ ਨਸੀਬ ਦਾ ਭਰਾ ਕੈਨੇਡਾ 'ਚ ਪੱਕਾ ਹੈ, ਤੇ ਫਿਰ ਸ਼ਰਮਾ ਕੇ ਨੀਵੀਂ ਪਾ ਲੈਂਦੀ ਸੀ। ਉਜਾਗਰ ਸਿੰਘ ਨੂੰ ਯਾਦ ਆਇਆ ਕਿ ਇੱਕ ਦਿਨ ਇਸ ਕੁੜੀ ਨੇ ਮਨਜੀਤ ਦੀ ਮੰਮੀ ਨਾਲ ਆਪਣੇ ਕੈਨੇਡਾ ਰਹਿੰਦੇ ਭਰਾ ਨਾਲ ਮਨਜੀਤ ਦੇ ਰਿਸ਼ਤੇ ਦੀ ਵੀ ਗੱਲ ਕੀਤੀ ਸੀ। ਉਜਾਗਰ ਸਿੰਘ ਥੋੜ੍ਹੀ ਦੇਰ ਬੱਸ ਅੱਡੇ ਤੇ ਰੁਕ ਕੇ ਮਨਜੀਤ ਹੋਰਾਂ ਦੇ ਮਗਰ ਹੀ ਘਰ ਪਹੁੰਚ ਗਿਆ। ਇੱਕ ਹਫ਼ਤੇ 'ਚ ਮਨਜੀਤ ਤੇ ਨਸੀਬ ਦੇ ਭਰਾ ਜਸਵੰਤ ਦਾ ਰਿਸ਼ਤਾ ਪੱਕਾ ਹੋ ਗਿਆ। ਹੁਣ ਉਜਾਗਰ ਸਿੰਘ ਦੇ ਪਰਿਵਾਰ ਦੇ ਖਿਆਲ ਕੈਨੇਡਾ ਦੀ ਧਰਤੀ ਦੀ ਚਰਨ ਛੋਹ ਪ੍ਰਾਪਤ ਕਰਨ ਲਈ ਉਡਾਰੀਆਂ ਮਾਰਨ ਲੱਗੇ। ਅੱਜ ਉਹੀ ਮਾਪਿਆਂ ਦੀਆਂ ਬਰੂਹਾਂ ਤੇ ਉੱਗਿਆ ਥੋਰ ਉਜਾਗਰ ਸਿੰਘ ਨੂੰ ਆਪਣੇ ਘਰ ਦੇ ਵਿਹੜੇ 'ਚ ਖਿੜਿਆ ਗੁਲਾਬ ਦਾ ਫੁੱਲ ਲੱਗ ਰਿਹਾ ਸੀ। ਧੰਨਵਾਦ। ਅਗਲੀ ਕਹਾਣੀ ਹੈ ਰੰਨਾ ਵਿੱਚ ਧੰਨਾ। ਸੂਬੇਦਾਰ ਦਲੇਰ ਸਿੰਘ ਆਪਣੀ ਸ਼੍ਰੀਮਤੀ ਤੇਜ ਕੌਰ ਨਾਲ ਫੌਜੀ ਕੈਂਟੀਨ 'ਚੋਂ ਸਮਾਨ ਲੈਣ ਗਿਆ। ਉਹਨੇ कैंटीन ਤੇ ਖੜੇ गार्ड ਨੂੰ आख्या, काका हमारी नज़र कुछ घट है, हमारी फैमिली कैंटीन अंदर ग्रॉसरी का सामान लैन जाएंगे। मैं कैंटीन कार्ड इन्हां को दे दिया है और मैं बाहर बैठदा। सूबेदार साहब बाहर बैठे साबका फौजी वीरां कोल जाके बैठ गए ते लग पे फौजी नौकरी समय दे ते रिटायर होके पिंड आके कद्दू 'ਚ तीर मारन ਦੇ ਕਾਰਨਾਮੇ ਸੁਣਾਉਣ। ਕਹਿੰਦੇ ਮੈਂ ਤਾਂ ਫੌਜ 'ਚ ਵੱਡੇ ਅੰਗਰੇਜ਼ਾਂ ਨੂੰ ਵਾਹਣੀ ਪਾ ਦਿੰਦਾ ਸੀ। ਮੇਜਰ ਕਰਨਲ ਤਾਂ ਮੈਨੂੰ ਵੇਖ ਕੇ ਪਹਿਲਾਂ ਹੀ ਸਲੂਟ ਮਾਰ ਦਿੰਦੇ ਸਨ। ਜਦੋਂ ਮੈਂ ਬਟਾਲੀਅਨ ਹੌਲਦਾਰ ਮੇਜਰ ਸੀ ਤਾਂ ਸਰਮੋਨੀਅਲ ਪਰੇਡ ਵਿੱਚ ਮੈਂ ਹੀ ਕਾਸ਼ਨ ਦਿੰਦਾ ਸੀ। ਮਜਾਲ ਸੀ ਕਿ ਕੋਈ ਜਵਾਨ ਅੱਖ ਵੀ ਫਰਕ ਸਕੇ। ACR ਮੇਰੀ ਸਾਰੀ ਸਰਵਿਸ 'ਚ A ਗ੍ਰੇਡ ਹੀ ਰਹੀ। 1 ਘੰਟਾ ਉਹਨੇ ਹੋਰ ਕਿਸੇ ਨੂੰ ਮੂੰਹ ਨਹੀਂ ਖੋਲ੍ਹਣ ਦਿੱਤਾ। ਹੁਣ ਮੈਂ ਪਿੰਡ ਦਾ ਸਰਪੰਚ ਹਾਂ ਤੇ ਸਾਰਾ ਪਿੰਡ ਥਰ ਕੰਬਦਾ। ਪਿੰਡ ਦੇ ਵੱਡੇ ਵੈਲੀ ਸਿੱਧੇ ਕਰਤੇ। ਜਦ ਪਿਸਟਲ ਗਲ 'ਚ ਪਾ ਕੇ ਚੱਲਦਾ ਤਾਂ ਲੋਕ ਅਸ਼ ਕਰ ਉੱਠਦੇ ਆ। ਹਾਂ ਸੱਚ, ਮੈਂ ਮਿਲਖਾ ਸਿੰਘ ਦੇ ਨਾਲ ਵੀ ਦੌੜਦਾ ਰਿਹਾ। ਕਈ ਵਾਰ ਤਾਂ ਉਸ ਤੋਂ ਅੱਗੇ ਨਿਕਲ ਜਾਂਦਾ ਸੀ। ਆਹੋ, ਗੱਲਾਂ ਮਾਰਦੇ ਆ। ਅਜੇ ਉਹਦੇ ਕਾਰਨਾਮਿਆਂ ਤੇ ਬਹਾਦਰੀ ਦੀ ਰੀਲ ਚੱਲ ਹੀ ਰਹੀ ਸੀ ਕਿ ਉਹਨਾਂ ਦੀ ਸ਼੍ਰੀਮਤੀ ਕੈਂਟੀਨ 'ਚੋਂ ਸਮਾਨ ਨਾਲ ਤੁਸੀਂ ਟੋਕਰੀ ਲੈ ਕੇ ਬਾਹਰ ਨਿਕਲੀ ਤੇ ਸ਼ੇਰ ਵਾਂਗ ਦਹਾੜੀ, ਤੂੰ ਇੱਥੇ ਰੰਨਾਂ 'ਚ ਧੰਨਾ ਬਣ ਕੇ ਫੂਕੀਆਂ ਬੜਾ ਮਾਰੀ ਜਾਣਾ ਹੈ, ਆ ਕੇ ਟੋਕਰੀ ਫੜ। सूबेदार साहब एकदम बिजली वांग उठे ते बोले, आया जी आया। आख के जाम हुए गोडियां दा लंग मारदे मिल्खा सिंह वांग दौड़ के बीबा जिहा बन के टोकरी फड़ ले। धन्नवाद। अगली कहानी है बगला भगत। मैं अपने मकान की छत ते चढ़दे सूरज की धुप का निघ माणदा एक लत्त ते भार खड़ा सी। बुढ़ेपे च एक लत्त सौरी कदों बोझल शरीर का भार झੱਲਦੀ है, पर फिर भी मेरी कोशिश सी कि एक लत्त ते खड़न दी ਵੱਧ ਤੋਂ ਵੱਧ ਪ੍ਰੈਕਟਿਸ ਕੀਤੀ ਜਾਏ। ਅਚਾਨਕ ਮੇਰਾ ਗੁਆਂਢੀ ਗਿਆਨੀ ਜਬਰ ਜੰਗ ਸਿੰਘ ਲੰਗ ਜਿਹਾ ਮਾਰਦਾ ਆਪਣੇ ਕੋਠੇ ਤੇ ਚੜ੍ਹਿਆ ਤੇ ਮੈਨੂੰ ਇਸ ਹਾਲਤ 'ਚ ਖੜਾ ਵੇਖ ਕੇ ਕਹਿਣ ਲੱਗਾ, ਓਏ ਕਾਮਰੇਡਾ, ਆ ਕੀ ਕਿਵੇਂ ਬਗਲਾ ਭਗਤ ਬਣਿਆ ਖੜਾ ਇੱਕ ਲੱਤ ਤੇ? ਮੈਨੂੰ ਲੱਗਿਆ ਜਿਵੇਂ ਮੈਂ ਪਾੜ ਵਿੱਚ ਚੋਰੀ ਕਰਦਾ ਫੜਿਆ ਗਿਆ ਹੋਵਾਂ।
ਘਬਰਾਹਟ 'ਚ ਮੈਥੋਂ ਸੱਚ ਉਗਲਿਆ ਗਿਆ ਤੇ ਕਿਹਾ, ਬਾਈ ਗਿਆਨੀ ਜੀ, ਦਰਅਸਲ ਤੇਰੀ ਭਰਜਾਈ ਨੇ ਠੰਡ ਜ਼ਿਆਦਾ ਵੱਧ ਜਾਣ ਕਰਕੇ ਮੈਨੂੰ ਪੈਂਟ ਹੇਠ ਦੀ ਪਾਉਣ ਲਈ ਗਰਮ ਪਜਾਮੀ ਲਿਆ ਦਿੱਤੀ। ਤੈਨੂੰ ਪਤਾ ਹੈ, ਇਸ ਭੀੜੇ ਪਹੁੰਚਿਆਂ ਵਾਲੀ ਪਜਾਮੀ ਨੂੰ ਪਾਉਣ ਲੱਗੇ ਕਿੰਨੇ ਲੋਕ ਸਮੇਤ ਮੁੱਖ ਮੰਤਰੀ ਬਾਥਰੂਮ 'ਚ ਡਿੱਗ ਕੇ ਚੁੱਕਣੇ ਤੜਵਾ ਚੁੱਕੇ ਆ। ਅੱਛਾ, ਤੇ ਇਹ ਗੱਲ ਹੈ, ਤੇਰੇ ਘਰ ਵਾਲੀ ਭਾਗਵੰਤੀ ਨੇ ਇਹ ਯੱਬ ਪਾਇਆ। ਉਹ ਪਤੰਦਰਾ, ਮੈਨੂੰ ਲੱਗਦਾ ਮੇਰੇ ਵਾਲੀ ਕਲਾਵੰਤੀ ਵੀ ਭਾਗਵੰਤੀ ਦੇ ਨਾਲ ਬਾਜ਼ਾਰ ਗਈ ਹੋਊ। ਉਹ ਵੀ ਮੇਰੇ ਵਾਸਤੇ ਪਜਾਮੀ ਲਿਆਈ। ਮੇਰੇ ਤਾਂ ਭਰਾਵਾ ਆਪ ਅੱਜ ਬਾਥਰੂਮ 'ਚ ਪਜਾਮੀ ਪਾਉਣ ਲੱਗੇ ਤੇ ਗਿੱਚੀ ਹੜੱਪੇ ਲੱਗ ਗਏ। ਹੁਣੇ ਚਾਨਣ ਹੱਡੀਆਂ ਦਾ ਸਿਆਣਾ ਮੇਰਾ ਚੂਕਣਾ ਬਣ ਕੇ ਗਿਆ ਤੇ ਕਹਿੰਦਾ ਅਜੇ ਥੋੜਾ ਹੀ ਹਿੱਲਿਆ, ਨਹੀਂ ਤਾਂ ਪੂਜਿਆ ਗਿਆ ਸੀ ਮੇਰੇ ਵਾਲਾ ਗੁੱਗਾ। ਜ਼ਬਰਜੰਗ ਸਿੰਘ ਲੱਤਾਂ ਜਿਹੀਆਂ ਘਸੀੜਦਾ ਕੋਠੇ ਤੋਂ ਥੱਲੇ ਉਤਰ ਗਿਆ। ਧੰਨਵਾਦ। ਅਗਲੀ ਕਹਾਣੀ ਹੈ ਵਿਸ਼ੇਸ਼ ਮਹਿਮਾਨ। ਸਾਹਿਤ ਸਭਾ ਦੀ ਮਾਸਿਕ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਐਤਕੀ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ ਜਾਵੇ। ਤਰੀਕ ਮਿੱਥੀ ਗਈ ਤੇ ਪੰਜਾਬੀ ਸਾਹਿਤ ਦੇ ਨਾਮਵਰ ਸਾਹਿਤਕਾਰਾਂ ਨੂੰ ਸੱਦਾ ਪੱਤਰ ਦੇਣ ਦੀ ਲਿਸਟ ਬਣ ਗਈ। ਸਕੱਤਰ ਬਾਜ ਸਿੰਘ ਨੇ ਸੁਝਾਅ ਦਿੱਤਾ ਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸੂਰਜਾ ਵਾਲੇ ਬਾਬਿਆਂ ਨੂੰ ਬੁਲਾਇਆ ਜਾਵੇ, ਜੋ ਕਿ ਬੜੇ ਪਰਉਪਕਾਰੀ ਤੇ ਦਿਆਲੂ ਹਨ। ਸਭਾ ਨੂੰ ਫੰਡ ਦੇ ਵੱਡੇ ਗੱਫੇ ਦੇਣਗੇ। ਸਭਾ ਦੀ ਬੱਲੇ ਬੱਲੇ ਹੋ ਜੂਗੀ। ਅਗਲੀ ਸਵੇਰ ਸਭਾ ਦੇ ਪ੍ਰਧਾਨ ਤਿੱਤਰ ਸਿੰਘ ਤੇ ਖਜ਼ਾਨਚੀ ਤੋਤਾ ਸਿੰਘ ਪੰਛੀ ਬਾਬਾ ਜੀ ਨੂੰ ਸਮਾਗਮ 'ਚ ਵਿਸ਼ੇਸ਼ ਮਹਿਮਾਨ ਵਜੋਂ ਦਰਸ਼ਨ ਦੇਣ ਦੀ ਬੇਨਤੀ ਕਰਨ ਡੇਰੇ ਚਲੇ ਗਏ, ਜੋ ਕਿ ਸੰਤਾਂ ਨੇ ਪ੍ਰਵਾਨ ਕਰ ਲਈ। ਪ੍ਰਧਾਨ ਨੇ ਮੌਕਾ ਤਾੜ ਕੇ ਹੱਥ ਜੋੜ ਕੇ ਅਰਜ਼ੋਈ ਕੀਤੀ, ਬਾਬਾ ਜੀ ਕੋਈ ਸੇਵਾ? ਅਸੀਂ ਕਾਰਡ ਛਪਵਾਉਣੇ ਹਨ। ਨਾ ਬਈ ਨਾ, ਉਹ ਭਗਤੋ, ਤੁਹਾਡੇ ਕੋਲੋਂ ਸੇਵਾ? ਅਸੀਂ ਤਾਂ ਫਰੀ 'ਚ ਹੀ ਆ ਜਾਵਾਂਗੇ। ਜੇ ਤੁਹਾਡੀ ਜ਼ਿਆਦਾ ਹੀ ਸ਼ਰਧਾ ਹੈ ਤਾਂ ਸਾਡੀ ਗੱਡੀ 'ਚ 5-10 ਲੀਟਰ ਤੇਲ ਪਵਾ ਦਿਓ। ਵੈਸੇ ਹੁਣ ਸਾਡੇ ਉਹ ਤਲਾਅ ਦੀ ਸੇਵਾ ਚੱਲ ਰਹੀ ਹੈ। ਪ੍ਰਧਾਨ ਦੇ ਮੂੰਹ ਦਾ ਰੰਗ ਫਿੱਕਾ ਹੁੰਦਾ ਵੇਖ ਕੇ ਬਾਬੇ ਬੋਲੇ, ਬੇਟਾ ਜ਼ਰੂਰੀ ਨਹੀਂ, ਜਿੰਨੀ ਤੁਹਾਡੀ ਸ਼ਰਧਾ ਹੈ ਦੇ ਦਿਓ। ਆਖ ਕੇ ਉਹਨਾਂ ਦੇ ਨੇੜੇ ਪਈ ਰਸੀਦ ਬੁੱਕ ਚੁੱਕ ਲਈ। ਹੁਣ ਪ੍ਰਧਾਨ ਤੇ ਖਜ਼ਾਨਚੀ ਨੂੰ ਮਹਿਸੂਸ ਹੋਇਆ ਜਿਵੇਂ ਉਹ ਪਿੰਜਰੇ 'ਚ ਤਾੜੇ ਹੋਣ ਤੇ ਉਹਨਾਂ ਨੂੰ ਡੇਰੇ 'ਚੋਂ ਉਡਾਰੀ ਮਾਰਨ ਲਈ ਕੋਈ ਰਸਤਾ ਨਾ ਹੋਵੇ। ਧੰਨਵਾਦ। ਅਗਲੀ ਕਹਾਣੀ ਹੈ ਬੈੱਡ ਦੇ ਪਾਵੇ। ਸੱਥ ਵਿੱਚ ਬੈਠੇ ਬਜ਼ੁਰਗ ਗੱਲਾਂ ਕਰ ਰਹੇ ਸਨ। ਚੇਤ ਸਿੰਘ ਕਹਿਣ ਲੱਗਾ, ਵੀ ਸੁਣਿਆ ਕਿ ਬਾਦਲ ਸਾਹਿਬ ਦੇ ਸੌਣ ਵਾਲੇ ਬੈੱਡ ਦੇ ਚਾਂਦੀ ਦੇ ਪਾਵੇ ਹਨ। ਕੋਲੇ ਮੱਘਰ ਸਿੰਘ ਮਗਜ਼ ਖਾਣਿਆਂ ਦਾ ਬੋਲਿਆ, ਉਹ ਤਾਂ ਆਪਣਾ ਕਿਸਾਨ ਭਰਾ ਹੈ। ਮੈਂ ਤਾਂ ਸੁਣਿਆ ਕਿ ਬਈ ਕੈਪਟਨ ਸਾਹਿਬ ਦੇ ਬੈੱਡ ਦੇ ਪਾਵੇ ਤਾਂ ਕੀ, ਉਹਦਾ ਸਾਰਾ ਬੈੱਡ ਹੀ ਸਿਉਣੇ ਦਾ। ਵਿਸਾਖਾ ਸਿੰਘ ਜਿਹੜਾ ਹੁਣੀ ਮਹਿਫਿਲ 'ਚ ਸ਼ਾਮਲ ਹੋਇਆ ਸੀ ਕਹਿਣ ਲੱਗਾ, ਓਏ ਉਹ ਤਾਂ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਹਨ, ਸਿਉਣਾ ਛੱਡ ਕੇ ਭਾਵੇਂ ਗੰਢਿਆਂ ਦੇ ਪਾਵੇ ਲਵਾ ਲੈਣ। ਧੰਨਵਾਦ। ਅਗਲੀ ਕਹਾਣੀ ਹੈ ਦਲੇਰੀ। ਜੰਗੀਰਾ ਠੇਕੇ ਤੋਂ 620 ਦੀ ਰਾਇਲ ਸਟੈਗ ਦੀ ਬੋਤਲ ਲਿਆ ਕੇ ਪੀਣ ਲੱਗਾ ਤਾਂ ਉਹਨੇ ਆਪਣੇ 3 ਸਾਲ ਦੇ ਪੁੱਤੇ ਬੰਟੀ ਨੂੰ ਆਵਾਜ਼ ਮਾਰੀ, ਉਹ ਬੰਟੀ ਪੁੱਤ, ਇੱਥੋਂ ਰਸੋਈ 'ਚ ਇੱਕ ਗੰਢਾ ਲੈ ਕੇ ਆਈ। ਜਦ ਬੰਟੀ ਗੰਢਾ ਲੈ ਕੇ ਆਇਆ ਤਾਂ ਜੰਗੀਰੇ ਨੇ ਉਹਦੇ ਥੱਪੜ ਮਾਰਦਿਆਂ ਆਖਿਆ, ਉਹ ਕੰਜਰਾ ਐਡਾ ਵੱਡਾ ਚੁੱਕ ਲਿਆ, ਨਿੱਕਾ ਨਹੀਂ ਸੀ ਲਿਆ ਹੁੰਦਾ। ਬੰਟੀ ਰੋਂਦਾ ਰੋਂਦਾ ਇੱਕ ਛੋਟਾ ਗੰਢਾ ਚੁੱਕ ਲਿਆਇਆ ਤੇ ਕਹਿਣ ਲੱਗਾ, ਦਾਦਾ ਜੀ, ਰਸੋਈ 'ਚ ਤਾਂ 2 ਗੰਢੇ ਹੀ ਤੀ, ਤੈਂ ਤੋਂ ਦਾਰੂ ਦਾ ਪਊਆ ਨਹੀਂ ਤੀ ਲਾਈਦਾ। ਜੰਗੀਰੇ ਨੇ ਦਾਰੂ ਦਾ ਕੇ ਵੱਡਾ ਸਾਰਾ ਪੈਗ ਬਿਨਾਂ ਪਾਣੀ ਅੰਦਰ ਸੁੱਟਿਆ ਤੇ ਕਹਿਣ ਲੱਗਾ, ਉਹ ਗੰਢੇ ਮੁੱਕੇ ਕਰਕੇ ਹੀ ਤਾਂ ਮੈਂ ਬੋਤਲ ਲੈ ਕੇ ਆਇਆ, ਤਾਂ ਕਿ ਸ਼ਰਾਬੀ ਹੋ ਕੇ ਗੰਢੇ ਹੌਸਲੇ ਨਾਲ ਖਰੀਦ ਸਕਾਂ। ਸੋਫੀ ਬੰਦੇ ਤਾਂ ਬਾਜ਼ਾਰ 'ਚ ਸੁੱਕਾ ਗੇੜਾ ਕੱਢ ਕੇ ਆ ਜਾਂਦੇ ਆ। ਲਿਆ ਫੜ 20 ਰੁਪਈਏ ਤੇ ਜਾਂ ਪਵਨ ਦੀ ਹੱਟੀ ਤੋਂ ਲੈ ਕੇ ਆ ਆਪਣੇ ਖਾਣ ਨੂੰ ਕੁਝ। ਧੰਨਵਾਦ। ਅਗਲੀ ਕਹਾਣੀ ਹੈ ਇੱਜ਼ਤ ਦਾ ਸਵਾਲ। ਬਾਗੇ ਪੁਰਾਣੇ ਬਾਜ਼ਾਰ 'ਚ ਇੱਕ ਸੂਟਡ ਬੂਟਡ ਜੈਂਟਲਮੈਨ ਇੱਕ ਭਈਏ ਦੀ ਆਲੂ ਗੰਢਿਆਂ ਦੀ ਰੇਹੜੀ ਤੋਂ 1 ਕਿਲੋ ਆਲੂ ਲੈਣ ਲੱਗਾ। ਜਦ ਆਲੂਆਂ ਵਾਲਾ ਲਿਫਾਫਾ ਚੁੱਕਣ ਲੱਗਾ ਤਾਂ ਉਹਨੇ ਭਈਏ ਤੋਂ ਅੱਖ ਬਚਾ ਕੇ ਇੱਕ ਗੰਢਾ ਆਪਣੀ ਪੈਂਟ ਦੀ ਜੇਬ 'ਚ ਪਾ ਲਿਆ। ਚੁਸਤ ਚਲਾਕ ਭਈਏ ਨੂੰ ਚੋਰੀ ਦਾ ਪਤਾ ਲੱਗ ਗਿਆ ਤੇ ਉਹ ਜੈਂਟਲਮੈਨ ਨੂੰ ਕਹਿਣ ਲੱਗਾ, ਅਰੇ सरदार जी, मैंने तुम्हारी प्याज की चोरी पकड़ ली है। चुप करके 100 का नोट दो हमें। अगर मैंने चोरी का हल्ला कर दिया तो आपकी सारी शान और इज्जत मिट्टी में मिल जाएगी। सामने थाना नजर आ रहा है, लाओ जल्दी करो, मेरा बिक्री का टाइम है। जैंटलमैन ने जेब चों 50 का नोट कट के भईए ਨੂੰ ਕਿਹਾ, ਲੈ ਸਾਲੇ, ਇੱਕ ਗੰਢੇ ਦੇ 50 ਰੁਪਏ, ਪਰ ਰੌਲਾ ਨਾ ਪਾ, ਬਾਈ ਬਣ ਕੇ। ਧੰਨਵਾਦ। ਅਗਲੀ ਕਹਾਣੀ ਹੈ ਨਸੀਹਤ। ਜਰਨੈਲ ਸਿੰਘ ਕਾਮਰੇਡ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ,
ਪਰ ਕਿਸੇ ਕਾਰਨ ਉਹਦਾ ਪੱਗ ਵੱਟ ਦੋਸਤ ਸੁਖਦੇਵ ਸਿੰਘ ਉਹਦੀ ਅੰਤਿਮ ਅਰਦਾਸ 'ਚ ਸ਼ਾਮਿਲ ਨਾ ਹੋ ਸਕਿਆ। ਅੱਜ ਮੌਕਾ ਮਿਲਣ ਤੇ ਉਹਦੇ ਘਰ ਅਫਸੋਸ ਕਰਨ ਲਈ ਗਿਆ। ਘਰ 'ਚ ਉਹਦੇ ਦੋ ਪੁੱਤਰ ਬਲਜੀਤ ਤੇ ਹਰਜੀਤ ਮੌਜੂਦ ਸਨ। ਸੁਖਦੇਵ ਸਿੰਘ ਵਰਾਂਡੇ 'ਚ ਵਿਛਾਈ ਦਰੀ ਤੇ ਬੈਠ ਗਿਆ ਤੇ ਉਹਦੇ ਵਾਸਤੇ ਪਾਣੀ ਦਾ ਗਲਾਸ ਲਿਆ ਕੇ ਬਲਜੀਤ ਵੀ ਦਰੀ ਤੇ ਬੈਠ ਗਿਆ। ਸੁਖਦੇਵ ਸਿੰਘ ਨੇ ਜਰਨੈਲ ਸਿੰਘ ਦੇ ਭੋਗ ਤੇ ਨਾ ਆ ਸਕਣ ਦੀ ਮਾਫੀ ਮੰਗੀ। ਜਦ ਸੁਖਦੇਵ ਸਿੰਘ ਨੇ ਆਪਣੇ ਹਮਜਮਾਤੀ ਜਰਨੈਲ ਸਿੰਘ ਦੇ ਅਚਾਨਕ ਚਲਾਣੇ ਬਾਬਤ ਪੁੱਛਿਆ ਤਾਂ ਬਲਜੀਤ, ਜਿਹਨੇ ਛਿੱਟ ਲਾਈ ਹੋਈ ਸੀ, ਧੀਮੀ ਆਵਾਜ਼ 'ਚ ਕਿਹਾ, ਚਾਚਾ, ਚੰਗਾ ਹੋਇਆ ਫਾਹਾ ਵੱਢਿਆ ਗਿਆ ਕੰਜਰ ਦਾ। ਸੁਖਦੇਵ ਸਿੰਘ ਇੱਕਦਮ ਸਖਤੇ 'ਚ ਆ ਗਿਆ। ਹੈਂ, ਉਹ ਕਿਵੇਂ? ਜਰਨੈਲ ਸਿੰਘ ਤਾਂ ਮੰਨਿਆ ਦੰਨਿਆ ਇੱਜ਼ਤ ਆਬਰੂ ਵਾਲਾ ਪਿੰਡ ਦੇ ਪਤਵੰਤੇ ਬੰਦਿਆਂ 'ਚੋਂ ਇੱਕ ਸੀ। ਤੇਰਾ ਦਿਮਾਗ ਤਾਂ ਠੀਕ ਹੈ? ਨਹੀਂ ਓਏ ਚਾਚਾ, ਸਾਨੂੰ ਪਤਾ ਹੈ। ਸਾਰਾ ਦਿਨ ਸੀਰੀਆਂ ਨੂੰ ਗਾਲਾਂ ਕੱਢਦਾ ਰਹਿੰਦਾ ਸੀ। ਆਖੇ ਕੰਮ ਘੱਟ ਕਰ ਦਿਓ, ਕੁੜੀਆਂ ਬੁੜੀਆਂ ਵੱਲ ਵੱਧ ਵੇਖਦੇ ਹਨ। ਮੈਂ ਟਰੈਕਟਰ ਖੇਤ ਲਿਜਾਂਦਾ ਤਾਂ ਮੇਰੇ ਨਾਲ ਬੈਠ ਜਾਂਦਾ ਤੇ ਮੈਨੂੰ ਹੁੱਜਾ ਮਾਰਦਾ ਕਿ ਤੂੰ ਹੌਲੀ ਚਲਾ, ਐਕਸੀਡੈਂਟ ਕਰ ਦੇਂਗਾ। ਹਰਜੀਤ ਦੇ ਵਿਆਹ ਤੇ ਸਾਡਾ ਨੱਕ ਵਢਾ ਕੇ ਰੱਖਤਾ। ਕਹਿੰਦਾ ਫਜ਼ੂਲ ਖਰਚੀ ਨਹੀਂ ਕਰਨੀ। 10 ਬੰਦੇ ਬਰਾਤ ਦੇ ਲੈ ਕੇ ਗਿਆ। ਭਿੰਦਰ ਭੈਣ ਦਾ ਰਿਸ਼ਤਾ ਇੱਕ ਗਰੀਬ ਘਰ ਆਇਆ। ਉਹਨੇ ਚਿਰ ਨੂੰ ਹਰਜੀਤ ਵੀ ਉਹਨਾਂ ਕੋਲ ਆ ਕੇ ਬੈਠ ਗਿਆ ਤੇ ਬੋਲਿਆ, ਚੰਗਾ ਹੋਇਆ ਤੁਹਾਡਾ ਦੋਸਤ ਖੇਡ ਗਿਆ। ਬੜੇ ਤੰਗ ਕੀਤੇ ਸੀ। ਅਸੀਂ ਬਥੇਰਾ ਕਿਹਾ ਵੀ ਸਾਡੀਆਂ ਤੀਵੀਆਂ ਦੀ ਆਪਸ 'ਚ ਬਣਦੀ ਨਹੀਂ, ਸਾਨੂੰ ਅੱਡ ਕਰਦੇ, ਪਰ ਮੰਨਦਾ ਹੀ ਨਹੀਂ ਸੀ। ਹੁਣ ਉਹਦੇ ਮਰੇ ਤੋਂ ਵੰਡ ਵੰਡਾਈ ਕੀਤੀ ਹੈ। ਚੰਗਾ, ਮੈਂ ਚੱਲਦਾ, ਪਰ ਤੁਸੀਂ ਦੋਵਾਂ ਨੇ ਜੋ ਕੁਝ ਆਪਣੇ ਬਾਪੂ ਬਾਰੇ ਕਿਹਾ, ਰਾਤ ਨੂੰ ਠੰਡੇ ਮਨ ਨਾਲ ਬਿਨਾਂ ਦਾਰੂ ਪੀਤਿਆਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੋਚਣਾ ਕਿ ਵਾਕਈ ਜਰਨੈਲ ਸਿੰਘ ਮਾੜਾ ਬੰਦਾ ਸੀ। ਆਖ ਕੇ ਸੁਖਦੇਵ ਸਿੰਘ ਭਰੇ ਮਨ ਨਾਲ ਚਲਾ ਗਿਆ। ਅਗਲੇ ਦਿਨ ਜਦ ਸੁਖਦੇਵ ਸਿੰਘ ਉਹਨਾਂ ਦੇ ਘਰ ਕੋਲ ਦੀ ਲੰਘਿਆ ਤਾਂ ਦੋਵੇਂ ਭਰਾ ਉਹਦਾ ਰਸਤਾ ਰੋਕ ਕੇ ਖੜ ਗਏ ਤੇ ਬੋਲੇ, ਚਾਚਾ, ਅਸੀਂ ਦੋਨਾਂ ਭਰਾਵਾਂ ਨੇ ਰਾਤ ਭਰ ਬਹਿ ਕੇ ਸੋਚਿਆ, ਸਾਡਾ ਬਾਪੂ ਠੀਕ ਸੀ। ਅਸੀਂ ਉਹਨੂੰ ਗਲਤ ਸਮਝਦੇ ਰਹੇ। ਸੀਰੀਆਂ ਤੇ ਮਾਲਕਾਂ ਦੇ ਬੱਚਿਆਂ ਦੇ ਬਦਲਦੇ ਰੰਗ ਤੇ ਨਸਲਾਂ, ਤੇਜ਼ ਰਫ਼ਤਾਰ ਮਸ਼ੀਨਰੀ ਤੇ ਭਿਆਨਕ ਨਤੀਜੇ, ਵਿਆਹਾਂ ਤੇ ਫਜ਼ੂਲ ਖਰਚੀ, ਆਪ ਤੋਂ ਅਮੀਰ ਘਰ ਲੜਕੀ ਦਾ ਰਿਸ਼ਤਾ ਤੇ ਅੱਡ ਹੋਏ ਭਰਾਵਾਂ ਦੀ ਲੰਗੜੀ ਕਬੀਲਦਾਰੀ ਬਾਰੇ ਸੋਚ ਕੇ ਸਾਡੇ ਹੋਸ਼ ਠਿਕਾਣੇ ਆ ਗਏ। ਹੁਣ ਸੁਖਦੇਵ ਸਿੰਘ ਆਪਣੇ ਪੱਗ ਵੱਟ ਦੋਸਤ ਸੰਬੰਧੀ ਉਹਨਾਂ ਦੇ ਮੁੰਡਿਆਂ ਨੂੰ ਦਿੱਤੀ ਨਸੀਹਤ ਨੂੰ 4 ਚੰਨ ਲੱਗ ਜਾਣ ਤੇ ਖੁਸ਼ੀ ਨਾਲ ਆਪਣੇ ਘਰ ਨੂੰ ਜਾ ਰਿਹਾ ਸੀ। ਧੰਨਵਾਦ। ਅਗਲੀ ਕਹਾਣੀ ਹੈ ਚੋਰਾਂ ਨੂੰ ਮੋਰ। ਗੱਲ 1954 ਦੀ ਹੈ, ਜਦੋਂ ਮੈਂ ਖਾਲਸਾ ਹਾਈ ਸਕੂਲ ਨਾਨਕਸਰ ਫੂਨੇਵਾਲਾ ਵਿੱਚ 7ਵੀਂ ਜਮਾਤ 'ਚ ਪੜ੍ਹਦਾ ਸੀ। ਸਕੂਲ ਸਾਡੇ ਪਿੰਡ ਤੋਂ 3 ਕਿਲੋਮੀਟਰ ਸੀ ਤੇ ਸਾਰੇ ਮੁੰਡੇ ਪੈਦਲ ਹੀ ਪੜ੍ਹਨ ਜਾਇਆ ਕਰਦੇ ਸਨ। ਕਦੇ ਕਦੇ ਕੋਈ ਟਰੱਕ ਵਾਲਾ ਤਰਸ ਕਰਕੇ ਸਾਨੂੰ ਚੜ੍ਹਾ ਵੀ ਲੈਂਦਾ। ਇੱਕ ਦਿਨ ਸੜਕ ਤੇ ਸਾਨੂੰ ਕਿਸੇ ਟਰੱਕ ਦੇ ਭੁੰਗ 'ਚੋਂ ਥੋੜ੍ਹੀ ਜਿਹੀ ਕਪਾਹ ਡਿੱਗੀ ਹੋਈ ਮਿਲ ਗਈ, ਜਿਹਨੂੰ ਹੱਟੀ ਵੇਚ ਕੇ ਇੱਕ ਵਾਲੀਬਾਲ ਖੇਡਣ ਲਈ ਨੈੱਟ ਲੈ ਆਉਂਦਾ, ਪਰ ਵਾਲੀਬਾਲ ਖਰੀਦਣ ਲਈ ਪੈਸਿਆਂ ਦਾ ਕੋਈ ਜੁਗਾੜ ਨਾ ਬਣਿਆ। ਵਾਲੀਬਾਲ ਗਰਾਊਂਡ ਤੇ ਨੈੱਟ ਪਿੜਾਂ ਵਿੱਚ ਤਿਆਰ ਸੀ, ਪਰ ਵਾਲੀਬਾਲ ਹਾਸਲ ਕਰਨ ਲਈ ਸਾਡੇ ਕੋਲ ਸਿਰਫ ਸਕੀਮਾਂ ਹੀ ਸਨ ਕਿ ਕਿੱਥੋਂ ਪੈਦਾ ਕੀਤਾ ਜਾਏ। ਇੱਕ ਦਿਨ ਅਸੀਂ ਸਕੂਲੋਂ ਮੁੜਦੇ ਰਾਹ 'ਚ ਕਣਕ ਦੇ ਖੇਤਾਂ 'ਚ ਸਰੋਂ ਦੀਆਂ ਉੱਲੀਆਂ ਭਾਵ ਆਡਾਂ ਵੇਖ ਕੇ ਕਿਸੇ ਨਤੀਜੇ ਤੇ ਪਹੁੰਚੇ। ਥੋੜ੍ਹੀ ਜਿਹੀ ਕੁਸਰ ਮੁਸਰ ਕੀਤੀ ਤੇ ਫੈਸਲਾ ਹੋ ਗਿਆ। ਹਨੇਰਾ ਹੁੰਦੇ ਹੀ ਅਸੀਂ 4-5 ਜਣੇ ਘਰਦਿਆਂ ਨੂੰ ਡਰਾਮਾ ਦੇਖਣ ਜਾਣ ਦਾ ਬਹਾਨਾ ਕਰਕੇ ਹਥਿਆਰਾਂ ਨਾਲ ਲੈਸ ਹੋ ਕੇ ਭਾਵ ਦਾਤੀ ਡੰਡੇ ਨਾਲ ਸਰੋਂ ਤੇ ਅਟੈਕ ਕਰਨ ਲਈ ਤੁਰ ਪਏ। ਸਾਧੂ ਕਹਿਣ ਲੱਗਾ ਵੀ ਕੋਈ ਲੀੜਾ ਲੂੜਾ ਤਾਂ ਲਿਆਂਦਾ ਨਹੀਂ ਸਰੋਂ ਕੁੱਟਣ ਦੇ ਬੰਨਣ ਲਈ, ਤਾਂ ਦਿਆਲ ਫਟਾਫਟ ਆਪਣੇ ਅਮਲੀ ਬਾਪੂ ਦੀ ਧੋਤੀ ਅੱਖ ਜੀ ਬਚਾ ਕੇ ਚੁੱਕ ਲਿਆ। ਆਖੇ ਤੜਕੇ ਬੁੜੇ ਦੇ ਸਰਾਣੇ ਰੱਖ ਦਿਆਂਗੇ। ਟਿਕਾਣੇ ਤੇ ਜਾ ਕੇ ਸਰੋਂ ਵੱਢੀ, ਡੰਡੇ ਨਾਲ ਕੁੱਟੀ ਤੇ ਰੋਲ ਕੇ ਧੋਤੀ 'ਚ ਬੰਨ੍ਹ ਲਈ। ਕੋਈ ਹੋਊਗੀ 5-6 ਕਿਲੋ। ਪਿੰਡ ਆਏ ਰਾਤ ਦੇ 11 ਵੱਜ ਚੁੱਕੇ ਸਨ। ਬੁੱਧ ਰਾਮ ਦੀ ਦੁਕਾਨ ਖੁੱਲ੍ਹੀ ਸੀ, ਪਰ ਦੁਕਾਨ ਤੇ 5-4 ਵਿਹਲੜ ਗੱਲਾਂ ਦੇ ਗਲਾਦੜੀ ਬੈਠੇ ਸਨ। ਸਾਡਾ ਬੱਚਿਆਂ ਦਾ ਡਰ ਜਾਣਾ ਸੁਭਾਵਿਕ ਸੀ, ਪਰ ਸਰੋਂ ਵੀ ਜ਼ਰੂਰ ਵੇਚਣੀ ਸੀ ਤੇ ਕੱਲ੍ਹ ਨੂੰ ਵਾਲੀਬਾਲ ਵੀ ਲਿਆਉਣਾ ਸੀ। ਅਸੀਂ ਨੇੜੇ ਹੀ ਗੁਰਨਾਮੋ ਦੀ ਭੱਠੀ ਤੇ ਬੈਠ ਗਏ ਤੇ ਉਡੀਕ ਕਰਨ ਲੱਗੇ ਕਦੋਂ ਤਾਇਆ ਬੁੱਧ ਰਾਮ ਇਕੱਲਾ ਹੋਵੇ। ਉਧਰੋਂ ਅਚਾਨਕ ਚਾਨਣ ਅਮਲੀ ਆ ਗਿਆ। ਸਾਨੂੰ ਪਤਾ ਸੀ ਕਿ ਉਹ ਵੀ ਕਿਤੋਂ ਕਿਸੇ ਦੇ ਛੋਲੇ ਭੋਰ ਕੇ ਲਿਆਇਆ ਹੋਏਗਾ ਤੇ ਉਹਨੂੰ ਹੱਟੀ ਤੇ ਬੈਠੇ ਬੰਦਿਆਂ ਦੀ ਕੋਈ ਪਰਵਾਹ ਨਹੀਂ। ਅਸੀਂ ਉਹਨੂੰ ਕਿਹਾ ਕਿ ਬਾਬਾ ਤੂੰ ਆ ਸਾਡੀ ਸਰੋਂ ਹੱਟੀ ਤੇ ਵੇਚ ਆ ਤੇ ਤੈਨੂੰ ਵਿੱਚੋਂ ਚਵਾਨੀ ਦੇ ਦਾਂਗੇ। ਅੰਨਾ ਕੀ ਭਾਲੇ 2 ਅੱਖਾਂ ਉਹ ਸਰੋਂ ਲੈ ਕੇ ਹੱਟੀ ਵੇਚ ਕੇ ਕਿਧਰੇ ਲੋਪ ਹੋ ਗਿਆ। ਅਸੀਂ 2 ਘੰਟੇ ਉਡੀਕਿਆ ਤੇ ਬੁੱਧ ਰਾਮ ਨੂੰ ਜਾ ਕੇ ਸਾਰੀ ਗੱਲ ਦੱਸੀ। ਉਹ ਕਹਿਣ ਲੱਗਾ, ਮੁੰਡਿਓ, ਚਾਨਣ ਤਾਂ ਸਮਾਧ ਭਾਈ ਪਹੁੰਚ ਚੁੱਕਾ ਹੈ। ਦਿਆਲ ਰੋਣੋਂ ਨਾ ਹਟੇ ਕਿ ਮੇਰੇ ਬਾਪੂ ਦੀ ਧੋਤੀ ਦਾ ਕੀ ਕਰੀਏ। ਅਸੀਂ ਸਮਝਾਇਆ ਕਿ ਆਪਣੀ ਧੋਤੀ ਨਹੀਂ, ਸਗੋਂ ਸਰੋਂ ਤੇ ਵਾਲੀਬਾਲ ਵੀ ਗਿਆ। ਚੋਰਾਂ ਨੂੰ ਮੋਰ ਪੈ ਚੁੱਕੇ ਹਨ।
ਤੂੰ ਸਵੇਰੇ ਆਪਣੇ ਬਾਪੂ ਨੂੰ ਕਹੀਂ ਕਿ ਤੇਰੀ ਧੋਤੀ ਆਪਣਾ ਵਹਿੜਕਾ ਖਾਂਦਾ ਮੈਂ ਆਪ ਵੇਖਿਆ। ਅਗਲੇ ਦਿਨ ਦਿਆਲ ਦਾ ਬੁੜਾ ਵਹਿੜਕੇ ਦਾ ਗੋਹਾ ਫਰੋਲਦਾ ਫਿਰੇ। ਧੰਨਵਾਦ। ਅਗਲੀ ਕਹਾਣੀ ਹੈ ਪਟਾਕੇ ਤੇ ਪਟਕਾ। ਸੁਖਜੀਤ ਆਪਣੇ ਡੈਡੀ ਨਾਲ ਮੋਗੇ ਦੇ ਬੱਸ ਸਟੈਂਡ ਤੇ ਬੱਸ 'ਚੋਂ ਉਤਰ ਕੇ 4 ਕੁ ਕਦਮ ਗਈ ਸੀ ਕਿ ਉੱਥੇ ਖੜੇ ਕਾਲਜੀ ਇੱਟਾਂ ਦੀ ਟੋਲੀ 'ਚੋਂ ਇੱਕ ਵਿੰਗੜ ਜਿਹਾ ਮੌਂਕੀ ਟਾਈਪ ਟੋਪੀ ਪਹਿਨੀ ਤੇ ਪੋਲੀਏ ਨਾਲ ਸੁੱਕੀ ਲੱਤ ਵਾਲਾ ਮੁੰਡਾ ਨਾਲ ਦੇ ਨੂੰ ਧੀਮੀ ਆਵਾਜ਼ 'ਚ ਬੋਲਿਆ, ਦੇਖ ਓਏ ਸੀਰਿਆ ਪਟਾਕਾ। ਮੱਛੜ ਜੇ ਆਸ਼ਕੀ ਟਿੱਡੇ ਦੇ ਬੋਲ ਸੁਣ ਕੇ ਸੁਖਜੀਤ ਦਾ ਰੰਗ ਗੁੱਸੇ ਨਾਲ ਲਾਲ ਹੋ ਗਿਆ। 5-7 ਮੁੰਡੇ ਚੰਗੀ ਦਿੱਖ ਵਾਲੇ ਹੋਰ ਵੀ ਖੜੇ ਸਨ। ਜੇ ਕੋਈ ਉਹਨਾਂ 'ਚੋਂ ਬੋਲਦਾ ਤਾਂ ਗੱਲ ਕੁਝ ਹੋਰ ਹੁੰਦੀ। ਗੁੱਸਾ ਤਾਂ ਆਉਂਦਾ ਪਰ ਬਰਦਾਸ਼ਤ ਹੋ ਸਕਦਾ ਸੀ। ਉਹਨੇ ਥੱਪੜ ਮਾਰਨ ਲਈ ਹੱਥ ਉੱਪਰ ਚੁੱਕਿਆ ਹੀ ਸੀ ਕਿ ਉਹਦੇ ਡੈਡੀ ਨੇ ਪਹਿਲੇ ਹੀ ਮੁੰਡੇ ਦੀ ਸੱਜੀ ਗਲ ਤੇ ਥੱਪੜ ਮਾਰ ਕੇ ਭੰਬੂ ਤਾਰੇ ਵਿਖਾ ਦਿੱਤੇ ਤੇ ਕਿਹਾ, ਆ ਨਹੀਂ ਪਟਾਕਾ। ਮੁੰਡਾ ਅਜੇ ਸੰਭਲ ਨਹੀਂ ਸਕਿਆ ਕਿ ਨੇੜੇ ਖੜੇ ਥਾਣੇਦਾਰ ਜ਼ਬਰਜੰਗ ਸਿੰਘ ਨੇ, ਜੋ ਕਿ ਉਹ ਬਦਤਮੀਜ਼ ਦੀਆਂ ਹਰਕਤਾਂ ਪਹਿਲਾਂ ਹੀ ਵੇਖ ਰਿਹਾ ਸੀ, ਬੜੀ ਫੁਰਤੀ ਨਾਲ ਤੰਗਲੀ ਜਿੱਡੇ ਹੱਥ ਦਾ ਇੱਕ ਚਟਪਟਾ ਜਿਹਾ ਥੱਪੜ ਉਹਦੀ ਖੱਬੀ ਗਲ ਤੇ ਐਸਾ ਜੜਿਆ ਕਿ ਉਹਦੀ ਗਲ ਤੇ 5 ਉਂਗਲਾਂ ਦੇ ਨਿਸ਼ਾਨ ਪ੍ਰਤੱਖ ਨਜ਼ਰ ਆਉਣ ਲੱਗ ਪਏ। ਅੱਡੇ ਤੇ ਖੜੇ ਲੋਕਾਂ ਨੇ ਪੱਕੀ ਰਾਈਫਲ ਦੇ ਫਾਇਰ ਤੋਂ ਵੀ ਵੱਡਾ ਪਟਾਕਾ ਸੁਣਿਆ। ਥਾਣੇਦਾਰ ਸਾਹਿਬ ਨੇ ਮੁੰਡੇ ਨੂੰ ਕਿਹਾ, ਸੁਣੋ ਇਹ ਲੰਗੜ ਦੀ ਨਾ, ਹੁਣ ਤੂੰ ਆਖ ਮੇਰੀ ਮਾਂ ਪਟਾਕਾ, ਮੇਰੀ ਭੈਣ ਪਟਾਕਾ। ਤੇ ਮੁੰਡੇ ਨੇ ਤੋਤੇ ਅੰਗ ਰੱਟ ਦਿੱਤਾ ਤੇ ਸੋਟੀ ਨਾਲ ਲੰਗੜੀ ਲੱਤ ਘਾਉਂਦਾ ਭੀੜ 'ਚ ਗਾਇਬ ਹੋ ਗਿਆ। ਧੰਨਵਾਦ। ਅਗਲੀ ਕਹਾਣੀ ਹੈ ਜਟਕਾ ਘੜੀ। ਜੀਤੀ ਨੇ ਡਰਦੇ ਡਰਦੇ ਜਗੀਰ ਸਿੰਘ ਦਾ ਬਾਰ ਖੋਲ੍ਹਿਆ ਤੇ ਵਿਹੜੇ ਵਿੱਚ ਪਈ ਇੱਟ ਤੇ ਬੈਠਦੇ ਆਪਣੀ ਚਾਹ ਵਾਲੀ ਬਾਟੀ ਖੜਕਾਈ। ਲਿਆ ਭਾਈ ਚੰਦਕੁਰੇ, ਪਾ ਚਾਹ ਦੀ ਘੁੱਟ ਤੇ ਜਾਈਏ ਖੇਤ ਨੂੰ। ਦਿਨ ਕਾਫੀ ਵੱਡਾ ਆ ਗਿਆ ਸੀ ਕਿਉਂਕਿ ਅੱਜ ਉਹ ਆਪਣੇ ਸਕੂਲ ਪੜ੍ਹਦੇ ਲੜਕੇ ਠੇਲੂ ਨੂੰ ਡਾਕਟਰ ਤੋਂ ਦਵਾਈ ਦਵਾਉਣ ਚਲਾ ਗਿਆ ਸੀ। ਚੰਦਕੁਰ ਨੇ ਅਜੇ ਚਾਹ ਦੀ ਗੜਵੀ ਬਾਟੀ 'ਚ ਪਾਈ ਸੀ ਕਿ ਜਗੀਰ ਸਿੰਘ ਵਹਿੜਕੇ ਨੂੰ ਗੱਡੀ ਜੋੜਦਾ ਉੱਚੀ ਆਵਾਜ਼ 'ਚ ਖੜਕਿਆ, ਕਿਉਂ ਕਮਜਾਤੇ ਆ ਗਈ ਹੁਣ ਜਾਗ? ਹੁਣ 12 ਵਜੇ ਖੇਤ ਜਾ ਕੇ ਕੀ ਲੱਲੇ ਲਾਲ ਦੇਂਗਾ? ਜਾ ਮੁੜ ਜਾ ਘਰ ਨੂੰ, ਹੋਰ ਬਥੇਰੇ ਫਿਰਦੇ ਆ ਵਿਹਲੜ ਤੇਰੇ ਵਰਗੇ। ਜੀਤੇ ਨੂੰ ਜਗੀਰ ਸਿੰਘ ਦੇ ਗੁੱਸੇ ਦਾ ਪਤਾ ਸੀ ਕਿ ਉਹ ਹਰ ਦੂਜੇ ਤੀਜੇ ਦਿਨ ਦਿਹਾੜੀ ਕੱਟਣ ਦਾ ਬਹਾਨਾ ਭਾਲਦਾ ਰਹਿੰਦਾ। ਉਹਨੇ ਧੀਮੀ ਆਵਾਜ਼ 'ਚ ਕਿਹਾ, ਬਾਈ ਜੇ 12 ਵੱਜ ਗਏ ਹਨ ਤਾਂ ਚਲੋ ਰੋਟੀ ਲਿਆਓ, ਖਾ ਕੇ ਹੀ ਜਾਵਾਂਗੇ। ਤੂੰ ਅੱਧੀ ਦਿਹਾੜੀ ਕੱਟ ਲਵੀਂ ਭਾਵੇਂ। ਜਗੀਰ ਸਿੰਘ ਨੇ ਫੇਰ ਦਬਕਾ ਮਾਰਿਆ, ਉਸ ਸਾਲਿਆ ਲੰਡੇ ਦਿਆ, ਖਮਜਾਤੇ ਤੈਨੂੰ ਤੜਕੇ ਕਿੱਥੋਂ ਦੌੜਾ ਦਈਏ। ਚੱਕ ਢੋਲੀ, ਠੰਡੇ ਠੰਡੇ ਨਰਮੇ ਨੂੰ ਸਪਰੇਅ ਕਰਕੇ ਆ ਨਿਆਈ ਵਾਲੇ ਖੇਤ। ਜੀਤੇ ਨੂੰ ਇਹ ਸਮਝ ਨਾ ਆਈ ਕਿ ਹੁਣੇ ਜਗੀਰ ਸਿੰਘ ਦਿਨ ਦੇ 12 ਵਜਾਈ ਜਾਂਦਾ ਸੀ ਤੇ ਹੁਣੇ ਤੜਕਾ ਕਹੀ ਜਾਂਦਾ। ਇਹ ਜਗੀਰੇ ਦੀ ਕਿਹੜੀ ਜਟਕੀ ਘੜੀ ਹੈ। ਅਗਲੀ ਕਹਾਣੀ ਹੈ ਖੂਨ ਦੀ ਸਾਂਝ। ਅੱਜ ਬਲਜੀਤ ਨੇ ਆਪਣੀ ਭੈਣ ਮਨਜੀਤ ਨੂੰ ਤੀਆਂ ਦਾ ਸੰਧਾਰਾ ਦੇਣ ਰਾਮਪੁਰ ਜਾਣਾ ਸੀ। ਜਦੋਂ ਸਾਰਾ ਸਮਾਨ ਲੈ ਕੇ ਗੱਡੀ 'ਚ ਬੈਠ ਗਿਆ ਤਾਂ ਉਹਨੂੰ ਸਾਹਮਣੇ ਘਰੋਂ ਉਹਦੀ ਸਕੀ ਚਾਚੀ ਗੁਰਨਾਮ ਕੌਰ ਹੱਥ ਵਿੱਚ ਬਿਸਕਟਾਂ ਵਾਲਾ ਪੀਪਾ ਫੜੀ ਉਦਾਸ ਚਿੱਤ ਤੁਰੀ ਆਉਂਦੀ ਨਜ਼ਰ ਪਈ। ਬਲਜੀਤ ਦੇ ਚਾਚੇ ਦੇ ਸਿਰਫ 3 ਲੜਕੀਆਂ ਹੀ ਸਨ ਤੇ ਉਹਦੀ ਖੇਤ ਸਪਰੇਅ ਕਰਦੇ ਦੀ ਦਵਾਈ ਚੜਨ ਕਰਕੇ ਮੌਤ ਹੋ ਚੁੱਕੀ ਸੀ। ਇੱਕ ਮਾਂ ਪੁੱਤਰ ਤੇ 3 ਭੈਣਾਂ ਵੀਰ ਤੋਂ ਵਾਂਝੀਆਂ ਸਨ। ਉਹਨੇ ਆਪਣੀ ਜਠਾਣੀ ਦੇ ਪੁੱਤ ਬਲਜੀਤ ਨੂੰ ਗੋਦੀ ਚੁੱਕ ਕੇ ਖਿਡਾਇਆ ਸੀ, ਜਿਹੜਾ ਉਹਦੀ ਵੱਡੀ ਧੀ ਸੁਖਜੀਤ ਦੇ ਹਾਣ ਦਾ ਸੀ। ਬਲਜੀਤ ਨੂੰ ਜਿੱਥੇ ਆਪਣੀ ਚਾਚੀ ਤੇ ਤਰਸ ਆਇਆ ਉੱਥੇ ਆਪਣੀ ਮਾਂ ਦੇ ਸਵੇਰ ਦੇ ਕਹੇ ਬੋਲ, ਵੇਖ ਪੁੱਤ ਬਲਜੀਤ ਘਰੋਂ ਅੱਖ ਬਚਾ ਕੇ ਕਾਰ ਕੱਢੀ, ਕਿਤੇ ਤੇਰੀ ਭੈਣ ਤੇ ਬਦਸ਼ਗਨੀ ਚਾਚੀ ਦੀ ਨਿਗਾਹ ਨਾ ਪੈ ਜਾਏ। ਉਹਦੀ ਨਜ਼ਰ ਬੜੀ ਭੈੜੀ ਹੈ। ਸੀਨੇ 'ਚ ਉਭਰ ਆਏ। ਉਹ ਆਪਣੀ ਲੜਾਕੀ ਤੇ ਨਿਰਦਈ ਮਾਂ ਬਾਰੇ ਵੀ ਜਾਣਦਾ ਸੀ, ਜਿਹਦੀ ਗੁਆਂਢ 'ਚ ਕਿਸੇ ਨਾਲ ਨਹੀਂ ਸੀ ਬਣਦੀ। ਬਲਜੀਤ ਦੀਆਂ ਅੱਖਾਂ 'ਚ ਦੁੱਖ ਤੇ ਪਰਿਵਾਰਕ ਤ੍ਰਿੜਾ ਪੈ ਜਾਣ ਦੇ ਹੰਝੂ ਸਨ, ਪਰ ਉਹਨੇ ਦਿਲ ਤੇ ਪੱਥਰ ਰੱਖ ਕੇ ਆਪਣੀ ਕਾਰ ਗੁਰਨਾਮ ਕੌਰ ਦੇ ਅੱਗੇ ਲਿਆ ਕੇ ਖੜੀ ਕਰ ਦਿੱਤੀ। ਗੁਰਨਾਮ ਕੌਰ ਦੀ ਹੈਰਾਨੀ ਦੀ ਹੱਦ ਨਾ ਰਹੀ। ਇੱਕ ਪਲ ਲਈ ਉਹਨੇ ਸੋਚਿਆ ਸ਼ਾਇਦ ਬਲਜੀਤ ਉਹਨੂੰ ਅਚਾਨਕ ਮੱਥੇ ਲੱਗ ਜਾਣ ਤੇ ਬਦਸ਼ਗਨੀ ਹੋ ਜਾਣ ਸਮਝ ਕੇ ਉਹਨੂੰ ਬੁਰਾ ਭਲਾ ਕਹੇਗਾ। ਉਹਨੇ ਬਲਜੀਤ ਦੇ ਬੋਲਣ ਤੋਂ ਪਹਿਲਾਂ ਹੀ ਕਿਹਾ, ਪੁੱਤ ਮੈਥੋਂ ਗਲਤੀ ਹੋ ਗਈ, ਮੈਨੂੰ ਨਹੀਂ ਪਤਾ ਸੀ ਕਿ ਤੂੰ ਗੱਡੀ ਲੈ ਕੇ ਘਰੋਂ ਨਿਕਲ ਰਿਹਾ। ਨਹੀਂ ਚਾਚੀ ਨਹੀਂ, ਬਸ ਮੂੰਹੋਂ ਕੁਝ ਹੋਰ ਨਾ ਬੋਲੀ, ਮੈਂ ਤੇਰਾ ਮੂੰਹ ਬੋਲਿਆ ਪੁੱਤਾਂ, ਮੈਨੂੰ ਮਾਫ਼ ਕਰੀ। ਲਿਆਏ ਬਿਸਕੁਟਾਂ ਵਾਲਾ ਪੀਪਾ ਮੈਨੂੰ ਫੜਾ। ਅੱਜ ਤੋਂ ਮੈਂ ਆਪਣੀਆਂ 3 ਚਚੇਰੀਆਂ ਭੈਣਾਂ ਦੇ ਸਾਰੇ ਸ਼ਗਨ ਪੂਰੇ ਕਰਿਆ ਕਰਾਂਗਾ। ਵੇ ਨਾ ਵੇ ਪੁੱਤ, ਤੇਰੀ ਬੀਬੀ। ਗੁਰਨਾਮ ਕੌਰ ਨੇ ਅੱਖਾਂ 'ਚੋਂ ਹੰਝੂ ਘੇਰਦਿਆਂ ਕਿਹਾ, ਅੱਜ ਤੋਂ ਚਾਚੀ ਜੀ ਮੈਨੂੰ ਕੋਈ ਕੁਝ ਨਹੀਂ ਕਹੇਗਾ। ਆਖ ਕੇ ਬਲਜੀਤ ਨੇ ਕਾਰ ਸਟਾਰਟ ਕੀਤੀ ਤੇ ਗੁਰਨਾਮ ਕੌਰ ਨੂੰ ਵਿੱਚ ਬਿਠਾ ਕੇ
ਤੇ ਰਸਤੇ 'ਚ ਹੋਰ ਬਿਸਕੁਟ ਤੇ ਫਲ ਫਰੂਟ ਲੈ ਕੇ ਪਹਿਲਾਂ ਆਪਣੀਆਂ ਚਚੇਰੀਆਂ ਭੈਣਾਂ ਦੇ ਵੱਖੋ ਵੱਖਰੇ ਸਹੁਰੇ ਪਿੰਡਾਂ ਨੂੰ, ਜੋ ਕਿ ਇੱਕੋ ਪਾਸੇ ਸਨ, ਰਵਾਨਾ ਹੋ ਗਿਆ। ਜਦ ਬਲਜੀਤ ਸਿੰਘ ਗੁਰਨਾਮ ਕੌਰ ਨੂੰ ਨਾਲ ਲੈ ਕੇ ਉਹਦੀਆਂ ਕੁੜੀਆਂ ਕੋਲ ਸੰਧਾਰਾ ਲੈ ਕੇ ਗਿਆ ਤਾਂ ਉਹਨਾਂ ਦਾ ਧਰਤੀ ਤੇ ਪੈਰ ਨਹੀਂ ਲੱਗ ਰਿਹਾ ਸੀ, ਕਿਉਂਕਿ ਬਲਜੀਤ ਨੇ ਉਹਨਾਂ ਨੂੰ ਵੀਰ ਦੀ ਸਹੁੰ ਖਾਣ ਦੇ ਕਾਬਲ ਬਣਾ ਦਿੱਤਾ ਸੀ। ਬਲਜੀਤ ਜਦ ਤਿੰਨਾਂ ਭੈਣਾਂ ਨੂੰ ਵਾਪਸੀ ਤੇ 5-500 ਦੇ ਨੋਟ ਫੜਾਉਂਦਾ ਤਾਂ ਗੁਰਨਾਮ ਕੌਰ ਆਖਦੀ, ਫੜ ਲਓ ਬੇਟੀ, ਇਹ ਤੁਹਾਡਾ ਵੀਰ ਨਹੀਂ, ਤੁਹਾਡਾ ਸਾਂਝਾ ਖੂਨ ਹੈ। ਧੰਨਵਾਦ। ਅਗਲੀ ਕਹਾਣੀ ਹੈ ਸ਼ੇਰ ਦੇ ਪੁੱਤ। ਸੁਰਿੰਦਰ ਸਿੰਘ ਤੇ ਗੁਰਿੰਦਰ ਸਿੰਘ ਪਟਵਾਰੀ ਮੀਟਿੰਗ ਤੋਂ ਬਾਅਦ ਹਲਕੇ ਵਿੱਚ ਜਾਣ ਲਈ ਬੱਸ ਦੀ ਫਰੰਟ ਸੀਟ ਤੇ ਬੈਠ ਗਏ। ਬੱਸ ਚੱਲਣ ਲੱਗੀ ਤਾਂ ਉਹਨਾਂ ਦੇ ਹਲਕੇ ਵਾਲੇ ਪਿੰਡ ਦੇ 2 ਚੌਕੀਦਾਰ ਬੰਤਾ ਤੇ ਸੰਤਾ ਵੀ ਪਿਛਲੀ ਬਾਰੀ ਵਿੱਚ ਦੀ ਚੜ ਗਏ। ਦੋਵੇਂ ਪਟਵਾਰੀ ਇਕੱਠੇ ਹੀ ਬੋਲੇ, ਲੈ ਬਈ, ਉਹ ਹੋਰ ਜੱਪ ਪੈ ਗਿਆ। ਕੰਜਰ ਦੇ ਆਪਣੇ ਦੋਵੇਂ ਮੁਲਾਜ਼ਮ ਬੰਤਾ ਤੇ ਸੰਤਾ ਵੀ ਦੱਦ ਲੱਗ ਗਏ। ਉਹਨਾਂ ਦੇ ਵੀ ਟਿਕਟ ਲੈਣੇ ਪੈਣਗੇ ਤੇ ਪਿੰਡ ਜਾ ਕੇ ਪਿਆਉਣੀ ਵੀ ਪਊ। ਬੱਸ ਚੱਲ ਪਈ ਤੇ ਪਟਵਾਰੀ ਜੱਟਾਂ ਦੇ ਕੰਮ ਕਰਨ ਲਈ ਆਪਸ ਵਿੱਚ ਗੁਫ਼ਤਗੂ ਕਰਨ ਲੱਗ ਪਏ। ਜਦ ਕੰਡਕਟਰ ਉਹਨਾਂ ਕੋਲ ਆਇਆ ਤਾਂ ਸੁਰਿੰਦਰ ਜੇਬ 'ਚੋਂ ਪੈਸੇ ਕੱਢ ਕੇ ਕਹਿਣ ਲੱਗਾ, 4 ਟਿਕਟਾਂ ਭਿੰਡਰਾਂ ਦੀਆਂ। ਅਚਾਨਕ ਪਿੱਛੋਂ ਆਵਾਜ਼ ਆਈ, ਪਟਵਾਰੀ ਸਾਹਿਬ ਨਾ ਕਟਵਾਇਓ ਟਿਕਟਾਂ, ਅਸੀਂ ਕਟਵਾ ਲਈਆਂ ਨੇ 4 ਦੀਆਂ। ਬੰਤਾ ਹੱਥ ਵਿੱਚ ਫੜੀਆਂ ਟਿਕਟਾਂ ਵਿਖਾ ਕੇ ਪਟਵਾਰੀਆਂ ਨੂੰ ਬੋਲ ਰਿਹਾ ਸੀ। ਜਦੋਂ ਪਿੰਡ ਦਫ਼ਤਰ ਜਾਣ ਲੱਗੇ ਤਾਂ ਸੁਰਿੰਦਰ ਨੇ ਗੁਰਿੰਦਰ ਨੂੰ ਕਿਹਾ, ਵੀ ਮੇਰੇ ਕੋਲ ਤਾਂ ਅੱਜ ਕੁਝ ਹੈ ਨਹੀਂ, ਮੁਲਾਜ਼ਮ ਘੁੱਟ ਪੀਣ ਲਈ ਲਾਲਾਂ ਸੁੱਟਣਗੇ, ਤੂੰ ਫੜਾ ਇਹਨਾਂ ਨੂੰ 150 ਵੱਢ ਫਾਹਾ ਪਰੇ। ਗਜਿੰਦਰ ਕਹਿਣ ਲੱਗਾ, ਯਾਰ ਤੂੰ ਹੀ ਗਜਾਏ ਹੈ, ਹੁਣ ਤੂੰ ਹੀ ਨਿਬੜ। ਇੰਨੇ ਚਿਰ ਨੂੰ ਦੋਵੇਂ ਮੁਲਾਜ਼ਮ ਵੀ ਦਫ਼ਤਰ ਪਹੁੰਚ ਗਏ ਤੇ ਕਹਿਣ ਲੱਗੇ, ਪਟਵਾਰੀ ਸਾਹਿਬ, ਅਸੀਂ ਰਾਇਲ ਸਟੈਗ ਦੀ ਸ਼ੀਸ਼ੀ ਤੇ ਫਰਾਈ ਮੀਟ ਲੈ ਆਏ ਹਾਂ। ਅੱਜ 5 ਮਹੀਨਿਆਂ ਦੀ ਇਕੱਠੀ ਤਨਖਾਹ ਮਿਲੀ ਸੀ। ਰੱਖੋ ਕਿਤਾਬਾਂ ਅਲਮਾਰੀ 'ਚ ਤੇ ਰਚਾਓ ਰੰਗਲੀ ਮਹਿਫਿਲ। ਹੁਣ ਦੋਨਾਂ ਪਟਵਾਰੀਆਂ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਬੰਤਾ ਤੇ ਸੰਤਾ ਸ਼ੇਰ ਦੇ ਪੁੱਤ ਪਟਵਾਰੀ ਹੋਣ ਤੇ ਉਹ ਚੌਕੀਦਾਰ। ਧੰਨਵਾਦ। ਅਗਲੀ ਕਹਾਣੀ ਹੈ ਕਿੱਡਾ ਕੁਸੀ। ਅੱਜ ਤੜਕੇ ਜਦ ਗੁਰਬਾਣੀ ਸੁਣਨ ਲਈ ਟੀਵੀ ਔਨ ਕੀਤਾ ਤਾਂ ਆਜ ਤੱਕ ਚੈਨਲ ਤੇ ਖਬਰਾਂ ਚੱਲ ਰਹੀਆਂ ਸਨ। ਇੱਕ ਖਬਰ ਬਾਰ-ਬਾਰ ਸੁਣਾਈ ਜਾ ਰਹੀ ਸੀ ਕਿ ਕਰਨਾਟਕ ਦਾ ਚੰਦਨ ਦੀ ਲੱਕੜੀ ਦਾ ਸਮਗਲਰ ਤੇ ਖੂੰਖਾਰ ਡਾਕੂ ਵੀਰੱਪਨ ਪੁਲਿਸ ਦੇ ਭਿਆਨਕ ਮੁਕਾਬਲੇ 'ਚ ਮਾਰਿਆ ਗਿਆ। ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਲੁੱਟ ਦੇ ਪੈਸੇ ਨਾਲ ਗਰੀਬਾਂ ਦੀ ਰੋਟੀ ਪਾਣੀ, ਲੀੜੇ ਕੱਪੜੇ ਦੀ ਮਦਦ ਕਰਨ ਵਾਲਾ ਪੰਜਾਬ ਦੇ ਜੱਗੇ ਡਾਕੂ ਦੀ ਤਰਜ਼ ਤੇ ਬਣੇ ਡਾਕੂ ਨੂੰ ਕੌਣ ਮਾਰ ਸਕਦਾ। ਪਰ ਇਹ ਖਬਰ ਖਾਸ ਹੋਣ ਕਰਕੇ ਮੈਂ ਹੋਰ ਲੋਕਾਂ ਨੂੰ ਦੱਸਣ ਲਈ ਬਾਹਰ ਨਿਕਲਿਆ। ਮੇਰਾ ਪੇਟ ਆਫਰ ਰਿਹਾ ਸੀ ਕਿ ਖਬਰ ਸਵੇਰ ਦੀ ਸੈਰ ਲਈ ਜਾਂਦੇ ਪੜ੍ਹੇ ਲਿਖੇ ਲੋਕਾਂ ਨੂੰ ਦੱਸਾਂ, ਪਰ ਕੋਈ ਪੜ੍ਹਿਆ ਲਿਖਿਆ ਬੰਦਾ ਮੇਰੇ ਨਜ਼ਰ ਨਾ ਪਿਆ। ਅਚਾਨਕ ਸਾਡਾ ਗੁਆਂਢੀ ਤੇਜੂ ਬਾਹਰੋਂ ਜੰਗਲ ਪਾਣੀ ਜਾ ਕੇ ਆਉਂਦਾ ਮੈਨੂੰ ਦਿਸਿਆ। ਮੈਂ ਉਹਨੂੰ ਰੋਕ ਕੇ ਆਪਣਾ ਢਿੱਡ ਹੌਲਾ ਕਰਨ ਲਈ ਕਿਹਾ, ਬਈ ਤੇਜਾ ਸਿਆਂ, ਅੱਜ ਵੀਰੱਪਨ ਮਾਰਤਾ ਹੈ? ਓਏ ਸ਼ਾਬਾਸ਼ੇ, ਲੈ ਗਿਆ ਤੂੰ ਤਾਂ ਲੰਬਰ, ਕਿੱਡਾ ਕੁ ਸੀ ਬਈ, ਆਖ ਕੇ ਆਪਣੇ ਘਰ ਵੜ ਗਿਆ। ਦਰਅਸਲ ਤੇਜੂ ਨੇ ਸਮਝਿਆ ਸੀ ਕਿ ਅੱਜ ਪਤੰਗ ਨੇ ਕੋਈ ਸੱਪ ਸਪੋਲੀਆ ਮਾਰ ਦਿੱਤਾ ਹੋਣਾ, ਹੋਰ ਇਹਨੇ ਕੀ ਸ਼ੇਰ ਮਾਰਨਾ ਹੈ। ਧੰਨਵਾਦ। ਅਗਲੀ ਕਹਾਣੀ ਸਿਫਾਰਿਸ਼। 12ਵੀਂ ਦੇ ਸਾਲਾਨਾ ਪੇਪਰ ਹੋ ਰਹੇ ਸਨ। ਮਾਸਟਰ ਹਰਜੀਤ ਸਿੰਘ ਦੀ ਸੁਪਰਵਾਈਜ਼ਰ ਵਜੋਂ ਡਿਊਟੀ ਲੱਗੀ ਸੀ। ਅੱਜ ਅੰਗਰੇਜ਼ੀ ਦਾ ਪੇਪਰ ਸੀ ਤੇ ਨਕਲ ਮਰਵਾਉਣ ਤੇ ਪਰਚੀਆਂ ਫੜਾਉਣ ਵਾਲਿਆਂ ਨੇ ਗੇਟ ਤੋਂ ਬਾਹਰ ਕੜਮੱਸ ਪਾਇਆ ਹੋਇਆ ਸੀ। ਵਿਦਿਆਰਥੀ ਹਾਲ 'ਚ ਬੈਠ ਗਏ ਸਨ। ਇੱਕ ਨੀਲੀ ਦਸਤਾਰ ਵਾਲਾ ਸੱਜਣ ਹਰਜੀਤ ਸਿੰਘ ਨੂੰ ਦੱਬਵੀਂ ਆਵਾਜ਼ 'ਚ ਕਹਿਣ ਲੱਗਾ, ਮਾਸਟਰ ਜੀ, ਇੱਥੇ ਸੰਤ ਬਗੀਚਾ ਸਿੰਘ 13ਵੀਂ ਵਾਲਿਆਂ ਦੀ ਪੋਤੀ ਪੇਪਰ ਦੇ ਰਹੀ ਹੈ, ਜ਼ਰਾ ਖਿਆਲ ਰੱਖਣਾ। ਹਰਜੀਤ ਸਿੰਘ ਕਹਿਣ ਲੱਗਾ, ਤੁਸੀਂ ਇਸ਼ਾਰਾ ਕਰਕੇ ਲੜਕੀ ਨੂੰ ਖੜੀ ਹੋਣ ਲਈ ਕਹੋ ਤਾਂ ਕਿ ਮੈਨੂੰ ਪਤਾ ਲੱਗ ਸਕੇ। ਲੜਕੀ ਖੜੀ ਹੋ ਗਈ ਤੇ ਪਛਾਣ ਕਰ ਲਈ ਗਈ। 5 ਮਿੰਟ ਬਾਅਦ ਇੱਕ ਹੋਰ ਚਿੱਟ ਕੱਪੜੀਆ ਬਜ਼ੁਰਗ ਆਇਆ ਤੇ ਕਹਿਣ ਲੱਗਾ, ਮਾਸਟਰ ਜੀ, ਇੱਥੇ ਸੰਤ ਬਗੀਚਾ ਸਿੰਘ ਦੀ ਪੋਤੀ ਪੇਪਰ ਦੇ ਰਹੀ ਹੈ, ਧਿਆਨ ਰੱਖਣਾ। ਜਦ ਲੜਕੀ ਖੜੀ ਹੋਈ ਤਾਂ ਇਹ ਲੜਕੀ ਹੋਰ ਸੀ ਤੇ ਪਹਿਲਾਂ ਵਾਲੀ ਹੋਰ। ਅਚਾਨਕ ਹਰਜੀਤ ਸਿੰਘ ਦਾ ਫੋਨ ਖੜਕਿਆ। ਅੱਗੋਂ ਆਵਾਜ਼ ਆਈ, ਮਾਸਟਰ ਜੀ, ਤੁਹਾਡੇ ਕੋਲ ਸੰਤ ਬਗੀਚਾ ਸਿੰਘ ਦੀ ਪੋਤੀ ਪੇਪਰ ਦੇ ਰਹੀ ਹੈ, ਰੋਲ ਨੰਬਰ ਨੋਟ ਕਰ ਲਓ। ਹਰਜੀਤ ਸਿੰਘ ਨੇ ਰੋਲ ਨੰਬਰ ਨੋਟ ਕਰ ਲਿਆ। ਜਦ ਉਕਤ ਰੋਲ ਨੰਬਰ ਵਾਲੀ ਕੁੜੀ ਵੇਖੀ ਤਾਂ ਉਹ ਹੋਰ ਸੀ। ਹਰਜੀਤ ਸਿੰਘ ਅਜੇ ਛਸ਼ੋ ਪੰਜ ਵਿੱਚ ਹੀ ਸੀ ਕਿ ਸੰਤ ਬਗੀਚਾ ਸਿੰਘ ਆਪ ਖੁਦ ਅੰਦਰ ਆਇਆ ਤੇ ਉਹਨੂੰ ਬਾਹਰ ਬੁਲਾ ਕੇ ਕਿਹਾ, ਕਾਕਾ, ਇੱਥੇ ਮੇਰੀ ਪੋਤੀ ਪੇਪਰ ਦੇ ਰਹੀ ਹੈ, ਧਿਆਨ ਰੱਖਣਾ। ਜਦ ਕੁੜੀ ਨੂੰ ਪਹਿਚਾਣ ਲਈ ਖੜਾ ਕੀਤਾ ਤਾਂ ਇਹ ਲੜਕੀ ਹੋਰ ਸੀ ਤੇ ਪਹਿਲਾਂ ਵਾਲੀਆਂ ਹੋਰ। ਹਰਜੀਤ ਸਿੰਘ ਕਹਿਣ ਲੱਗਾ, ਬਾਬਾ ਜੀ, ਇਹ ਸਾਰੀਆਂ ਲੜਕੀਆਂ ਹੀ ਤੁਹਾਡੀਆਂ ਪੋਤੀਆਂ ਨਜ਼ਰ ਆ ਰਹੀਆਂ ਹਨ, ਜ਼ਰੂਰ ਖਿਆਲ ਰੱਖਾਂਗਾ। ਹਰਜੀਤ ਸਿੰਘ ਹੈਰਾਨ ਸੀ ਕਿ ਲੋਕ ਆਪਣੇ
ਅਕਾਵਾਂ ਦਾ ਨਾਮ ਲੈ ਕੇ ਕਿਵੇਂ ਕੰਮ ਕੱਢ ਲੈਂਦੇ ਹਨ। ਉਹਨੇ ਬਾਬਾ ਜੀ ਦੇ ਚਰਨੀ ਹੱਥ ਲਾਏ ਤੇ ਹਾਲ ਅੰਦਰ ਚਲਾ ਗਿਆ। ਰਿਜ਼ਲਟ ਆਇਆ ਤਾਂ ਬਾਬੇ ਦੀਆਂ ਸਾਰੀਆਂ ਪੋਤੀਆਂ ਫੇਲ ਸਨ। ਧੰਨਵਾਦ। ਅਗਲੀ ਕਹਾਣੀ ਹੈ 16 ਸਾਲ ਬਾਅਦ। ਕੱਦੂ ਭੰਨਾ ਦਾ ਟੀਟੂ ਜਦੋਂ ਦਾ ਕਾਲਜ ਪੜ੍ਹਨ ਲੱਗਿਆ ਸੀ, ਉਹਨੇ ਕਾਲਜ ਬੱਸਾਂ ਤੇ ਪਿੰਡ ਵਿੱਚ ਅੱਤ ਮਚਾਈ ਹੋਈ ਸੀ। ਕੰਨਾਂ 'ਚ ਮੁਰਕੀਆਂ, ਗਲ 'ਚ ਤਵੀਤ, ਸਿਰ ਤੇ ਬਾਂਦਰ ਟਾਈਪ ਟੋਪੀ, ਕੰਨਪੱਟੀ ਤੇ ਮੋਬਾਈਲ ਤੇ ਫੈਂਸੀ ਪੀਕੇ ਬੱਸ ਵਿੱਚ ਸਵਾਰ ਲੜਕੀਆਂ ਦਾ ਜੀਣਾ ਹਰਾਮ ਕਰ ਦਿੰਦਾ। ਹਰ ਪਰਾਈ ਲੜਕੀ ਉਹਨੂੰ ਮਾਸ਼ੂਕ ਦਿਸਦੀ। ਉਹ ਅਕਸਰ ਸਾਥੀਆਂ ਨੂੰ ਆਖਦਾ ਹੁੰਦਾ ਸੀ, ਕੁੜੀ ਘਰ ਦੀ ਦਹਿਲੀਜ਼ ਅੰਦਰ ਧੀ ਭੈਣ ਹੋ ਸਕਦੀ ਹੈ, ਪਰ ਘਰ ਤੋਂ ਬਾਹਰ ਉਹ ਕੁੜੀ ਹੀ ਹੁੰਦੀ ਹੈ। ਪਿਛਲੇ ਸਾਲ ਉਹਦੇ ਮਾਪਿਆਂ ਨੇ ਉਹਦੇ ਭੈੜੇ ਤੌਰ ਤਰੀਕੇ ਵੇਖ ਕੇ ਉਹਨੂੰ ਕਾਲਜੋਂ ਹਟਾ ਕੇ ਉਹਦਾ ਵਿਆਹ ਕਰ ਦਿੱਤਾ ਸੀ। ਵਿਆਹ ਤੋਂ ਬਾਅਦ ਵੀ ਉਹਦੀਆਂ ਹਰਕਤਾਂ 'ਚ ਕੋਈ ਫਰਕ ਨਹੀਂ ਆਇਆ ਸੀ। ਪਰ ਅੱਜ ਬੱਸ ਵਿੱਚ ਉਹਨੂੰ ਜਾਣਨ ਵਾਲੇ ਵੇਖ ਕੇ ਹੈਰਾਨ ਰਹਿ ਗਏ ਕਿ ਅੱਜ ਭੇਡਾਂ ਨੂੰ ਵੀ ਜ਼ੁਕਾਮ ਹੋ ਗਿਆ। ਨਾ ਟੀਟੂ ਦੇ ਕੰਨਾਂ 'ਚ ਮੁਰਕੀਆਂ, ਨਾ ਗਲ 'ਚ ਤਵੀਤ, ਤੇ ਸਾਦੇ ਕੱਪੜਿਆਂ 'ਚ ਆਪਣੀ ਸੀਟ ਤੇ ਸ਼ਰੀਫ ਬਣਿਆ ਬੈਠਾ ਸੀ। ਜਿਨ੍ਹਾਂ ਕੁੜੀਆਂ ਨੂੰ ਅੱਖਾਂ ਪੜ ਪੜ ਕੇ ਵੇਖਦਾ ਹੁੰਦਾ ਸੀ, ਅੱਜ ਭੈਣ ਜੀ ਆ ਕੇ ਸੀਟ ਛੱਡ ਕੇ ਖੜਾ ਹੋ ਜਾਂਦਾ। ਜਦ ਇੱਕ ਦਿਨ ਲੋਕਾਂ ਨੇ ਬੱਸ ਦੇ ਕੰਡਕਟਰ ਨੂੰ, ਜਿਹੜਾ ਉਹਦੇ ਪਿੰਡ ਦਾ ਸੀ, ਪੁੱਛਿਆ ਕਿ ਇਹ ਮੁੰਡਾ ਐਡੀ ਛੇਤੀ ਕਿਵੇਂ ਬਦਲ ਗਿਆ, ਤਾਂ ਕੰਡਕਟਰ ਨੇ ਦੱਸਿਆ ਕਿ ਦਰਅਸਲ ਪਿਛਲੇ ਸਾਲ ਇਹਦਾ ਵਿਆਹ ਹੋ ਗਿਆ ਸੀ ਤੇ ਮਹੀਨਾ ਕੁ ਹੋਇਆ ਇਹਦੇ ਘਰ ਲੜਕੀ ਪੈਦਾ ਹੋ ਗਈ ਹੈ। ਜਦ ਲੋਕਾਂ ਨੇ ਕਿਹਾ ਕਿ ਲੜਕੀ ਪੈਦਾ ਹੋਣ ਦਾ ਭਾਵ, ਤਾਂ ਕੰਡਕਟਰ ਨੇ ਕਿਹਾ ਕਿ ਹੁਣ ਇਹਦੀ ਇਹੀ ਲੜਕੀ ਇਹਨੂੰ ਸ਼ਾਇਦ ਆਉਣ ਵਾਲੇ 16-17 ਸਾਲਾਂ ਨੂੰ ਇੱਕ ਕਾਲਜ ਵਿਦਿਆਰਥਣ ਦੇ ਰੂਪ 'ਚ ਕਾਲਜ ਦੇ ਅਵਾਰਾ ਮੁੰਡਿਆਂ ਤੋਂ ਆਪਣਾ ਅੰਚਲ ਬਚਾਉਂਦੀ ਨਜ਼ਰ ਆਉਂਦੀ ਹੋਏਗੀ। ਧੰਨਵਾਦ। ਅਗਲੀ ਕਹਾਣੀ ਹੈ ਬਦਲਾ। ਦੋ ਸੱਪ ਵੀਹੀ ਦੇ ਨਾਲੇ ਚੋਂ ਨਿਕਲ ਕੇ ਜੀਤੇ ਦੇ ਘਰ ਵੜ ਗਏ। ਜੀਤੇ ਨੇ ਫੁਰਤੀ ਨਾਲ ਇੱਕ ਵੱਡੇ ਸੱਪ ਨੂੰ ਚਿੱਤ ਕਰ ਦਿੱਤਾ ਤੇ ਦੂਜਾ ਪਤਲਾ ਤੇ ਫੁਰਤੀਲਾ ਪਾਥੀਆਂ, ਲੱਕੜਾਂ ਤੇ ਕੁੱਜਿਆਂ ਬੱਠਲਿਆਂ ਵਿੱਚ ਦੀ ਕਚਾਨੀਆਂ ਮਾਰਦਾ ਲੋਪ ਹੋ ਗਿਆ। ਜੀਤੇ ਨੇ ਇੱਕ ਸੱਪ ਮਾਰ ਤਾਂ ਦਿੱਤਾ, ਪਰ ਉਹਦੇ ਆਂਢ ਗੁਆਂਢ ਦੇ ਲੋਕਾਂ ਨੇ ਉਹਦਾ ਇਹ ਕਹਿ ਕੇ ਖੂਨ ਸੁਕਾਤਾ ਕਿ ਬਈ ਇਹ ਜੋ ਤੂੰ ਸੱਪ ਮਾਰਿਆ ਇਹ ਸੱਪਣੀ ਭਾਵ ਨਾਗਣ ਸੀ। ਜੋ ਬਚ ਕੇ ਨਿਕਲ ਗਿਆ ਉਹ ਸੀ ਨਾਗ। ਹੁਣ ਇਹ ਨਾਗ ਤੈਥੋਂ ਬਦਲਾ ਜ਼ਰੂਰ ਲਏਗਾ। ਉਹ ਵੀ ਅੱਜ ਰਾਤ ਨੂੰ। ਜੀਤਾ ਸਾਰੀ ਰਾਤ ਡਾਂਗ ਲੈ ਕੇ ਬੈਠਾ ਰਿਹਾ, ਪਰ ਸੱਪ ਨਾ ਆਇਆ। ਜੀਤੇ ਨੇ ਸਵੇਰੇ ਰਾਤ ਵਾਲੀ ਸਾਰੀ ਕਹਾਣੀ ਕਾਮਰੇਡ ਧਰਮ ਸਿੰਘ ਨੂੰ ਦੱਸੀ। ਕਾਮਰੇਡ ਹੱਸ ਕੇ ਕਹਿਣ ਲੱਗਾ, ਓਏ ਜੀਤਿਆ, ਜਿਹੜਾ ਸੱਪ ਤੂੰ ਮਾਰਿਆ ਉਹ ਤਾਂ ਚੂਹੇ ਡੱਡੂ ਖਾਣ ਵਾਲਾ ਸੀ। ਉਹ ਇਹਦਾ ਬਦਲਾ ਸਵਾਹ ਲੈਣਾ ਹੈ ਕਿਸੇ ਸੱਪ ਨੇ? ਬਦਲਾ ਤਾਂ ਕੋਬਰੇ, ਕਾਲੇ ਸ਼ਾਹ, ਛੱਜਲੀ ਵਾਲੇ ਨਾਗ ਲੈਂਦੇ ਆ। ਜੀਤੇ ਨੇ ਭਲਾ ਕਦੋਂ ਵੇਖੇ ਸੀ ਨਾਗ? ਉਹ ਕਹਿਣ ਲੱਗਾ, ਉਹ ਕਿਵੇਂ? ਤਾਂ ਕਾਮਰੇਡ ਕਹਿਣ ਲੱਗਾ, ਬਈ ਉਹ ਇਉਂ ਜਿਵੇਂ ਸਾਡੇ ਲੀਡਰ ਸੱਤਾ ਵਿੱਚ ਹੁੰਦੇ ਆ ਤਾਂ ਕਿਵੇਂ ਇੱਕ ਦੂਜੇ ਤੋਂ ਗਿਣ ਬਦਲੇ ਲੈਂਦੇ ਆ। ਉਹਨਾਂ ਦੇ ਚੇਲੇ ਚਮਚੇ ਚੂਹੇ ਖਾਣੇ ਸੱਪ ਲੋਕਾਂ ਨੂੰ ਡੰਗਦੇ ਆ ਤੇ ਪਾਣੀ ਵੀ ਨਹੀਂ ਪੀਣ ਦਿੰਦੇ। ਬਚ ਕੇ ਰਿਹਾ ਕਰ ਇਹਨਾਂ ਕੋਬਰੇ ਸੱਪਾਂ ਤੋਂ। ਧੰਨਵਾਦ। ਅਗਲੀ ਕਹਾਣੀ ਹੈ ਫੈਸਲਾ ਬਦਲ ਗਿਆ। ਪਿੰਡ ਦੀ ਦਾਣਾ ਮੰਡੀ 'ਚੋਂ ਰਾਤ ਦੇ 10 ਵਜੇ ਬਸਤੀ ਦੇ 4 ਬੰਦੇ ਜੱਟਾਂ ਦੇ ਪੁੱਤਾਂ ਤੋਂ ਪਿਆਰੀ ਕਣਕ ਦੀਆਂ ਬੋਰੀਆਂ ਚੁੱਕਦੇ ਜੱਟਾਂ ਨੇ ਰੰਗੇ ਹੱਥੀਂ ਫੜ ਲਏ। ਮੰਡੀ 'ਚ ਰੌਲਾ ਪੈ ਗਿਆ ਤੇ ਸਾਰੇ ਕਿਸਾਨ ਇਕੱਠੇ ਹੋ ਗਏ। ਕਿਸੇ ਨੇ ਕਿਹਾ, ਇਹਨਾਂ ਨੂੰ ਇੱਥੇ ਜੂਤ ਪਤਾਣ ਕਰਕੇ ਛੱਡ ਦਿਓ। ਜੇ ਥਾਣੇ ਫੜਾਤੇ ਤਾਂ ਇਹਨਾਂ ਨੂੰ ਛਡਾਉਣ ਵਾਲੇ ਪਹਿਲਾਂ ਹੀ ਪਹੁੰਚ ਜਾਣਗੇ। ਕੋਈ ਕਹਿੰਦਾ, ਹੁਣ ਇਹਨਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਧਰਮਸ਼ਾਲਾ 'ਚ ਬੰਦ ਕਰ ਦਿਓ ਤੇ ਸਵੇਰੇ ਸਾਰੇ ਪਿੰਡ 'ਚ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਗੇੜਾ ਦਿਓ। ਪਰ ਅਖੀਰ ਫੈਸਲਾ ਹੋਇਆ ਕਿ ਕਾਨੂੰਨ ਮੁਤਾਬਕ ਇਹਨਾਂ ਨੂੰ ਥਾਣੇ ਹੀ ਫੜਾਇਆ ਜਾਵੇ। ਰਾਤ ਦੇ 12 ਵਜੇ ਮੁਨਸ਼ੀ ਦਾ ਮਿੰਨਤ ਤਰਲਾ ਕਰਕੇ ਤੇ ਕੁਝ ਦਾਨ ਦਕਸ਼ਨਾ ਦੇ ਕੇ ਰਿਪੋਰਟ ਲਿਖਵਾ ਦਿੱਤੀ। ਸਵੇਰੇ ਪੁਲਿਸ ਆਈ ਤੇ ਚੋਰਾਂ ਨੂੰ ਫੜ ਕੇ ਥਾਣੇ ਲੈ ਗਈ। ਚੋਰਾਂ ਦੇ ਵਾਰਸਾਂ ਨੇ ਪਿੰਡ ਦੇ ਸਰਪੰਚ ਜਾਮਨ ਸਿੰਘ ਨੂੰ, ਜੋ ਕਿ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਸੀ, ਨੂੰ ਥਾਣੇ ਟੈਲੀਫੋਨ ਕਰਕੇ ਛੁਡਾਉਣ ਦੀ ਬੇਨਤੀ ਕੀਤੀ ਤੇ ਸਰਪੰਚੀ ਵੇਲੇ ਨਜਾਇਜ਼ ਵੋਟਾਂ ਭੁਗਤਾਉਣ ਬਾਰੇ ਵੀ ਚੇਤਾ ਕਰਵਾਇਆ। ਜਦ ਸਰਪੰਚ ਨੇ ਥਾਣੇ ਟੈਲੀਫੋਨ ਕੀਤਾ ਤਾਂ ਅੱਗੋਂ ਥਾਣੇਦਾਰ ਕਿੱਕਰ ਸਿੰਘ ਨੇ ਦੱਸਿਆ ਕਿ ਸਰਪੰਚ ਸਾਹਿਬ ਜੀ, ਆ ਮੁਰਜਮਾਂ ਨੂੰ ਛੁਡਾਉਣ ਵਾਸਤੇ ਤਾਂ ਜਥੇਦਾਰ ਬੋੜ ਸਿੰਘ ਦਾ ਵੀ 36 ਵਾਰ ਫੋਨ ਆ ਚੁੱਕਾ ਹੈ ਕਿ ਇਹ ਸਾਡੇ ਬੰਦੇ ਆ, ਕਿਤੇ ਕੁੱਟ ਮਾਰ ਨਾ ਕਰ ਬੈਠਿਓ। ਤੇ ਨਾਲੇ ਬਾਈ ਜੀ, ਮੇਰੇ ਕੋਲ ਤੁਹਾਡਾ ਸਾਬਕਾ ਸਰਪੰਚ ਪਿੱਪਲ ਸਿੰਘ ਵੀ ਆਇਆ ਬੈਠਾ ਕਿ ਇਹਨਾਂ ਨੂੰ ਛੇਤੀ ਛੱਡੋ, ਇਹ ਮੇਰੇ ਬੰਦੇ ਆ। ਜੱਟ ਤਾਂ ਐਵੇਂ ਗਲਤ ਰਿਪੋਰਟ ਲਿਖਾ ਗਏ। ਹੁਣ ਥਾਣੇਦਾਰ ਕਿੱਕਰ ਸਿੰਘ 2 ਪੁੜਾਂ ਦੇ ਵਿਚਾਲੇ ਪਿਸ ਰਿਹਾ ਸੀ। ਅੱਛਾ, ਇਹ ਗੱਲ ਹੈ, ਮੈਂ ਵੀ ਤਾਂ ਆਖਾਂ। ਹੁਣ ਜਨਾਬ ਤੁਸੀਂ ਇਉਂ ਕਰੋ,
ਇਹਨਾਂ ਚਾਰਾਂ ਨੂੰ ਚੰਗੀ ਤਰ੍ਹਾਂ ਦੁੜੰਬਰੀ ਲਾ ਕੇ ਘੋਟਣਾ ਲਾਓ। ਛੱਡਣ ਛਡਾਉਣ ਦੀ ਗੱਲ ਭੁੱਲ ਜਾਓ। ਮੇਰੀ ਇੱਜ਼ਤ ਦਾ ਸਵਾਲ ਹੈ। ਹਾਂ, ਉਹ ਚੀਜ਼ ਪਹੁੰਚ ਗਈ ਸੀ ਕਿ ਹੋਰ ਭੇਜਾਂ? 4 ਬੋਰੀਆਂ ਕੱਲ੍ਹ ਹੀ ਆਈਆਂ ਰਾਜਸਥਾਨ ਤੋਂ। ਨਾਲੇ ਚੌਕੀਦਾਰ ਜੰਡ ਸਿੰਘ ਨੂੰ ਭੇਜ ਰਿਹਾ ਮਹੀਨਾ ਦੇ ਕੇ। ਇੰਨੀ ਆਖ ਕੇ ਸਰਪੰਚ ਨੇ ਫੋਨ ਕੱਟ ਦਿੱਤਾ। ਅਗਲੀ ਕਹਾਣੀ ਹੈ ਮੁੰਡਾ ਖੁੰਡਾ। ਤੋਤਾ ਸਿੰਘ ਮੱਖੀ ਚੂਸਾਂ ਦਾ ਦੁਕਾਨ ਤੇ ਖੜਾ ਸੀ ਤੇ ਉਹਦੇ ਪੈਰ ਤੇ ਘਰਵਾਲੀ ਦੀ ਕੁੜਤੀ ਪਾੜ ਕੇ ਲੀਰਾਂ ਬੰਨੀਆਂ ਹੋਈਆਂ ਸੀ। ਉੱਥੇ ਹੀ ਫੌਜੀ ਮੰਗਲ ਸਿੰਘ ਬਦਾਮ ਆਦ ਲੈਣ ਆ ਗਿਆ। ਫੌਜੀ ਦੀ ਟੌਰ ਕੱਢੀ ਵੇਖ ਕੇ ਤੋਤਾ ਰਾਜੂ ਦੁਕਾਨਦਾਰ ਨੂੰ ਕਹਿਣ ਲੱਗਾ, ਲੈ ਵੇਖ ਲਾ ਰਾਜੂ, ਇਹ ਫੌਜੀ ਸਾਹਿਬ ਮੈਥੋਂ 20 ਸਾਲ ਵੱਡਾ ਹੈ। 17 ਸਾਲਾਂ ਦਾ ਮੈਂ ਲੱਗਦਾ, ਬੁੱਢਾ ਤੇ ਇਹ ਪਿਆ ਅਜੇ ਮੁੰਡਾ ਖੁੰਡਾ ਜਿਹਾ, ਭਾਵੇਂ ਦੁਬਾਰਾ ਭਰਤੀ ਹੋ ਜੇ। ਤੋਤੇ ਨੇ ਰਾਜੂ ਤੋਂ 5 ਰੁਪਏ ਦੀ ਮੂੰਗਫਲੀ ਤੇ 2 ਰੁਪਏ ਦਾ ਡਾਲਡਾ ਘਿਓ ਲੈਂਦੇ ਕਿਹਾ। ਤੋਤੇ ਦੀ ਗੱਲ ਸੁਣ ਕੇ ਫੌਜੀ ਬੋਲਿਆ, ਓਏ ਭਤੀਜ, ਆ ਤੇਰੇ ਪੈਰ ਤੇ ਕਿਵੇਂ ਸੱਟ ਲੱਗੀ? ਦੱਸ ਖਾਂ ਭਲਾ। ਉਹ ਤਾਇਆ, ਮੈਂ ਤਾਂ ਤੇਰੀ ਕਾਲੀ ਦਾੜੀ ਤੇ ਚੁਸਤ ਸਰੀਰ ਵੇਖ ਕੇ ਕਿਹਾ ਸੀ, ਪਰ ਮੇਰੀ ਸੱਟ ਨਾਲ ਤੇਰੀ ਉਮਰ ਦਾ ਕੀ ਸੰਬੰਧ? ਪਰ ਇਹ ਤਾਂ ਮੈਂ ਆਪਣੇ ਸਬਾਤ 'ਚ ਮੰਜੇ ਤੇ ਪਿਆ ਸੀ ਕਿ ਅਚਾਨਕ ਛੱਤ ਦਾ ਬਾਲਾ ਟੁੱਟ ਗਿਆ ਤੇ ਪੈਰ ਤੇ ਸੱਟ ਲੱਗ ਗਈ। ਬਸ ਪੁੱਤਰਾ, ਇਹੀ ਫਰਕ ਹੈ ਤੇਰੇ ਤੇ ਮੇਰੇ 'ਚ। ਤੂੰ ਖਾਂਦਾ ਮੂੰਗਫਲੀ ਤੇ ਡਾਲਡਾ ਤੇ ਮੈਂ ਖਾਂਦਾ ਪਿਸਤਾ ਬਦਾਮ। ਤੂੰ ਡਾਕਟਰ ਤੋਂ ਪੱਟੀ ਕਰਾਉਣ ਦੀ ਥਾਂ ਪੈਰ ਤੇ ਲੀਰਾ ਬੰਨੀ ਫਿਰਦਾ ਹੈ। ਜੇ ਮਕਾਨ ਨੂੰ ਲਿੱਪੀ ਪੋਚੀ ਤੇ ਰੰਗ ਰੋਗਨ ਕਰੀ ਰੱਖੀਏ, ਲੋਕਾਂ ਨੂੰ ਚੰਗਾ ਲੱਗਦਾ ਹੈ ਤੇ ਡਿੱਗਦਾ ਵੀ ਨਹੀਂ। ਇਹੀ ਹਾਲ ਸਰੀਰ ਦਾ ਹੈ। ਮੈਂ 150 ਦੀ ਡਾਈ ਕੀਤੀ ਹੈ ਤੇ 2 ਕਿਲੋ ਬਦਾਮ ਲੈ ਕੇ ਚੱਲਿਆ। ਮੁੰਡਾ ਤਾਂ ਆਪੇ ਹੀ ਲੱਗਣਾ ਹੋਇਆ। ਧੰਨਵਾਦ। ਅਗਲੀ ਕਹਾਣੀ ਹੈ ਬਾਬੇ ਦੇ ਲੈਂਸ। ਪਿੰਡ ਵਿੱਚ ਗਿੱਲ ਕਲੱਬ ਵੱਲੋਂ ਅੱਖਾਂ ਦਾ ਮੁਫਤ ਕੈਂਪ ਲੱਗਾ ਹੋਇਆ ਸੀ। ਦੂਰ ਨੇੜਿਓਂ ਲੋੜਵੰਦ ਲੋਕ ਅੱਖਾਂ ਵਿਖਾਉਣ ਆ ਰਹੇ ਸਨ। ਅੱਖਾਂ 'ਚ ਲੈਂਸ ਮੁਫਤ ਪਾਏ ਜਾਣੇ ਸਨ ਤੇ ਐਨਕਾਂ ਵੀ ਮੁਫਤ ਮਿਲਣੀਆਂ ਸਨ। ਇੱਕ ਬਿਰਧ ਬਾਬੇ ਅਰਜਨ ਸਿੰਘ ਨੇ ਸੇਵਾਦਾਰਾਂ ਦੀ ਖੁਸ਼ਾਮਦ ਕਰਕੇ ਆਪਣੇ ਲੈਂਸ ਪਵਾਉਣ ਲਈ ਰਾਹ ਪੱਧਰਾ ਕਰ ਲਿਆ। ਜਿਨ੍ਹਾਂ ਬਜ਼ੁਰਗਾਂ ਦੇ ਲੈਂਸ ਪੈਣੇ ਸਨ, ਉਹਨਾਂ ਲਈ ਇੱਕ ਸਪੈਸ਼ਲ ਬੱਸ ਦਾ ਕਲੱਬ ਨੇ ਬੰਦੋਬਸਤ ਕੀਤਾ ਹੋਇਆ ਸੀ ਸ਼ਹਿਰ ਦੇ ਹਸਪਤਾਲ ਜਾਣ ਲਈ। ਕੈਂਪ ਦੀ ਸਮਾਪਤੀ ਤੋਂ ਬਾਅਦ ਲੈਂਸ ਪਵਾਉਣ ਵਾਲੇ ਮਰੀਜ਼ਾਂ ਨੂੰ ਬੱਸ 'ਚ ਬੈਠਣ ਲਈ ਕਿਹਾ ਗਿਆ। ਜਦ ਅਰਜਨ ਸਿੰਘ ਬੱਸ 'ਚ ਬੈਠਣ ਲੱਗਾ ਤਾਂ ਉਹਦੇ ਘਰ ਵਾਲੀ ਹਰਨਾਮੀ ਬੁੜੀ ਤੂਫਾਨ ਵਾਂਗ ਆਈ ਤੇ ਅਰਜਨ ਸਿੰਘ ਨੂੰ ਬਾਹੋਂ ਫੜ ਕੇ ਬੱਸ 'ਚੋਂ ਲਾ ਲਿਆ। ਕਹਿਣ ਲੱਗੀ, ਨਾ ਵੇ ਭਾਈ ਡਾਕਦਾਰੂ, ਨਾ ਪਾਇਓ ਲੈਂਸ ਲੂੰਸ ਇਸ ਬੁੜੇ ਦੇ, ਇਹਨੂੰ ਦਵਾਈ ਦੀ ਸ਼ੀਸ਼ੀ ਦੇ ਕੇ ਮੋੜ ਦਿਓ। ਜਦ ਡਾਕਟਰਾਂ ਨੇ ਮਾਈ ਨੂੰ ਬਾਬੇ ਦੇ ਲੈਂਸ ਨਾ ਪਾਉਣ ਦਾ ਕਾਰਨ ਪੁੱਛਿਆ, ਕਹਿਣ ਲੱਗੀ, ਪੁੱਤ ਇਹ ਬੁੜਾ ਬਹੁਤ ਭੈੜਾ ਤੇ ਗੁੱਸੇਖੋਰ ਹੈ। ਮਾੜੀ ਮਾੜੀ ਗੱਲ ਤੇ ਗੁੱਸੇ ਹੋ ਕੇ ਚੰਦਰਾ ਖੁੰਡਾ ਲੈ ਕੇ ਮੇਰੇ ਉਦਾਲੇ ਹੋ ਜਾਂਦਾ ਹੈ। ਇੱਕੋ ਸਾਹ 5-7 ਖੁੰਡੇ ਮੇਰੇ ਵੱਲ ਚਲਾਉਂਦਾ ਹੈ, ਪਰ ਇਹਦੀ ਨਿਗਾਹ ਘੱਟ ਹੋਣ ਕਰਕੇ ਇਹਦੇ ਖੁੰਡੇ ਦਾ ਨਿਸ਼ਾਨਾ ਮੇਰੇ ਤੇ ਨਹੀਂ ਲੱਗਦਾ, ਪੁੰਜੀ ਮਾਰੀ ਜਾਂਦਾ। ਜੇ ਇਹਦੇ ਲੈਂਸ ਪੈ ਗਏ ਤਾਂ ਇਹਦੇ ਖੁੰਡੇ ਦਾ ਨਿਸ਼ਾਨਾ ਇੱਕ ਵੀ ਨਹੀਂ ਉੱਕਣਾ ਤੇ ਮੇਰੇ ਵਾਲਾ ਕੁੰਡਾ ਹੋ ਜਾਣਾ। ਇੰਨੀ ਆਖ ਕੇ ਮਾਈ ਬਾਬੇ ਨੂੰ ਘਸੀਟਦੀ ਹੋਈ ਬੱਸ ਅੱਡੇ ਵੱਲ ਹੋ ਤੁਰੀ। ਧੰਨਵਾਦ। ਅਗਲੀ ਕਹਾਣੀ ਹੈ ਥੋੜਾ ਜਿਹਾ ਮੂੰਹ ਨੰਗਾ ਹੈ। ਗੱਲ ਕਾਫੀ ਪੁਰਾਣੀ ਹੈ। ਪੰਡਤਾਂ ਦਾ ਰੁਲਦੂ ਰਾਮ ਆਪਣੇ ਸਹੁਰੀ ਗਿਆ। ਉਹਦੀ ਸੱਸ ਨੇ ਖੁਸ਼ੀ 'ਚ ਕੁਝ ਉਚੇਚਾ ਬਣਾਉਣਾ ਚਾਹਿਆ ਤੇ ਖਿਚੜੀ ਬਣਾ ਲਈ। ਜਦੋਂ ਜਵਾਈ ਨੂੰ ਸ਼ਾਮ ਦੀ ਰੋਟੀ ਫੜਾਉਣ ਆਈ ਤਾਂ ਨਾਲ ਹੀ ਖਿਚੜੀ ਦੀ ਬਾਟੀ ਭਰ ਕੇ ਰੱਖ ਆਈ। ਜਦੋਂ ਰੁਲਦੂ ਨੂੰ ਹੋਰ ਫੁਲਕਾ ਪੁੱਛਣ ਆਈ ਤਾਂ ਉਹਦੀ ਖਿਚੜੀ ਵਾਲੀ ਬਾਟੀ ਖਾਲੀ ਸੀ। ਉਹਨੇ ਸੋਚਿਆ ਮੁੰਡਾ ਰੋਟੀਆਂ ਖਾਣ ਨਾਲੋਂ ਖਿਚੜੀ ਦਾ ਸ਼ੌਕੀਨ ਜ਼ਿਆਦਾ ਤੇ ਉਹ ਇੱਕ ਬਾਟੀ ਹੋਰ ਭਰ ਕੇ ਰੱਖ ਗਈ। ਤੀਜੀ ਵਾਰ ਫੇਰ ਆਈ ਤਾਂ ਖਿਚੜੀ ਵਾਲੀ ਬਾਟੀ ਫੇਰ ਖਾਲੀ ਸੀ। ਸੱਸ ਨੇ ਫੁਰਤੀ ਨਾਲ ਇੱਕ ਕੁੱਜਾ ਹੋਰ ਖਿਚੜੀ ਦਾ ਹਾਰੇ 'ਚ ਧਰ ਦਿੱਤਾ। ਜਦ ਦੂਜਾ ਕੁੱਜਾ ਵੀ ਮੁੱਕਣ ਤੇ ਆਇਆ ਤਾਂ ਘਬਰਾ ਗਈ ਤੇ ਬੋਲੀ, ਵੇ ਪੁੱਤ, ਮੈਂ ਤੀਜਾ ਕੁੱਜਾ ਹੋਰ ਧਰਾਂ ਖਿਚੜੀ ਦਾ? ਤਾਂ ਰੁਲਦੂ ਬੋਲਿਆ, ਬਸ ਮਾਤਾ ਜੀ, ਇੱਕ ਬਾਟੀ ਹੋਰ ਲਿਆ ਦੇ, ਥੋੜਾ ਜਿਹਾ ਮੂੰਹ ਨੰਗਾ ਹੈ। ਸੱਸ ਨੇ ਵੇਖਿਆ ਰੁਲਦੂ ਦੇ ਮੰਜੇ ਦੇ ਨੇੜੇ ਉਹਨਾਂ ਦੀ ਮੱਝ ਦਾ ਕੱਟਾ ਖੜਾ ਸੀ ਤੇ ਰੁਲਦੂ ਨੇ ਸਾਰੀ ਖਿਚੜੀ ਕੱਟੇ ਤੇ ਲਿੱਪੀ ਹੋਈ ਸੀ ਤੇ ਕੱਟੇ ਦਾ ਥੋੜਾ ਜਿਹਾ ਮੂੰਹ ਹੀ ਨੰਗਾ ਸੀ। ਸ਼ਾਇਦ ਗੁੱਸੇ ਨਾਲ ਬਈ ਬੁੜੀ ਨੂੰ ਸ਼ਰਮ ਨਾ ਆਈ ਕਿ ਜਵਾਈ ਚਿਰਾਂ ਬਾਅਦ ਆਇਆ। ਨਾ ਖੀਰ ਤਸਮਈ, ਨਾ ਸੇਵੀਆਂ, ਨਾ ਮਿੱਠੇ ਚੌਲ, ਖਿਚੜੀ ਕੋਈ ਜਵਾਈਆਂ ਦਾ ਖਾਣਾ ਹੈ। ਧੰਨਵਾਦ। ਅਗਲੀ ਕਹਾਣੀ ਹੈ ਮੋਰਨੀ ਵਰਗੀ ਤੀਵੀਂ। ਓਏ ਸੀਰਿਆ, ਕਿਉਂ ਕਮਲੀਆਂ ਮਾਰਦਾ? ਆ ਮੋੜਾ ਘਰ ਨੂੰ ਮੇਰਾ ਸ਼ੇਰ। ਪ੍ਰੀਤਮ ਸਿੰਘ ਨੇ ਘਰੋਂ ਰੁੱਸੇ ਜਾਂਦੇ ਸੀਰੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਨਹੀਂ ਚਾਚਾ, ਮੈਂ ਉਸ ਜ਼ਾਲਮ ਭਰਾ ਦੇ ਮੱਥੇ ਨਹੀਂ ਲੱਗਣਾ, ਕਿਸੇ ਖੂਹ ਖਾਤੇ ਪੈ ਕੇ ਮਰ ਜੂ। ਸੀਰਾ ਅੰਦਰੋਂ ਦੁਖੀ ਸੀ। ਕੋਈ ਨਹੀਂ ਪੁੱਤ, ਮੈਂ ਨਛੱਤਰ ਨੂੰ ਸਮਝਾਊਂਗਾ ਕਿ ਤੈਨੂੰ ਬਿਨਾਂ ਕਸੂਰੋਂ ਨਾ ਮਾਰਿਆ ਕਰੇ। ਤੂੰ ਤਾਂ ਕੋਲੂ ਦੇ ਬਲਦਾਂ ਕੰਮ 'ਚ ਲੱਗਾ ਰਹਿਣਾ।
ਆਪ ਉਹ ਵਿਹਲਾ ਰਹਿੰਦਾ ਸਾਰਾ ਦਿਨ, ਦੂਜਾ ਤੈਨੂੰ ਕਿਤੋਂ ਕੋਈ ਰਿਸ਼ਤਾ ਵੀ ਨਹੀਂ ਹੋਣ ਦਿੰਦਾ ਪਤੰਦਰ। ਪ੍ਰੀਤਮ ਨੇ ਉਹਨੂੰ ਵਰਾ-ਵਰੂ ਕੇ ਮੋੜ ਲਿਆ। ਚਾਚਾ ਜੀ, ਮੈਂ ਆਪਣੇ ਸਵਾਰਥੀ ਭਰਾ ਨੂੰ ਜਾਣਦਾ। ਉਹਨੇ ਕੱਲ ਘਰ ਦੀ ਬਾਂਦਰ ਵੰਡ ਕਰ ਦਿੱਤੀ। ਆਪ ਤਾਂ ਉਹਨੇ ਸਾਰਾ ਘਰ ਟਰੈਕਟਰ ਟਰਾਲੀ ਸਾਂਭ ਲਈ ਤੇ ਮੈਨੂੰ ਸਿਰਫ ਇੱਕ ਬੋਤੇ ਵਾਲੀ ਗੱਡੀ ਦਿੱਤੀ ਹੈ ਤੇ ਰਹਿਣ ਲਈ ਬਾਹਰਲਾ ਵਾੜਾ। ਕੁੜੀਆਂ ਉਹਦੀਆਂ ਵਿਆਹਣ ਵਾਲੀਆਂ ਨੇ, ਮੈਨੂੰ ਉਹਨਾਂ ਦੀ ਸ਼ਰਮ ਮਾਰਦੀ ਹੈ। ਆਪ ਕੰਜਰ ਦਾਰੂ ਪੀ ਕੇ ਘਰੇ ਸੁੱਤਾ ਰਹਿੰਦਾ ਹੈ। ਜਿੰਨਾ ਚਿਰ ਬਾਪੂ ਬੇਬੇ ਜਿਉਂਦੇ ਰਹੇ ਕੰਨ 'ਚ ਪਾਇਆ ਨਹੀਂ ਰੜਕਿਆ। ਹੁਣ ਮੇਰੇ ਤੇ ਬੱਗਾ ਸ਼ੇਰ ਬਣਿਆ ਬੈਠਾ ਵੱਡਾ ਸੂਰਮਾ। ਸੀਰਾ ਭਰਾ ਤੋਂ ਅੱਤ ਦਾ ਦੁਖੀ ਸੀ। ਓਏ ਭਤੀਜ, ਤੈਨੂੰ ਘਰ ਦੀ ਜ਼ਮੀਨ 'ਚੋਂ 2 ਕਿੱਲੇ ਜ਼ਮੀਨ ਵੀ ਤਾਂ ਹਿੱਸੇ 'ਚ ਆਉਂਦੀ ਹੈ। ਉਹ ਤੇਰਾ ਹੱਕ ਨਹੀਂ ਮਾਰ ਸਕਦਾ। ਤੂੰ ਕੁਝ ਹਿੰਮਤ ਤੇ ਦਲੇਰੀ ਫੜ ਤੇ ਆਪਣੀ ਬੋਤੇ ਵਾਲੀ ਗੱਡੀ ਵੇਚ ਕੇ ਖੱਚਰ ਜਿਹੜਾ ਲੈ ਲੈ ਤੇ ਸਬਜ਼ੀ ਵੇਚ। ਘਰ ਦੀ ਮੁਰਗੀ ਦਾਲ ਬਰੋਬਰ ਜਾਂ ਬਾਹਰਲੇ ਘਰ ਮੁਰਗੀਖਾਨਾ ਖੋਲ੍ਹ ਲੈ। ਨਾਲੇ ਖੁਸ਼ਖਬਰੀ ਸੁਣ ਲੈ, ਮੈਂ ਤੈਨੂੰ ਆਪਣੇ ਸਾਲੇ ਦੀ ਮੋਰਨੀ ਵਰਗੀ ਕੁੜੀ ਦਾ ਸਾਕ ਵੀ ਕਰਵਾ ਦੂੰ। ਪ੍ਰੀਤਮ ਸਿੰਘ ਸੱਚੇ ਦਿਲੋਂ ਸੀਰੇ ਦਾ ਹਮਦਰਦੀ ਸੀ। ਰਿਸ਼ਤੇ ਦਾ ਨਾਂ ਸੁਣ ਕੇ ਤੇ ਉਹ ਵੀ ਮੋਰਨੀ ਵਰਗੀ ਕੁੜੀ ਦਾ, ਸੀਰਾ ਚੀਤੇ ਵਾਂਗ ਛਾਲ ਮਾਰ ਕੇ ਘਰ ਨੂੰ ਭੱਜਿਆ ਤੇ ਆਪਣੇ ਵੱਡੇ ਭਰਾ ਨਛੱਤਰ ਨੂੰ ਭਾਲੂ ਵਾਂਗ ਜੱਫਾ ਪਾਇਆ ਤੇ ਬੋਲਿਆ, ਆਵੇ ਵੱਡਿਆ ਸੂਰਮਾ, ਵਿਖਾਵਾਂ ਤੈਨੂੰ ਪੰਜੀ ਦਾ ਭੌਣ ਤੇ ਅੱਜ ਹੀ ਅੱਧੇ ਘਰ 'ਚ ਕੰਧ ਕੱਢਦਾ ਤੇ ਮੈਰਿਆਂ ਵਾਲੇ 2 ਕਿੱਲਿਆਂ 'ਚ ਵੜ ਕੇ ਵਿਖਾਈ। ਅੱਜ ਹੀ ਮੈਂ ਆਪਣੀ ਬੋਤੇ ਵਾਲੀ ਗੱਡੀ ਵੇਚਦਾ, ਰੋਕ ਕੇ ਵਿਖਾਣ। ਨਾਲੇ ਮੈਂ ਤੈਨੂੰ ਮੋਰਨੀ ਵਰਗੀ ਤੀਵੀਂ ਵਿਆਹ ਕੇ ਲਿਆ ਕੇ ਦਿਖਾਊਂ। ਨਛੱਤਰ ਸੀਰੇ ਦੇ ਪੰਜੇ 'ਚੋਂ ਨਿਕਲ ਕੇ ਹੁਣ ਸ਼ਰੀਫ ਜਿਹਾ ਬਣ ਕੇ ਕਪਲਾ ਗਊ ਬਣਿਆ ਖੜਾ ਸੀ। ਧੰਨਵਾਦ। ਅਗਲੀ ਕਹਾਣੀ ਹੈ ਫਰਕ। ਸਾਡੇ ਪਿੰਡ ਦੀ ਕਲੱਬ ਨੇ ਪਿੰਡਾਂ ਦੇ ਗਰੀਬ ਲੋਕਾਂ ਵਾਸਤੇ ਅੱਖਾਂ ਦਾ ਫ੍ਰੀ ਕੈਂਪ ਲਾਉਣ ਦਾ ਪ੍ਰੋਗਰਾਮ ਬਣਾਇਆ। ਫੈਸਲਾ ਕੀਤਾ ਗਿਆ ਕਿ ਪਿੰਡ ਦੇ ਪ੍ਰਮੁੱਖ ਬੰਦਿਆਂ ਤੋਂ ਹੀ ਪੈਸੇ ਲਏ ਜਾਣ। ਪਿੰਡ ਦੇ ਆਮ ਲੋਕਾਂ ਨੇ ਵੀ ਕੈਂਪ ਲਾਉਣ ਦੀ ਪੂਰੀ ਹਮਾਇਤ ਕੀਤੀ। ਸਰਦਾਰ ਖੜਕ ਸਿੰਘ ਨੂੰ ਕੈਨੇਡਾ ਤੋਂ ਆਏ ਨੂੰ ਥੋੜ੍ਹੇ ਦਿਨ ਹੀ ਹੋਏ ਸਨ। ਕਲੱਬ ਮੈਂਬਰਾਂ ਨੇ ਉਹਦੇ ਘਰ ਤੋਂ ਹੀ ਫੰਡ ਲੈਣ ਲਈ ਸ਼ੁਰੂਆਤ ਕਰਨੀ ਠੀਕ ਸਮਝੀ ਕਿ ਉੱਥੋਂ ਫੰਡ ਦਾ ਵੱਡਾ ਗਾਫਾ ਮਿਲੇਗਾ ਤੇ ਉਹਦਾ ਜਾ ਦਰਵਾਜ਼ਾ ਖਟਖੜਾਇਆ। ਖੜਕ ਸਿੰਘ ਨੇ ਅੰਦਰ ਪਏ ਨਹੀਂ ਕਿਹਾ, ਕੌਣ ਹੈ ਬਈ, ਕੋਈ ਟਾਈਮ ਤਾਂ ਦੇਖ ਲਿਆ ਕਰੋ। ਪਾਪਿੰਦਰ ਕੁਰੇ ਫੱਕਾ ਦਾਣਿਆਂ ਦਾ ਇਹਨਾਂ ਨੂੰ, ਇੰਡੀਆ 'ਚ ਪਤਾ ਨਹੀਂ ਮੰਗਤੇ ਕਦੋਂ ਖਤਮ ਹੋਣਗੇ। ਜਦ ਉਹਦੀ ਨੂੰਹ ਪਿੰਦਰ ਨੇ ਕਿਹਾ, ਬਾਪੂ ਜੀ ਇਹ ਮੰਗਤੇ ਨਹੀਂ, ਆਪਣੇ ਪਿੰਡ ਦੇ ਚਾਚਾ ਮੱਘਰ ਸਿੰਘ ਸੂਬੇਦਾਰ ਤੇ ਹੋਰ ਸਿਆਣੇ ਬੰਦੇ ਆ, ਤੇ ਉਹ ਕਹਿਣ ਲੱਗਾ, ਜਾਣਦਾ ਮੈਂ ਇਹਨਾਂ ਸਿਆਣਿਆਂ ਨੂੰ, ਅੱਗੇ ਕਬੱਡੀ ਟੂਰਨਾਮੈਂਟ 'ਚੋਂ ਲੱਖਾਂ ਖਾ ਗਏ। ਖੜਕ ਸਿੰਘ ਦੇ ਕੁਰਖਤ ਬੋਲ ਸੁਣ ਕੇ ਕਲੱਬ ਮੈਂਬਰ ਆਪਸ 'ਚ ਇੱਕ ਦੂਜੇ ਨੂੰ ਕਹਿਣ ਲੱਗੇ, ਤੂੰ ਗਾਂਹ ਹੋ ਫਲਾਣਿਆ, ਤੂੰ ਗਾਂਹ ਹੋ ਧਮਕਿਆ। ਜਦ ਉਹ ਬੈਠਕ 'ਚੋਂ ਬਾਹਰ ਆਇਆ ਤਾਂ ਉਹਨੂੰ ਅੱਖਾਂ ਦੇ ਕੈਂਪ ਵਾਸਤੇ ਫੰਡ ਲਈ ਮੱਘਰ ਸਿੰਘ ਨੇ ਬੇਨਤੀ ਕੀਤੀ। ਉਹ ਜੇਬ 'ਚੋਂ 10 ਰੁਪਏ ਕੱਢਦਾ ਕਹਿਣ ਲੱਗਾ, ਮੱਘਰ ਸਿਆਂ ਯਾਰ, ਤੁਸੀਂ ਐਂ ਸਮਝਦੇ ਹੋ ਜਿਵੇਂ ਅਸੀਂ ਕੈਨੇਡਾ 'ਚੋਂ ਡਾਕਾ ਮਾਰ ਕੇ ਪੈਸੇ ਲਿਆਉਂਦੇ ਹਾਂ। ਅਸੀਂ ਐਸੇ ਕੈਂਪ ਸ਼ੈਂਪ ਲਾਉਣ ਦਾ ਪੰਗਾ ਨਾ ਲਿਆ ਕਰੋ। ਇਹਨਾਂ ਲੋਕਾਂ ਨੂੰ ਅੰਨੇ ਹੀ ਰਹਿਣ ਦਿਓ। ਆਪਣੇ ਹੀ ਪੱਠੇ ਵੱਢਣਗੇ ਤੇ ਟਰਾਂਸਫਾਰਮਾਂ 'ਚੋਂ ਤਾਂਬਾ ਕੱਢਣਗੇ। ਜਦੋਂ ਇਹਨਾਂ ਦੀ ਲੈਂਜ਼ ਪੈ ਗਏ। ਸੰਤਾ ਸਿੰਘ ਨੇ ਧੀਮੀ ਆਵਾਜ਼ 'ਚ ਕਿਹਾ, ਕਿਉਂ ਲੈ ਲਿਆ ਵੱਡਾ ਗੱਫਾ? ਮੈਂ ਤੁਹਾਨੂੰ ਕੀ ਕਿਹਾ ਸੀ? ਜਦੋਂ ਸਾਰੇ ਨੱਥੂ ਚਮਾਰ ਜਿਹੜਾ ਜੁੱਤੀਆਂ ਗੰਢ ਕੇ ਜ਼ਿੰਦਗੀ ਬਸਰ ਕਰਦਾ ਸੀ ਤੇ ਘਰ ਮੂਰ ਦੀ ਲੰਘਣ ਲੱਗੇ ਤਾਂ ਉਹਨੇ ਮੱਘਰ ਸਿੰਘ ਨੂੰ ਆਵਾਜ਼ ਮਾਰ ਕੇ ਕਿਹਾ, ਸੂਬੇਦਾਰ ਸਾਹਿਬ, ਮੈਥੋਂ ਫੰਡ ਲੈਣਾ ਭੁੱਲ ਗਏ। ਇੰਨੀ ਆਖ ਕੇ ਉਹਨੇ ਫੱਟ ਜੇਬ 'ਚੋਂ 500 ਦਾ ਨੋਟ ਕੱਢ ਕੇ ਕਲੱਬ ਵਾਲਿਆਂ ਨੂੰ ਦੇ ਦਿੱਤਾ। ਧੰਨਵਾਦ। ਅਗਲੀ ਕਹਾਣੀ ਹੈ ਬੇਰੰਗ ਸ਼ਗਨ। ਪੋਸਟ ਮਾਸਟਰ ਇੰਦਰ ਸਿੰਘ ਦੇ ਪੋਤੇ ਰਾਜੂ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ। ਪਿੰਡ ਦੇ ਲੋਕ ਜਿਹੜੇ ਬਰਾਤ ਤੇ ਵਿਆਹ ਦੀ ਪਾਰਟੀ ਮੌਕੇ ਪੈਲੇਸ 'ਚ ਨਹੀਂ ਜਾ ਸਕੇ ਸਨ, ਉਹਨਾਂ ਦੇ ਘਰ ਸ਼ਗਨ ਦੇਣ ਲਈ ਆ ਰਹੇ ਸਨ। ਉਹਨਾਂ ਦੇ ਪਰਿਵਾਰ ਨੇ ਮਠਿਆਈ ਦੇ ਅਲੱਗ-ਅਲੱਗ ਲਿਫਾਫੇ ਰੱਖੇ ਹੋਏ ਸਨ, ਭਾਵ 100 ਰੁਪਏ ਸ਼ਗਨ ਵਾਲੇ ਨੂੰ ਵੱਡਾ, 50 ਰੁਪਏ ਜਾਂ ਘੱਟ ਦੇਣ ਵਾਲੇ ਨੂੰ ਛੋਟਾ ਲਿਫਾਫਾ। ਇੰਦਰ ਸਿੰਘ 20 ਵਾਲੀ ਬੈਠਕ 'ਚ ਬੈਠਾ ਸੀ ਤਾਂ ਕਿ ਕੋਈ ਸ਼ਗਨ ਦੇਣ ਵਾਲਾ ਦੋਸਤ ਮਿੱਤਰ ਖਾਲੀ ਨਾ ਮੁੜ ਜਾਏ। ਉਹਨੇ ਆਪਣੇ ਪਰਿਵਾਰ ਨੂੰ ਕਿਹਾ ਹੋਇਆ ਸੀ ਕਿ ਜਦੋਂ ਮੈਂ ਕਹਾਂ ਸਰਦਾਰ ਸਾਹਿਬ ਆਏ ਹਨ, ਤੁਸੀਂ ਵੱਡਾ ਲਿਫਾਫਾ ਫੜਾਉਣਾ। ਜੇ ਮੈਂ ਕਿਸੇ ਦਾ ਨਾਮ ਲੈ ਕੇ ਕਹਾਂ ਕਿ ਮੱਖਣ ਸਿੰਘ ਆਇਆ ਤਾਂ ਛੋਟਾ ਲਿਫਾਫਾ। ਅਚਾਨਕ ਪਿੰਡ ਦੇ ਚੌਕੀਦਾਰ ਮਲਕੀਤ ਤੇ ਸੁਰਜੀਤ ਨੇ ਆ ਕੇ ਫਤਿਹ ਬੁਲਾਈ। ਵਧਾਈ ਹੋਵੇ ਸਰਦਾਰ ਜੀ ਪੁੱਤਰੇ ਦੇ ਵਿਆਹ ਦੀ, ਤੇ ਬਿਨਾਂ ਕਹੇ ਨੇੜੇ ਪਈਆਂ ਕੁਰਸੀਆਂ ਤੇ ਬੈਠ ਗਏ। ਇੰਦਰ ਸਿੰਘ ਨੇ ਰੱਬ ਤੁਹਾਨੂੰ ਵੀ ਵਧਾਵੇ ਆ ਕੇ ਜੇਬ 'ਚੋਂ 200 ਰੁਪਏ ਕੱਢ ਕੇ ਦੋਨਾਂ ਨੂੰ 100-100 ਦੇ ਕੇ ਆਵਾਜ਼ ਮਾਰੀ, ਲਿਆਓ ਭਾਈ ਕੁੜੀਓ 2 ਲਿਫਾਫੇ। ਉਹਦੀ ਨੂੰਹ ਬਲਜੀਤ ਕੌਰ ਨੇ ਕਿਹਾ, ਬਾਪੂ ਜੀ ਕਿਹੜੇ ਲਿਆਵਾਂ? ਬੇਟੇ ਗੱਡੇ ਮਗਰ ਕੁਹਾੜਾ ਹੀ ਸਮਝ, ਜਿਹੜੇ ਮਰਜ਼ੀ ਚੁੱਕ ਲਿਆ। ਆਪਣੇ ਪਿੰਡ ਦੇ ਮੁਲਾਜ਼ਮ ਆਏ ਨੇ। ਉਹਨੂੰ ਨੌਕਰੀ ਕਰਦੇ ਸਮੇਂ ਵਿੱਚ ਬਰੰਗ ਚਿੱਠੀਆਂ ਯਾਦ ਆਈਆਂ। ਜਦੋਂ ਕਿਸੇ ਨੂੰ ਨਗਦ ਪੈਸੇ ਲੈ ਕੇ ਚਿੱਠੀ ਫੜਾਉਂਦਾ ਹੁੰਦਾ ਸੀ,
ਉਹਨੂੰ ਮਹਿਸੂਸ ਹੋਇਆ ਜਿਵੇਂ ਅੱਜ 200 ਨਕਦ ਦੇ ਕੇ ਬਰੰਗ ਸ਼ਗਨ ਹਾਸਲ ਕੀਤਾ ਹੋਵੇ। ਧੰਨਵਾਦ। ਕਾਗਜ਼ੀ ਸ਼ੇਰ। ਬੁੱਗਾ ਸਿੰਘ ਯਾਰਾਂ ਦਾ ਯਾਰ ਤੇ 6 ਫੁੱਟ ਲੰਮਾ ਜਵਾਨ ਸੀ। ਉਹਨੂੰ ਕੱਲਿਆਂ ਪੀਣ ਦੀ ਆਦਤ ਨਹੀਂ ਸੀ ਤੇ ਦੋਸਤਾਂ ਸਾਹਮਣੇ ਘੁੱਟ ਪੀ ਕੇ ਚੰਗਰਾ ਮਾਰਨੀਆਂ, ਬੱਕਰੇ ਬੁਲਾਉਣਾ ਉਹਦਾ ਰੋਜ਼ ਦਾ ਕੰਮ ਸੀ। ਅੱਜ ਉਹਨੇ ਘਰ ਮੂਹਰ ਦੀ ਲੰਘਦੇ ਜੈਲੇ ਨੂੰ ਆਵਾਜ਼ ਮਾਰ ਲਈ, ਆਖੇ ਆ ਜਾ, ਲਾਲਾ ਛਿੱਟ ਕਾਹਨੂੰ ਤੇ ਆਇਆ ਮਰਦਾ। ਲਾਟ ਅਰਗੀ ਦੇਸੀ ਸ਼ਰਾਬ ਦੀ ਕੈਨੀ ਤੇ ਖਰਬੂਜਿਆਂ ਵਰਗੇ ਗੰਢੇ ਉਹਦੇ ਮੂਹਰੇ ਲਿਆ ਰੱਖੇ। ਜਦੋਂ 2-2 ਪੈਗ ਲਾ ਹਟੇ ਤਾਂ ਬੁੱਗਾ ਸਿੰਘ ਕਹਿਣ ਲੱਗਾ, ਦੱਸ ਓਏ ਜਰਨੈਲ ਸਿਆਂ, ਜੇ ਕਿਸੇ ਦੇ ਸੱਟਾਂ ਮਾਰਨੀਆਂ ਤਾਂ ਤੋਤੇ ਉਡਾ ਦਿਆਂਗੇ। ਗੱਲਾਂ ਕਿਹੜੀਆਂ ਕਰਦਾ ਤੂੰ? ਉਹ ਟੰਗੀ ਪਈ ਆ 12 ਬੋਰ ਦੀ ਸ਼ੇਰਨੀ। ਬਾਈ ਤੂੰ ਆਰਾਮ ਨਾਲ ਪੀ, ਜਦੋਂ ਮੌਕਾ ਆਇਆ ਤੈਨੂੰ ਦੱਸਾਂਗੇ। ਦੇਸੀ ਤਾਂ ਪੜਦੇ ਨਾਲ ਹੀ ਪੀਣੀ ਚੰਗੀ ਹੁੰਦੀ ਹੈ, ਬਥੇਰੇ ਫਿਰਦੇ ਆ ਮੁਖਬਰ। ਜੈਲੇ ਨੇ ਗੰਢੇ ਨੂੰ ਬੁਰਕ ਮਾਰਦਿਆਂ ਨਸੀਹਤ ਦਿੱਤੀ। ਇੰਨੇ ਚਿਰ ਨੂੰ ਉਹਦਾ ਮੁੰਡਾ ਦੇਬੂ ਹੋਟਲ ਤੋਂ ਫਰਾਈ ਮੀਟ ਫੜ ਲਿਆਇਆ। ਮੀਟ ਦੇ ਝੜਾਕੇ ਪਾਉਂਦਿਆਂ ਉਹਨਾਂ ਨੇ ਦਾਰੂ ਦੀ ਕੈਨੀ ਅੱਧੀ ਕਰ ਦਿੱਤੀ। ਬੋਗਾ ਉੱਠ ਕੇ ਖੜ ਗਿਆ ਤੇ ਢਾਕਾਂ ਤੇ ਹੱਥ ਰੱਖ ਕੇ ਚਾਦਰਾ ਤਾਂ ਚੁੱਕ ਕੇ ਲਲਕਾਰਾ ਮਾਰਿਆ, ਓਏ ਮੈਂ ਗਿੱਲ ਸਰਦਾਰ, ਓਏ ਜੈਲਿਆ ਤੂੰ ਫਿਕਰ ਕਾਹਦਾ ਕਰਦਾ? ਮੇਰਾ ਘਰ ਹੈ, ਖੂਹ ਪੱਟ ਦਿਆਂਗੇ। ਓਏ ਤੂੰ ਦੱਸ, ਜੇ ਕੋਈ ਬੰਦਾ ਬੁੰਦਾ ਮਾਰਨਾ ਤਾਂ ਉਂਗਲ ਤਾਂ ਕਰ ਕੇਰਾ। ਉਹਨੇ ਡਿੱਗਦੀਆਂ ਲਾਲਾਂ ਨੂੰ ਜੈਲੇ ਦੇ ਮੋਢੇ ਨਾਲ ਪੂੰਝਦਿਆਂ ਕਿਹਾ। ਤੂੰ ਬਾਈ ਰੌਲਾ ਨਾ ਪਾ, ਅਜੇ ਦਿਨ ਖੜਾ ਹੈ। ਜੈਲੇ ਨੇ ਸੋਚਿਆ ਇਹ ਕੋਈ ਯੱਬ ਪਾਊਗਾ। ਤੂੰ ਤਾਂ ਯਾਰ ਐਵੇਂ ਮੋਕ ਮਾਰੀ ਜਾਂਦਾ। ਜੇ ਕਿਸੇ ਸਕੀਰੀ ਵਾਲੇ ਦਾ ਕੋਈ ਜ਼ਮੀਨ ਦਾ ਕਬਜ਼ਾ ਦਿਵਾਉਣਾ ਤਾਂ ਦੱਸ, ਚੱਲੀਏ ਹੁਣੇ। ਬੋਗੇ ਨੇ ਅੰਦਰ ਪਈ ਰਫਲ ਵੱਲ ਵੇਖਿਆ। ਅਜੇ ਬੋਗੇ ਦੇ ਸ਼ਰਾਬੀ ਡਾਇਲਾਗ ਪੂਰੇ ਨਹੀਂ ਹੋਏ ਸਨ ਕਿ ਉਹਦੇ ਘਰ ਵਾਲੀ ਗੁਰਦਿਆਲ ਕੌਰ ਨੇ ਆਵਾਜ਼ ਮਾਰੀ, ਵੇ ਤੂੰ ਘੁੱਟ ਪੀ ਕੇ ਘਰੇ ਬੈਠਾ ਹੀ ਕਬਜ਼ੇ ਦਵਾਈ ਜਾਂਦਾ ਹੈ, ਕਾਗਜ਼ੀ ਸ਼ੇਰ ਬਣ ਕੇ। ਇੱਧਰ ਝੋਟੇ ਕੁੱਟਾਂ ਦੀ ਨਿਹਾਲੋ ਨੇ ਸ਼ਾਮਲਾਤ 'ਚ ਮੇਰੀ ਪਤਕਣ ਤੇ ਕਬਜ਼ਾ ਕਰ ਲਿਆ। ਪਹਿਲਾਂ ਮੇਰੀ ਪਤਕਣ ਖਾਲੀ ਕਰਾ, ਵੱਡਾ ਸੂਰਮਾ। ਬੋਗੇ ਦੀ ਪੀਤੀ ਇੱਕਦਮ ਲੈ ਗਈ ਤੇ ਬੋਲਿਆ, ਗੁਰਦਿਆਲ ਕੁਰੇ, ਤੂੰ ਨਿਹਾਲੋ ਭੁੰਡਾਂ ਦੀ ਖੱਖਰ ਨੂੰ ਨਾ ਛੇੜੀ, ਤੈਨੂੰ ਪਤਕਣਾ ਹੋਰ ਬਥੇਰੀਆਂ। ਦਰਅਸਲ ਨਿਹਾਲੋ ਨੇ ਉਹਦੀ ਕਈ ਵੇਰ ਛਿੱਤਰ ਪਰੇਡ ਕੀਤੀ ਸੀ ਜਦੋਂ ਉਹਨਾਂ ਦੀ ਵੀਹੀ ਵਾਲੀ ਨਾਲੀ ਦਾ ਰੌਲਾ ਸੀ। ਧੰਨਵਾਦ। ਰਹਿਣ ਦੇ ਯਾਰੀ ਨੂੰ ਅਗਲੀ ਕਹਾਣੀ ਹੈ। ਨੰਬਰਦਾਰ ਲਾਭ ਸਿੰਘ ਤੇ ਮੋਠਾ ਸਿੰਘ ਨਹਿਰ ਦੇ ਪੁਲ ਤੇ ਬੈਠੇ ਦਾਰੂ ਪੀ ਰਹੇ ਸਨ। ਉਹਨਾਂ ਨੇ ਬੈਠੇ ਬੈਠੇ ਬਾਘੇ ਪੁਰਾਣੇ ਜਾ ਕੇ ਮੁਰਗ ਮੁਸੱਲਮ ਖਾਣ ਦਾ ਪ੍ਰੋਗਰਾਮ ਬਣਾ ਲਿਆ। ਛੇਤੀ ਦਸ਼ਮੇਸ਼ ਬੱਸ ਆ ਗਈ ਤੇ ਮੋਠਾ ਸਿੰਘ ਕਹਿਣ ਲੱਗਾ, ਲੈ ਵੀ ਨੰਬਰਦਾਰਾ, ਬੱਸ 'ਚ ਮੁਫਤ ਚੱਲਾਂਗੇ। ਡਰਾਈਵਰ ਮੇਰਾ ਜੁੰਡੀ ਦਾ ਯਾਰ ਹੈ। ਬੱਸ ਨੇ 5-7 ਮਿੰਟ ਰੁਕਣਾ ਸੀ। ਮੋਠਾ ਸਿੰਘ ਨੇ ਡਰਾਈਵਰ ਭਾਗ ਸਿੰਘ ਨੂੰ ਸੁਲਾ ਮਾਰੀ, ਉਹ ਬੱਲੇ ਓਏ ਭਾਗ ਸਿਆਂ, ਕੀ ਹਾਲ ਨੇ? ਆ ਜਾ, ਛਿੱਟ ਲਾਉਣੀ ਆ ਤਾਂ ਉਤਰਾ ਥੱਲੇ। ਭਾਗ ਸਿੰਘ ਬੱਸ 'ਚ ਬੈਠੇ 1 ਲੀਟਰ ਵਾਲਾ ਡੱਬਾ ਬਾਹਰ ਕੱਢਿਆ ਤੇ ਕਹਿਣ ਲੱਗਾ, ਬਾਈ ਮੋਠਿਆ, ਲਿਆ ਡੱਬੇ 'ਚ ਹੀ ਪਾ ਦੇ ਘੁੱਟ। ਜਦ ਮੋਠਾ ਬੋਤਲ ਚੱਕ ਕੇ ਡੱਬੇ 'ਚ ਦਾਰੂ ਪਾਉਣ ਲਈ ਖਿੜਕੀ ਕੋਲ ਜਾਣ ਲੱਗਾ ਤਾਂ ਨੰਬਰਦਾਰ ਨੇ ਉਹਨੂੰ ਬਾਹੋਂ ਫੜ ਕੇ ਖਿੱਚ ਲਿਆ ਤੇ ਧੀਮੀ ਆਵਾਜ਼ 'ਚ ਬੋਲਿਆ, ਓਏ ਅਕਲ ਦੇ ਆਨਿਆ, ਡੱਬੇ 'ਚ ਤਾਂ ਸਾਰੀ ਬੋਤਲ ਪੈ ਜੂ। ਰਹਿਣ ਦੇ ਯਾਰੀ ਨੂੰ, ਤੂੰ ਟਿਕਟ ਕਟਾ ਤੇ ਚੜ ਜਾ ਪਿਛਲੀ ਵਾਰੀ ਥਾਣੀ। ਡਰਾਈਵਰ ਨੇ ਇੱਕ ਪਿਆਰੀ ਜੀ ਗਾਲ ਕੱਢ ਕੇ ਡੱਬਾ ਅੰਦਰ ਕਰ ਲਿਆ। ਕੰਡਕਟਰ ਨੇ ਸੀਟੀ ਮਾਰੀ ਤੇ ਬੱਸ ਚੱਲ ਪਈ। ਮੋਠਾ ਕਹਿਣ ਲੱਗਾ, ਵਾਹ ਓਏ ਨੰਬਰਦਾਰਾ, ਬਲਿਆਰੇ ਜਾਈਏ ਤੇਰੀ ਅਕਲ ਦੇ। ਟਿਕਟ ਦੇ 20 ਰੁਪਈਏ ਬਚਣੇ ਸੀ ਤੇ ਰਾਇਲ ਸਟੈਗ ਦੀ ਬੋਤਲ ਖਾਲੀ ਹੋਣੀ ਸੀ 500 ਦੀ। ਧੰਨਵਾਦ। ਅਗਲੀ ਕਹਾਣੀ ਹੈ ਰੋਟੀ ਦਾ ਜੁਗਾੜ। ਲੜਕੀ ਕਿਸੇ ਪਿੰਡ ਦੇ, ਲੜਕਾ ਕਿਸੇ ਪਿੰਡ ਜੰਮਦਾ ਹੈ, ਪਰ ਜਵਾਨ ਹੋਣ ਤੇ ਜਦੋਂ ਵਿਆਹ ਦੇ ਬੰਧਨ 'ਚ ਬੱਝ ਕੇ ਪਤੀ ਪਤਨੀ ਦੇ ਰਿਸ਼ਤੇ 'ਚ ਵਿਚਰਦੇ ਹਨ ਤੇ ਕੁਦਰਤੀ ਹੈ ਕਿ ਖਾਸ ਕਰਕੇ ਬੁਢੇਪੇ 'ਚ ਇਹਨਾਂ ਦੀ ਮੌਤ ਕਿਸੇ ਕਾਰਨ ਅੱਗੇ ਪਿੱਛੇ ਹੁੰਦੀ ਹੈ, ਭਾਵ ਕਦੇ ਪਤੀ ਪਹਿਲਾਂ ਤੇ ਕਦੀ ਪਤਨੀ ਪਹਿਲਾਂ। ਇਕੱਠੇ ਮਰਦੇ ਤਾਂ ਕਦੇ ਦੇਖੇ ਹੀ ਨਹੀਂ ਕਿਸੇ ਨੇ। ਜੇ ਪਤੀ ਦੀ ਪਹਿਲਾਂ ਮੌਤ ਹੋ ਜਾਏ ਤਾਂ ਪਤਨੀ ਆਪਣੀ ਰਹਿੰਦੀ ਜ਼ਿੰਦਗੀ ਮਰਦੇ ਦਮ ਤੱਕ ਆਪ ਰੋਟੀ ਪਕਾ ਕੇ ਜੀਵਨ ਬਸਰ ਕਰ ਲੈਂਦੀ ਹੈ, ਪਰ ਜੇ ਪਤਨੀ ਪਹਿਲਾਂ ਸਾਥ ਛੱਡ ਜਾਏ ਤਾਂ ਬੰਦੇ ਦੀ ਰੋਟੀ ਪਾਣੀ ਦਾ ਮਸਲਾ ਭਿਆਨਕ ਰੂਪ ਧਾਰਨ ਕਰ ਜਾਂਦਾ ਹੈ। ਜਦ ਉਹਨਾਂ ਦੇ ਪੁੱਤ ਪੋਤਰੇ ਪਿੰਡ ਤੋਂ ਦੂਰ ਨੌਕਰੀ ਯਾਦ ਕਰਦੇ ਹੋਣ ਤੇ ਬਜ਼ੁਰਗਾਂ ਦਾ ਪਿੰਡ ਛੱਡਣ ਨੂੰ ਜੀ ਨਾ ਕਰੇ। ਇਸੇ ਤਰ੍ਹਾਂ ਅਰਜਨ ਸਿੰਘ ਦੀ ਪਤਨੀ ਰਾਮ ਕੌਰ ਦੀ ਮੌਤ ਹੋ ਗਈ ਤੇ ਪੁੱਤਰ ਧੀਆਂ ਤੇ ਰਿਸ਼ਤੇਦਾਰ ਰਾਮ ਕੌਰ ਦੀਆਂ ਅੰਤਮ ਰਸਮਾਂ ਪੂਰੀਆਂ ਕਰਕੇ ਆਪੋ ਆਪਣੀ ਘਰੇ ਚਲੇ ਗਏ ਤੇ ਪਿੱਛੇ ਰਹਿ ਗਿਆ ਅਰਜਨ ਸਿੰਘ ਰੋਟੀ ਲਈ ਚੁੱਲ੍ਹੇ 'ਚ ਫੂਕਾਂ ਮਾਰਨ ਲਈ। ਪਰ ਥੋੜੇ ਦਿਨਾਂ ਬਾਅਦ ਹੀ ਉਹਦੇ ਇੱਕ ਦੋਸਤ ਨੇ ਉਹਦੀ ਰੋਟੀ ਦਾ ਜੁਗਾੜ ਕਰਤਾ। ਇੱਕ ਦਿਨ ਉਹਦੀ ਪੋਤੀ ਦਾ ਫੋਨ ਆਇਆ ਕਿ ਦਾਦਾ ਜੀ ਤੁਹਾਡਾ ਕੀ ਹਾਲ ਹੈ ਤੇ ਰੋਟੀ ਪਾਣੀ ਕਿੱਥੋਂ ਖਾ ਰਹੇ ਹੋ? ਅਰਜਨ ਸਿੰਘ ਨੇ ਦੱਸਿਆ ਕਿ ਬੇਟੇ ਤੁਸੀਂ ਫਿਕਰ ਨਾ ਕਰੋ, ਮੈਂ ਰੋਟੀ ਦਾ ਜੁਗਾੜ ਕਰ ਲਿਆ, ਹੁਣ ਤਾਂ ਪੱਕੀ ਪਕਾਈ ਮਿਲ ਜਾਂਦੀ ਹੈ।
ਦਾਦਾ ਜੀ ਤੁਸੀਂ ਬੁਢੇਪੇ 'ਚ ਕੀ ਕਰ ਬੈਠੇ? ਸਾਰੇ ਖਾਨਦਾਨ ਦੇ ਸਿਰ ਸੁਆਹ ਪਾ ਦਿੱਤੀ, ਆਖ ਕੇ ਗੁੱਸੇ 'ਚ ਫੋਨ ਕੱਟ ਦਿੱਤਾ। 1 ਘੰਟੇ 'ਚ ਉਹਨੇ ਸਾਰੀਆਂ ਰਿਸ਼ਤੇਦਾਰੀਆਂ 'ਚ ਫੋਨ ਖੜਕਾ ਦਿੱਤਾ ਕਿ ਉਹੀ ਗੱਲ ਹੋਈ ਜਿਹਦਾ ਡਰ ਸੀ। ਤੁਹਾਨੂੰ ਬਥੇਰਾ ਕਿਹਾ ਸੀ ਕਿ ਦਾਦਾ ਜੀ ਨੂੰ ਆਪਣੇ ਕੋਲ ਲੈ ਚੱਲੋ, ਉਹ ਤਾਂ ਕੋਈ ਫੱਫੇ ਕੁੱਟਣੀ ਲੈ ਆਏ ਹਨ ਤੇ ਉਹ ਘਰ ਦਾ ਸਾਰਾ ਟੂਮ ਟੱਲਾ ਤੇ ਭਾਂਡਾ ਟਿੰਡਾ ਸਮੇਟ ਕੇ ਪੱਤਰਾਵਾਦ ਜਾਊਗੀ। ਕਰ ਲਓ ਜੋ ਕੁਝ ਹੁੰਦਾ ਹੈ। ਅਰਜਨ ਸਿੰਘ ਦਾ ਪੁੱਤਰ, ਜੋ ਕਿ ਫੌਜ 'ਚ ਸੀ, ਨੇ ਕਿਹਾ ਕਿ ਮੈਨੂੰ ਤਾਂ ਛੁੱਟੀ ਨਹੀਂ ਮਿਲਣੀ, ਤੁਸੀਂ ਭੂਆ ਦੇ ਮੁੰਡੇ ਥਾਣੇਦਾਰ ਜ਼ਬਰਜੰਗ ਸਿੰਘ ਨੂੰ ਲੈ ਕੇ ਪਿੰਡ ਜਾਓ, ਉਹੀ ਉਸ ਕੰਜਰੀ ਨੂੰ ਗੁੱਤੋਂ ਫੜ ਕੇ ਘਰੋਂ ਕੱਢੇਗਾ। ਸਾਰੇ ਰਿਸ਼ਤੇਦਾਰਾਂ ਨੇ ਜ਼ਬਰਜੰਗ ਥਾਣੇਦਾਰ ਨੂੰ ਨਾਲ ਲੈ ਕੇ ਅਰਜਨ ਸਿੰਘ ਦਾ ਆਣ ਬੂਹਾ ਖੜਕਾਇਆ। ਧੱਕਾ ਮਾਰ ਕੇ ਅੰਦਰ ਵੜਦਿਆਂ ਜ਼ਬਰਜੰਗ ਨੇ ਮੰਜੇ ਤੇ ਬੈਠੇ ਅਰਜਨ ਸਿੰਘ ਨੂੰ ਝੰਜੋੜ ਕੇ ਪੁੱਛਿਆ, ਦੱਸ ਮਾਮਾ ਜੀ, ਤੈਨੂੰ ਸ਼ਰਮ ਨਾ ਆਈ? 90 ਸਾਲ ਦੀ ਉਮਰ 'ਚ ਪਰਿਵਾਰ ਦੇ ਸਿਰ ਖੇਪ ਪਾਉਂਦਿਆਂ ਕਿੱਥੇ ਆ ਉਹ ਚੰਡਾਲਣ? ਆਖ ਕੇ ਉਹ ਰਸੋਈ ਵੱਲ ਆ ਲਿਆ, ਅਰਜਨ ਸਿੰਘ ਦੀ ਰੋਟੀ ਦੀ ਜੁਗਾੜ ਨੂੰ ਗੁੱਤੋਂ ਫੜ ਕੇ ਘੜੀਸ ਕੇ ਲਿਆਉਣ ਲਈ। ਜਦੋਂ ਬਾਹਰ ਆਇਆ ਤਾਂ ਉਹਦੇ ਹੱਥ 'ਚ ਰੋਟੀਆਂ ਪਕਾਉਣ ਵਾਲੀ ਮਸ਼ੀਨ, ਇਲੈਕਟ੍ਰਿਕ ਚਪਾਤੀ ਮੇਕਰ ਫੜੀ ਹੋਈ ਸੀ ਤੇ ਮਸ਼ੀਨ ਦਾ ਪਲੱਗ ਤੇ ਤਾਰ ਕਿਸੇ ਹੁਸੈਨ ਮੁਟਿਆਰ ਦੀ ਗੁੱਤ ਵਾਂਗ ਲਮਕਦੀ ਆ ਰਹੀ ਸੀ। ਹੁਣ ਅਰਜਨ ਸਿੰਘ ਦੇ ਸਾਰੇ ਰਿਸ਼ਤੇਦਾਰ ਨਮੋਸ਼ੀ ਦੀ ਮੂਰਤ ਬਣੇ ਖਿਸਿਆਨੀ ਹਾਸੀ ਹੱਸਦੇ ਉਹਦੇ ਦੋਸਤ ਦੀ ਪ੍ਰਸ਼ੰਸਾ ਕਰ ਰਹੇ ਸਨ, ਜਿਹਨੇ ਆਪਣੇ ਕੋਲੋਂ 1500 ਖਰਚ ਕੇ ਆਟਾ ਗੁੰਨਣ ਤੇ ਰੋਟੀਆਂ ਬਣਾਉਣ ਵਾਲੀ ਮਸ਼ੀਨ ਲਿਆ ਕੇ ਦਿੱਤੀ ਸੀ। ਧੰਨਵਾਦ। ਅਗਲੀ ਕਹਾਣੀ ਹੈ ਚੋਣ ਟਿਕਟ ਬਨਾਮ ਗਿੱਦੜ ਸਿੰਘੀ। ਡੈਡੀ ਜੀ, ਆਹ ਹਰ ਰੋਜ਼ ਹੀ ਅਖਬਾਰਾਂ ਤੇ ਟੀਵੀ 'ਚ ਟਿਕਟਾਂ ਲੈਣ ਦੇਣ ਦਾ ਕਾਹਦਾ ਰੌਲਾ ਪੈਂਦਾ ਰਹਿੰਦਾ? ਫਲਾਣੇ ਨੂੰ ਟਿਕਟ ਦੇ ਦਿੱਤੀ, ਟਿਮਕੇ ਨੂੰ ਟਿਕਟ ਨਹੀਂ ਮਿਲੀ ਤੇ ਉਹ ਗਿਰਗਿਟ ਦੇ ਰੰਗ ਬਦਲਣ ਵਾਂਗ ਪਾਰਟੀ ਬਦਲ ਗਿਆ। ਅਮਕਾ ਉੱਠਦੇ ਬੁੱਲ ਵਾਂਗ ਟਿਕਟਾਂ ਨੂੰ ਉਡੀਕਦਾ ਰਹੂ। ਕੰਡਕਟਰ ਇਹਨਾਂ ਨੂੰ ਟਿਕਟ ਕਿਉਂ ਨਹੀਂ ਦਿੰਦਾ? ਪੈਸੇ ਦੇਣ ਤੇ ਟਿਕਟ ਲੈਣ, ਭਾਵੇਂ ਦਿੱਲੀ ਕਲਕੱਤੇ ਦਾ ਲੈ ਲੈਣ। 8 ਸਾਲ ਦੇ ਪ੍ਰਿੰਸ ਨੇ ਆਪਣੇ ਦਾਦੇ ਬਲਵੰਤ ਸਿੰਘ ਨੂੰ ਪੁੱਛਿਆ। ਬਲਵੰਤ ਸਿੰਘ, ਜੋ ਕਿ ਆਪਣੇ ਘਰ ਦੇ ਬਿਜਲੀ ਦੇ ਮੀਟਰ ਬਾਰੇ ਸੋਚ ਰਿਹਾ ਸੀ, ਜਿਹਨੂੰ 20,000 ਦਾ ਬਿੱਲ ਨਾ ਦਿੱਤੇ ਜਾ ਸਕਣ ਕਰਕੇ ਬਿਜਲੀ ਵਾਲੇ ਲਾ ਕੇ ਲੈ ਗਏ ਸਨ, ਉਹ ਆਪਣੇ ਮਾਸੂਮ ਤੇ ਅਣਭੋਲ ਪੋਤੇ ਨੂੰ ਕਹਿਣ ਲੱਗਾ, ਬੇਟੇ, ਇਹ ਬੱਸ ਦੀਆਂ ਟਿਕਟਾਂ ਦੀ ਗੱਲ ਨਹੀਂ, ਨਾ ਹੀ ਡਾਕ ਦੀਆਂ, ਰੇਲ ਗੱਡੀ ਦੀਆਂ, ਸਿਨੇਮੇ ਦੀਆਂ ਤੇ ਨਾ ਹੀ ਹਵਾਈ ਜਹਾਜ਼ ਦੀਆਂ ਟਿਕਟਾਂ ਦੀ ਗੱਲ ਹੈ, ਜਿਨ੍ਹਾਂ ਨਾਲ 1-2 ਘੰਟੇ ਤੋਂ ਲੈ ਕੇ 3-4 ਦਿਨ ਦਾ ਸਫ਼ਰ ਹੋ ਸਕਦਾ ਹੈ। ਬੇਟੇ, ਜਿਸ ਟਿਕਟ ਦੀ ਇਹ ਲੋਕ ਗੱਲ ਕਰਦੇ ਹਨ ਉਹ ਤਾਂ 5 ਸਾਲ ਦੇ ਲੰਬੇ ਸਫ਼ਰ ਦੀ ਟਿਕਟ ਹੈ। ਇਹ ਟਿਕਟ ਜਿਹਨੂੰ ਇੱਕ ਵਾਰ ਮਿਲ ਜਾਏ ਉਹਦੀ ਸਮਝੋ ਲਾਟਰੀ ਲੱਗ ਗਈ ਤੇ ਪੁੱਤਾਂ ਪੋਤਰਿਆਂ ਦੀਆਂ ਰੋਟੀਆਂ ਮਿਲ ਗਈਆਂ। ਇਹ ਟਿਕਟਾਂ ਰਾਜਸੀ ਪਾਰਟੀਆਂ ਦੇ ਪ੍ਰਧਾਨ ਦਿੰਦੇ ਹਨ ਤੇ ਆਪਣੇ ਪੁੱਤਾਂ, ਚਹੇਤਿਆਂ ਤੇ ਰਿਸ਼ਤੇਦਾਰਾਂ ਨੂੰ, ਜਿਨ੍ਹਾਂ ਨੇ 5 ਸਾਲ ਲੋਕਾਂ ਦੀਆਂ ਆਸਾਂ ਦਾ ਖੂਨ ਕਰਨਾ ਹੁੰਦਾ ਹੈ ਤੇ ਆਪਣੀਆਂ ਫੈਕਟਰੀਆਂ, ਸ਼ੈਲਰ ਤੇ 5 ਤਾਰਾ ਹੋਟਲ ਬਣਾਉਣੇ ਹੁੰਦੇ ਹਨ। ਇੱਕ ਵਾਰ ਟਿਕਟ ਮਿਲ ਗਈ, ਸਮਝੋ ਸਵਰਗ ਦੇ ਦਰਵਾਜ਼ੇ ਖੁੱਲ੍ਹ ਗਏ। ਥੋੜ੍ਹਾ ਜਿਹਾ ਜ਼ੋਰ ਲਾਉਣਾ ਪੈਂਦਾ ਲੋਕਾਂ ਨੂੰ, ਸ਼ਰਾਬ ਦੇ ਦਰਿਆ ਵਗਾ ਕੇ, ਭੁੱਕੀ ਵੰਡ ਕੇ ਤੇ ਥੋੜ੍ਹਾ ਨਗਦ ਨਰੈਣ ਦੇ ਕੇ ਤੇ ਹੋਰ ਕਈ ਤਰ੍ਹਾਂ ਦੇ ਢੰਗ ਤਰੀਕੇ ਵਰਤ ਕੇ, ਮੂਰਖ ਬਣਾ ਕੇ। ਹੋਰ 2-4 ਦਿਨਾਂ ਨੂੰ ਵੇਖ ਲਈ, ਇਹ ਬਰਸਾਤੀ ਡੱਡੂਆਂ ਵਾਂਗ ਪਿੰਡਾਂ 'ਚ ਆਉਣਗੇ, ਮਿੰਨਤਾਂ ਤਰਲੇ ਪਾਉਣਗੇ, ਪੈਰੀਂ ਹੱਥ ਲਾਉਣਗੇ, ਸਬਜ਼ ਬਾਗ ਵਿਖਾਉਣਗੇ, ਲੋਕਾਂ ਦੇ ਗੁਣ ਗਾਉਣਗੇ, ਰੁੱਸਿਆਂ ਨੂੰ ਮਨਾਉਣਗੇ ਕਿ ਬਾਪੂ, ਚਾਚਾ ਜੀ, ਸਾਨੂੰ ਵੋਟ ਪਾਇਓ, ਅਸੀਂ ਤੁਹਾਡੀ ਗਰੀਬੀ ਦੂਰ ਕਰਾਂਗੇ, ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਵਾਂਗੇ, ਬੁਢੇਪਾ ਪੈਨਸ਼ਨ ਤਿੱਗਣੀ ਕਰ ਦਿਆਂਗੇ। ਪਰ ਜਦ ਇਹ ਲੋਕ ਜਿੱਤ ਜਾਣਗੇ, ਸਰਕਾਰ ਬਣਾ ਕੇ ਚੰਡੀਗੜ੍ਹ, ਦਿੱਲੀ ਬਹਿ ਜਾਣਗੇ, 4-4 ਲੱਖ ਚਪੜਾਸੀ ਦੀ ਨੌਕਰੀ ਦਾ ਲੈਣਗੇ, ਆਪਣੇ ਕੁਣਬੇ ਪਾਲਣਗੇ ਤੇ ਲੋਕਾਂ ਨੂੰ ਉਂਗਲਾਂ ਤੇ ਨਚਾਉਣਗੇ, ਕਾਤਲਾਂ, ਚੋਰਾਂ, ਡਾਕੂਆਂ, ਲੁਟੇਰਿਆਂ ਤੋਂ ਰਿਸ਼ਵਤਾਂ ਲੈ ਕੇ ਕੇਸ ਬਣਨ ਤੋਂ ਪਹਿਲਾਂ ਛੁਡਾਉਣਗੇ, ਗਰੀਬੀ, ਲੁੱਟ ਖਸੁੱਟ, ਗੁੰਡਾਗਰਦੀ ਵਧਾਉਣਗੇ। ਬਸ ਦਾਦਾ ਜੀ, ਬਸ, ਇਹ ਤਾਂ ਟਿਕਟਾਂ ਨਾ ਹੋਈਆਂ, ਸਗੋਂ ਗਿੱਦੜ ਸਿੰਘੀ ਹੋਈ, ਜੋ ਭਿਖਾਰੀਆਂ ਤੋਂ ਰਾਜੇ ਰਾਣੇ ਬਣਾ ਦਿੰਦੀ ਹੈ। ਇਹ ਆਖ ਕੇ ਪ੍ਰਿੰਸ ਆਪਣੀ 5ਵੀਂ ਦੀ 1.5 ਕਿਲੋ ਦੀ ਗਾਈਡ ਚੁੱਕ ਕੇ ਪੜ੍ਹਨ ਦਾ ਬਹਾਨਾ ਕਰਦਾ ਸੋਚਾਂ 'ਚ ਪੈ ਗਿਆ ਕਿ ਕਾਸ਼ ਇਹ ਟਿਕਟ ਮੇਰੇ ਦਾਦਾ ਜੀ ਨੂੰ ਮਿਲ ਜਾਏ ਤੇ ਸਾਡਾ ਘੁਣ ਖਾਧੇ ਸ਼ਤੀਰਾਂ ਦਾ ਮਕਾਨ ਇੱਕ ਆਲੀਸ਼ਾਨ ਕੋਠੀ 'ਚ ਬਦਲ ਜਾਏ ਤੇ ਸਾਡਾ ਬਿਜਲੀ ਦਾ ਮੀਟਰ ਦੁਬਾਰਾ ਲੱਗ ਜਾਏ। ਧੰਨਵਾਦ। ਅਗਲੀ ਕਹਾਣੀ ਹੈ ਲੈ ਕਰ ਲੈ ਸੇਵਾ। ਵਿਸਾਖਾ ਸਿੰਘ ਜਿੱਥੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਝਾੜੂ ਮਾਰਨ, ਜੋੜੇ ਸਾਫ਼ ਕਰਨ ਦੀ ਸੇਵਾ ਕਰਦਾ, ਉੱਥੇ ਉਹ ਹਰ ਰੋਜ਼ ਅੰਮ੍ਰਿਤ ਵੇਲੇ ਬਾਹਰੋਂ ਖੇਤਾਂ 'ਚੋਂ ਕਿੱਕਰ ਦੀਆਂ ਦਾਤਣਾ ਲਿਆ ਕੇ ਲੋਕਾਂ ਨੂੰ ਮੁਫਤ ਵੰਡਦਾ। ਉਹ ਦਾਤਣਾ ਵੰਡਦਾ ਆਖਦਾ, ਲਓ ਪਿਆਰਿਓ, ਕਰੋ ਮੁਖ ਸਾਫ਼ ਤੇ ਜਪੋ ਸਤਿਗੁਰਾਂ ਦਾ ਨਾਮ। ਉਹਦੀ ਦਾਤਣਾ ਦੀ ਇਹ ਸੇਵਾ ਕਈ ਸਾਲਾਂ ਤੋਂ ਨਿਰੰਤਰ ਚੱਲੀ ਆ ਰਹੀ ਸੀਗੀ। ਇੱਕ ਦਿਨ ਮੈਂ ਆਪਣੀ ਦੁਕਾਨ ਅੱਗੇ ਖੜਾ ਸੀ ਕਿ ਨਾਜਰ ਵੱਢ ਖਾਣਿਆਂ ਦਾ ਹੱਥ ਵਿੱਚ ਗੰਡਾਸਾ ਲਈ ਮੈਨੂੰ ਪੁੱਛਣ ਲੱਗਾ ਕਿ ਬਾਈ, ਇੱਧਰ ਵਿਸਾਖਾ ਦਾਤਣਾ ਵਾਲਾ ਤਾਂ ਨਹੀਂ ਲੰਘਿਆ?
ਮੈਂ ਸੋਚਿਆ ਉਹਨੇ ਦਾਤਣਾ ਲੈਣੀਆਂ ਹੋਣਗੀਆਂ ਤੇ ਵਿਸਾਖਾ ਸਿੰਘ ਦੀ ਵਡਿਆਈ ਕਰਦਿਆਂ ਕਿਹਾ, ਬਈ ਨਾਜਰਾ ਬੜਾ ਦਰਵੇਸ਼ ਬੰਦਾ ਹੈ ਵਿਸਾਖਾ ਸਿੰਘ, ਕਿਹੜਾ ਕਰ ਲੂ ਦਾਤਣਾ ਦੀ ਮੁੱਤ ਸੇਵਾ। ਉਹ ਸੇਵਾ ਕਰਦਾ ਸੁਆਹ ਤਿੱਖੇ। ਮੈਂ ਤਾਂ ਅੱਜ ਉਹਦੀਆਂ ਲੱਤਾਂ ਵੱਢਣੀਆਂ ਨੇ। ਕੰਜਰ ਦਾ ਸਾਡੀਆਂ ਨਿਆਈ ਵਾਲੀਆਂ ਕਿੱਕਰਾਂ ਤੋਂ ਰੋਜ਼ ਦਾਤਣਾ ਵੱਢ ਕੇ ਸਾਰੇ ਵਾਹਣ 'ਚ ਕੰਡੇ ਖਿਲਾਰ ਆਉਂਦਾ। ਇੰਨੀ ਆਖ ਕੇ ਮੋਢੇ ਤੇ ਗੰਡਾਸਾ ਰੱਖ ਕੇ ਵਿਸਾਖਾ ਸਿੰਘ ਨੂੰ ਭਾਲਣ ਤੁਰ ਪਿਆ। ਧੰਨਵਾਦ। ਅਗਲੀ ਕਹਾਣੀ ਹੈ ਧੰਨਵਾਦੀ ਥੱਪੜ। ਰੁਲਦੂ ਅੱਜ ਫੇਰ ਬੱਸ ਅੱਡੇ ਤੋਂ ਕਿਸੇ ਦਾ ਨਵਾਂ ਮੋਟਰਸਾਈਕਲ ਚੁੱਕ ਲਿਆਇਆ। ਉਹਦੀ ਘਰਵਾਲੀ ਪਾਰੋ ਨੇ ਬਥੇਰਾ ਸਮਝਾਇਆ ਸੀ ਕਿ ਲੋਕਾਂ ਦੇ ਸਾਈਕਲਾਂ ਦੀ ਚੋਰੀ ਚੰਗੀ ਗੱਲ ਨਹੀਂ, ਪਰ ਰੁਲਦੂ ਆਦਤ ਤੋਂ ਮਜਬੂਰ ਸੀ। ਅਚਾਨਕ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਲਾਊਡ ਸਪੀਕਰ ਤੇ ਚੇਤਾਵਨੀ ਕੀਤੀ ਗਈ, ਨਗਰ ਨਿਵਾਸੀਓ, ਅੱਜ ਫੌਜਾ ਸਿੰਘ ਹੌਲਦਾਰ ਦਾ ਨਵਾਂ ਸਾਈਕਲ ਬੱਸ ਅੱਡੇ ਤੋਂ ਚੋਰੀ ਹੋ ਗਿਆ। ਜੇ ਕੋਈ ਸੱਜਣ ਭੁਲੇਖੇ ਨਾਲ ਜਾਣੇ 'ਚ ਲੈ ਗਿਆ ਤਾਂ ਫੌਜਾ ਸਿੰਘ ਦੇ ਘਰ ਪਹੁੰਚਾ ਦੇਵੇ, ਉਹਦਾ ਧੰਨਵਾਦ ਕੀਤਾ ਜਾਏਗਾ। ਰੁਲਦੂ ਚੇਤਾਵਨੀ ਸੁਣ ਕੇ ਕੰਬ ਗਿਆ, ਕਿਉਂਕਿ ਉਹ ਅੱਜ ਦਹੀਂ ਦੇ ਭੁਲੇਖੇ ਕਪਾਹ ਖਾ ਗਿਆ ਸੀ। ਫੌਜਾ ਸਿੰਘ ਪੁਲਿਸ ਦਾ ਹਵਾਲਦਾਰ ਤੇ ਘੋਟਣਾ ਚਾੜਨ ਦਾ ਸਪੈਸ਼ਲਿਸਟ ਸੀ। ਰੁਲਦੂ ਨੇ ਸੋਚਿਆ, ਜੇ ਚੋਰੀ ਫੜੀ ਗਈ ਤਾਂ ਫੌਜਾ ਸਿੰਘ ਮੇਰੇ ਹੱਡੀ ਪਸਲੀ ਇੱਕ ਕਰ ਦੇਗਾ। ਚੰਗਾ ਇਹ ਹੈ ਕਿ ਮੈਂ ਪਰਦੇ ਨਾਲ ਕੋਈ ਬਹਾਨਾ ਬਣਾ ਕੇ ਉਹਦਾ ਸਾਈਕਲ ਮੋੜ ਆਵਾਂ ਤੇ ਉਹ ਮੈਨੂੰ ਚੰਗਾ ਇਨਾਮ ਖਿਨਾਮ ਵੀ ਦੇਏਗਾ। ਉਹ ਫਟਾਫਟ ਸਾਈਕਲ ਲੈ ਕੇ ਫੌਜਾ ਸਿੰਘ ਦੇ ਘਰ ਗਿਆ ਤੇ ਕਹਿਣ ਲੱਗਾ, ਜਨਾਬ, ਇਹ ਸਾਈਕਲ ਕੋਈ ਚੋਰ ਉਚੱਕਾ ਮੇਰੇ ਘਰ ਦੇ ਸਾਹਮਣੇ ਖੜਾ ਕਰ ਗਿਆ, ਤੁਸੀਂ ਸਾਂਭ ਲਓ। ਤਾੜ ਕਰਦਾ ਤੰਗਲੀ ਜਿੱਡੇ ਹੱਥ ਦਾ ਥੱਪੜ ਉਹਦੇ ਜਬਾੜਿਆਂ ਤੇ ਵੱਜਿਆ। ਸਾਲਿਆ ਲੰਡੇ ਦੇ ਆ, ਮੈਂ ਤੜਕੇ ਦਾ ਡਿਊਟੀ ਤੇ ਜਾਣ ਲਈ ਸਾਈਕਲ ਲੱਭ ਕੇ ਪਾਗਲ ਹੋਇਆ ਫਿਰਦਾ। ਹੋਕਾ ਲਾਏ ਨੂੰ 2 ਘੰਟੇ ਹੋ ਗਏ ਹਨ। ਉਹਨੇ ਦੂਜਾ ਥੱਪੜ ਮਾਰਨ ਲਈ ਹੱਥ ਉਤਾਂਹ ਚੁੱਕਿਆ। ਰੁਲਦੂ ਇੱਕਦਮ ਪਿੱਛੇ ਹਟ ਗਿਆ, ਕਹਿਣ ਲੱਗਾ, ਮਾਪਿਓ, ਤੁਸੀਂ ਤਾਂ ਸਪੀਕਰ ਤੇ ਮੁਨਿਆਦੀ ਕਰਾਈ ਸੀ ਕਿ ਜਿਹੜਾ ਕੋਈ ਸਾਈਕਲ ਲੱਭ ਕੇ ਦੇਊਗਾ ਉਹਦਾ ਧੰਨਵਾਦ ਕੀਤਾ ਜਾਊਗਾ, ਪਰ ਤੁਸੀਂ ਤਾਂ ਕੁੱਟ ਦੀ ਪੰਜੀਰੀ ਦੇ ਰਹੇ ਹੋ। ਉਹ ਉੱਲੂ ਦੇ ਚਰਖਿਆ, ਇਹ ਧੰਨਵਾਦ ਹੀ ਤਾਂ ਕੀਤਾ। ਜੇ ਸਜ਼ਾ ਦੇਣੀ ਹੁੰਦੀ ਤਾਂ ਥਾਣੇ 'ਚ ਜਾ ਕੇ ਪੁੱਠਾ ਟੰਗ ਕੇ ਘੋਟਣਾ ਨਾ ਚਾੜਦਾ। ਫੌਜਾ ਸਿੰਘ ਸਾਈਕਲ ਚੁੱਕ ਕੇ ਬਾਘੇ ਪੁਰਾਣੇ ਥਾਣੇ 'ਚ ਡਿਊਟੀ ਦੇਣ ਤੁਰ ਪਿਆ ਤੇ ਰੁਲਦੂ ਗੱਲਾਂ ਨੂੰ ਪਲੋਸਦਾ ਕਿਸੇ ਹੋਰ ਭਲੇ ਮਾਨਸ ਜਾਂ ਕਿਸੇ ਸਕੂਲ ਪੜ੍ਹਦੇ ਜਵਾਕ ਦਾ ਸਾਈਕਲ ਚੁੱਕਣ ਬਾਰੇ ਸੋਚਣ ਲੱਗ ਪਿਆ। ਧੰਨਵਾਦ। ਅਗਲੀ ਕਹਾਣੀ ਹੈ ਮਜਬੂਰੀ ਬਨਾਮ ਝੂਠ। ਰਾਗੀ ਕੇਰ ਸਿੰਘ ਜਮਾਂਦਰੂ ਅੱਖਾਂ ਤੋਂ ਅਪਾਹਜ ਸੀ। ਬੇਸ਼ੱਕ ਉਹ ਗੁਰਦੁਆਰਾ ਸਾਹਿਬ ਦੇ ਸੰਤ ਮੀਹਾਂ ਸਿੰਘ ਤੋਂ ਗੁਰਬਾਣੀ ਦੀ ਵਿੱਦਿਆ ਲੈ ਕੇ ਚੰਗਾ ਕੀਰਤਨੀਆ ਰਾਗੀ ਬਣ ਚੁੱਕਾ ਸੀ, ਪਰ ਉਹਦੀ ਆਪਣੇ ਘਰ 'ਚ ਕੋਈ ਪੁੱਛ ਪ੍ਰਤੀਤ ਨਹੀਂ ਸੀ। ਉਹਨੂੰ ਆਪਣੇ ਹਿੱਸੇ ਮੁਤਾਬਕ ਆਪਣੇ ਬਾਪ ਦੀ ਜ਼ਮੀਨ 'ਚੋਂ 2 ਕਿੱਲੇ ਜ਼ਮੀਨ ਆਉਂਦੀ ਸੀ। ਇਸ ਕਰਕੇ ਉਹ ਆਪਣੇ ਘਰ ਆਪਣੇ ਛੋਟੇ ਭਰਾ ਮੱਘਰ ਸਿੰਘ ਦੇ ਪਰਿਵਾਰ ਤੇ ਦਬਦਬਾ ਰੱਖਣਾ ਚਾਹੁੰਦਾ ਸੀ, ਪਰ ਅੱਖਾਂ ਤੋਂ ਮੁਨਾਖਾ ਹੋਣ ਕਰਕੇ ਉਹਦਾ ਕੋਈ ਵੱਸ ਨਾ ਚੱਲਦਾ। ਘਰ 'ਚ ਅੱਧ ਦਾ ਮਾਲਕ ਹੋਣ ਕਰਕੇ ਉਹਨੂੰ ਮੱਘਰ ਸਿੰਘ ਨੇ ਇੱਕ ਪਾਸੇ ਬੈਠਕ ਬਣਵਾ ਦਿੱਤੀ ਸੀ, ਜੋ ਕਿ ਉਹਦੀ ਪੱਕੀ ਰਿਹਾਇਸ਼ ਸੀ। ਘਰ 'ਚ ਕੋਈ ਖਾਣ ਲਈ ਸਪੈਸ਼ਲ ਪਕਵਾਨ ਬਣਦਾ ਤਾਂ ਕੇਰ ਸਿੰਘ ਨੂੰ ਉਹਦੀ ਭਰਜਾਈ ਭਜਨ ਕੌਰ ਨਜ਼ਰ ਅੰਦਾਜ਼ ਕਰ ਦਿੰਦੀ ਤੇ ਉਹ ਪਕਵਾਨ ਦੀ ਸੁਗੰਧ ਆ ਜਾਣ ਕਰਕੇ ਮੁੱਛਾਂ ਹੀ ਸਵਾਰਦਾ ਰਹਿ ਜਾਂਦਾ। ਇੱਕ ਦਿਨ ਭਜਨ ਕੌਰ ਨੇ ਆਪਣੇ ਸਕੂਲ ਪੜ੍ਹਦੇ ਜਵਾਕਾਂ ਵਾਸਤੇ 20 ਕਿਲੋ ਦੁੱਧ ਦਾ ਖੋਆ ਬਣਾਇਆ, ਪਰ ਕੇਰ ਸਿੰਘ ਨੂੰ ਕੌਲੀ ਭਰ ਕੇ ਤਾਂ ਕੀ ਦੇਣੀ ਸੀ, ਭੋਰਾ ਸਵਾਦ ਵੀ ਨਾ ਵਿਖਾਇਆ। ਦੇਸੀ ਘਿਓ ਨਾਲ ਬਣੇ ਖੋਏ ਦੀਆਂ ਲਪਟਾਂ ਗੁਆਂਢੀਆਂ ਨੂੰ ਵੀ ਆ ਗਈਆਂ, ਕੇਰ ਸਿੰਘ ਨੂੰ ਤਾਂ ਆਉਣੀਆਂ ਹੀ ਸੀ। ਭਜਨ ਕੌਰ ਨੇ ਖੋਏ ਵਾਲਾ ਪੀਪਾ ਰਸੋਈ ਦੀ ਅਲਮਾਰੀ 'ਚ ਰੱਖ ਦਿੱਤਾ, ਜਿਹਦਾ ਕੇਰ ਸਿੰਘ ਨੂੰ ਪਤਾ ਲੱਗ ਗਿਆ। ਜਦ ਰਾਤ ਹੋ ਗਈ ਤਾਂ ਆਪਣੀ ਭਰਜਾਈ ਨੂੰ ਬਾਰ-ਬਾਰ ਪੁੱਛੇ, ਭਾਈ ਭਜਨ ਕੁਰੇ, ਬੱਚੇ ਸੌਂ ਗਏ, ਦੀਵਾ ਬੁਝਾਤਾ। ਭਜਨ ਕੌਰ ਨੇ ਸੋਚਿਆ ਕਿ ਜੇਠ ਅੱਜ ਕਾਹਤੋਂ ਦੀਵਾ ਬੁਝਾਉਣ ਦੇ ਪਿੱਛੇ ਪਿਆ, ਉਹਨੂੰ ਤਾਂ ਕੁਝ ਦਿੰਦਾ ਹੀ ਨਹੀਂ। ਉਹਨੇ ਦੀਵਾ ਨਾ ਬੁਝਾਇਆ ਤੇ ਐਵੇਂ ਆਖ ਦਿੱਤਾ, ਹਾਂ ਜੇਠ ਜੀ, ਦੀਵਾ ਤਾਂ ਕਦੋਂ ਦਾ ਬੁਝਾਤਾ। ਅੱਧੇ ਘੰਟੇ ਬਾਅਦ ਉਹ ਮੰਜੇ ਤੋਂ ਦੱਬਵੀਂ ਪੈਰੀ ਉੱਠਿਆ ਤੇ ਰਸੋਈ 'ਚ ਅਲਮਾਰੀ ਖੋਲ ਕੇ ਖੋਏ ਵਾਲੇ ਪੀਪੇ ਨੂੰ ਜਾ ਹੱਥ ਪਾਇਆ। ਅਜੇ ਉਹਨੇ ਖੋਏ ਦਾ ਰੁੱਗ ਭਰ ਕੇ ਮੂੰਹ 'ਚ ਪਾਇਆ ਹੀ ਸੀ ਕਿ ਭਜਨ ਕੌਰ ਨੇ ਕਿਹਾ, ਉਹ ਭਾਈ ਜੀ ਕੀ ਕਰ ਰਹੇ ਹੋ ਸਿਆਣੇ ਬਿਆਣੇ ਹੋ ਕੇ? ਝੂਠ ਬੋਲਣ ਵਾਲਿਆਂ ਦੇ ਪੁੱਤਾਂ ਨੂੰ ਪਿੱਟ ਰਿਹਾ, ਆਖ ਕੇ ਅਲਮਾਰੀ ਬੰਦ ਕਰ ਦਿੱਤੀ। ਧੰਨਵਾਦ। ਅਗਲੀ ਕਹਾਣੀ ਹੈ ਕੰਨਾਂ ਵਾਲਾ ਡਾਕਟਰ। ਓਏ ਡਾਕਦਾਰਾ, ਵੇਖੀਗਾ ਭਲਾ ਮੇਰੇ ਕੰਨ ਕਈਆਂ ਦਿਨਾਂ ਤੋਂ ਸਾਂ ਕਰੀ ਜਾਂਦੇ ਆ, ਨਾਲੇ ਮੇਰਾ ਮੂੰਹ ਵੀ ਕੌੜਾ ਜਿਹਾ ਰਹਿੰਦਾ। ਪ੍ਰੀਤੂ ਜੁੰਡਲਾਂ ਦੇ ਨੇ ਡਾਕਟਰ ਪਾਲ ਸਿੰਘ ਨੂੰ ਕਲੀਨਿਕ 'ਚ ਵੜਦੇ ਹੀ ਸਿਰ ਤੋਂ ਤੂੜੀ ਨਾਲ ਭਰਿਆ ਪਰਨਾ ਲਾ ਕੇ ਕਿਹਾ। ਡਾਕਟਰ ਅੱਖੜ ਜੱਟ ਦੀ ਭਾਸ਼ਾ ਸੁਣ ਕੇ ਘਬਰਾ ਗਿਆ। ਉਹਨੇ ਪਹਿਲਾਂ ਪ੍ਰੀਤੂ ਦੇ ਮੂੰਹ ਵੱਲ ਤੇ ਫਿਰ ਉਹਦੀ ਖਾਲੀ ਜੇਬ ਵੱਲ ਚੋਰੀ ਅੱਖ ਨਾਲ ਵੇਖਦਿਆਂ ਸੋਚਿਆ ਕਿ ਇਹ ਤੋਂ ਪਹਿਲਾਂ ਵੀ 500-400 ਲੈਣਾ। ਦਵਾਈਆਂ ਦਾ ਅੱਜ ਫੇਰ ਅਨਪੜ੍ਹ ਜੱਟ ਨਾਲ ਪੰਗਾ ਪੈ ਗਿਆ।
ਪਰ ਉਹਦੇ ਵੀ ਵੱਸ ਦੀ ਗੱਲ ਨਹੀਂ। ਉਹਨੂੰ ਸਾਹਮਣੇ ਲਿਖਿਆ ਉਧਾਰ ਬਿਲਕੁਲ ਬੰਦ ਹੈ, ਪੜ੍ਹਨਾ ਹੀ ਨਹੀਂ ਆਉਂਦਾ। ਡਾਕਟਰ ਨੇ ਪ੍ਰੀਤੂ ਨੂੰ ਸੋਚ ਕੇ ਕਿਹਾ, ਬਈ ਪ੍ਰੀਤਮ ਸਿਆ, ਹੁਣ ਮੇਰੇ ਕੋਲ ਮਰੀਜ਼ ਬਹੁਤ ਬੈਠੇ ਆ ਤੇ ਮੈਨੂੰ ਕੰਨਾਂ ਬਾਰੇ ਦਵਾਈ ਦਾ ਵੀ ਪਤਾ ਨਹੀਂ। ਤੂੰ ਸ਼ਹਿਰ ਜਾ ਕੇ ਕਿਸੇ ਕੰਨਾਂ ਅੱਖਾਂ ਤੇ ਗਲ ਵਾਲੇ ਡਾਕਟਰ ਨੂੰ ਵਿਖਾ ਦੇ। ਉਹ ਡਾਕਟਰਦਾਰ ਕਿਉਂ ਮਜ਼ਾਕ ਕਰਦਾ ਭੋਲੇ ਭਾਲੇ ਜੱਟਾਂ ਨੂੰ, ਤੇਰੇ ਅੱਖਾਂ ਕੰਨਾਂ ਤੇ ਗੱਲਾਂ ਹੈ ਨਹੀਂ। ਆ ਕੇ ਡਾਕਟਰ ਦੀ ਪੱਗ ਤੇ ਐਨਕ ਲਾ ਕੇ ਕਹਿਣ ਲੱਗਾ, ਵੇਖ ਤੇਰੇ ਕਿੱਡੀਆਂ ਕਿੱਡੀਆਂ ਅੱਖਾਂ ਤੇ ਵੱਡੇ ਵੱਡੇ ਕੰਨ। ਇੰਨੀ ਕਹਿ ਕੇ ਉਹ ਡਾਕਟਰ ਦੇ ਨੇੜੇ ਪਈ ਬੈੱਡ ਤੇ ਧੌੜੀ ਦੀ ਜੁੱਤੀ ਸਣੇ ਲੇਟ ਗਿਆ। ਧੰਨਵਾਦ। ਅਗਲੀ ਕਹਾਣੀ ਹੈ ਠੇਕਾ ਲਿਆ ਹੈ। ਸੁਣ ਭਾਈ ਫੌਜੀ ਸਾਹਿਬ, ਤੂੰ ਸਾਰੇ ਪਿੰਡ ਦਾ ਪ੍ਰਧਾਨ ਬਣਿਆ ਫਿਰਦਾ ਹੈ। ਤੂੰ ਠੇਕਾ ਲਿਆ ਸਾਰੇ ਪਿੰਡ ਦੇ ਵਿਕਾਸ ਦਾ। ਕਦੇ ਬੁੱਢਿਆਂ ਦੀਆਂ ਪਿਲਸਣਾ, ਕਦੇ ਨੀਲੇ ਕਾਰਡ, ਕਦੇ ਵੀਹਾਂ ਦੇ ਚਿੱਕੜ ਬਾਬਤ ਰੌਲਾ ਪਾਉਂਦਾ ਫਿਰਦਾ ਹੈ। ਬੰਤੇ ਲੱਡੂ ਖਾਣਿਆਂ ਦੇ ਨੇ ਫੌਜੀ ਸ਼ਮਸ਼ੇਰ ਸਿੰਘ ਨੂੰ ਟੋਕਿਆ। ਓਏ ਬੰਤੇ ਕੇ ਪੁੱਤਰਾ, ਮੈਂ ਫੌਜ ਵਿੱਚ 32 ਸਾਲ ਨੌਕਰੀ ਕਰਕੇ ਸੂਬੇਦਾਰ ਮੇਜਰ ਬਣ ਕੇ ਆਇਆ ਹਾਂ। ਮੇਰਾ ਵੀ ਕੁਝ ਫਰਜ਼ ਬਣਦਾ ਹੈ ਪਿੰਡ ਦੀ ਬਿਹਤਰੀ ਵਾਸਤੇ ਕੰਮ ਕਰਨ ਦਾ। ਸਾਰਾ ਪਿੰਡ ਮੇਰੇ ਮੂਹਰੇ ਪਾਣੀ ਭਰਦਾ ਹੈ। ਮੈਂ ਤਾਂ ਫੌਜ 'ਚ ਵੱਡੇ ਵੱਡੇ ਅੰਗਰੇਜ਼ ਅਫਸਰਾਂ ਦਾ ਹੜਾਟ ਪਵਾ ਦਿੰਦਾ ਸੀ। ਤੂੰ ਕਿਸਕੇ ਬਾਗ ਕੀ ਗਾਜਰ ਸੌਰੀ ਮੂਲੀ ਹੈ। ਮੈਨੂੰ ਅੱਜ ਤੱਕ ਪਿੰਡ 'ਚ ਕਿਸੇ ਨੇ ਟੋਕਿਆ। ਤੂੰ ਠੇਕਾ ਲਿਆ ਇੱਕ ਫੌਜੀ ਅਫਸਰ ਨੂੰ ਟੋਕਣੇ का। ਧੰਨਵਾਦ। ਅਗਲੀ ਕਹਾਣੀ ਹੈ ਕ੍ਰਿਸ਼ਮਾ। ਮਨਜੀਤ ATT ਦਾ ਲਿਖਤੀ ਪੇਪਰ ਦੇਣ ਲਈ ਹਾਲ 'ਚ ਬੈਠੀ ਸੀ। ਉਹਦੇ ਨੇੜੇ ਹੀ ਬੈਠੀਆਂ ਉਹਦੇ ਗੁਆਂਢੀ ਪਿੰਡ ਦੀਆਂ 2 ਹੋਰ ਲੜਕੀਆਂ ਨੇ ਗੱਲਾਂ ਗੱਲਾਂ 'ਚ ਦੱਸਿਆ ਕਿ ਉਹ ਸਕੀਆਂ ਭੈਣਾਂ ਹਨ ਤੇ ਉਹ 3rd ਡਿਵੀਜ਼ਨ 'ਚ +2 ਪਾਸ ਹਨ। ਉਹਨਾਂ ਨੇ ਮਨਜੀਤ ਨੂੰ ਪੁੱਛਿਆ ਕਿ ਭੈਣ ਜੀ ਕੋਈ ਸਿਫਾਰਿਸ਼ ਹੈ ਕਿ ਨਹੀਂ। ਮਨਜੀਤ MA ਪਾਸ ਸੀ। ਉਹਨੇ ਦਿਲ 'ਚ ਮਾਣ ਜੇ ਨਾਲ ਕਿਹਾ ਵਿਚਾਰੀਆਂ ਤੇ ਮੂੰਹੋਂ ਕਿਹਾ, ਨਹੀਂ ਭੈਣੋ, ਮੈਂ ਕਿਸੇ ਸਿਫਾਰਿਸ਼ ਦੇ ਹੱਕ 'ਚ ਨਹੀਂ। ਪੇਪਰ ਸ਼ੁਰੂ ਹੋਇਆ। ਮਨਜੀਤ ਨੇ ਆਬਜੈਕਟਿਵ ਪੇਪਰ ਥੋੜ੍ਹੇ ਚਿਰ ਵਿੱਚ ਹੀ ਕਰ ਲਿਆ, ਪਰ ਉਹਦੇ ਨੇੜੇ ਬੈਠੀਆਂ ਦੋਵਾਂ ਭੈਣਾਂ ਨੇ ਪੂਰੇ ਟਾਈਮ 'ਚ ਪੇਪਰ ਨੂੰ ਹੱਥ ਵੀ ਨਾ ਲਾਇਆ ਤੇ ਕੋਰਾ ਹੀ ਫੜਾਤਾ। ਉਹਨਾਂ ਦੇ ਚਿਹਰੇ ਤੇ ਫਿਰ ਵੀ ਖੁਸ਼ੀ ਤੇ ਜਲਾਲ ਸੀ, ਪਰ ਖੁਸ਼ੀ ਤਾਂ ਮਨਜੀਤ ਦੇ ਚਿਹਰੇ ਤੇ ਵੀ ਸੀ, ਪਰ ਉਹ ਅਣਕਿਆਸੀ ਖੁਸ਼ੀ ਸੀ। ਨਤੀਜਾ ਆਇਆ, ਮਨਜੀਤ ਫੇਲ ਸੀ। ਕੁਝ ਦਿਨਾਂ ਬਾਅਦ ਉਹ ਦੋਵੇਂ ਭੈਣਾਂ ਮੋਗਾ ਬੱਸ ਅੱਡੇ ਤੇ ਮਿਲੀਆਂ। ਉਹਨਾਂ ਨੇ ਮਨਜੀਤ ਨੂੰ ਸਿਆਣ ਕੇ ਦੱਸਿਆ ਕਿ ਦੋਵੇਂ ਪਾਸ ਹੋ ਗਈਆਂ ਹਨ ਤੇ ਹੁਣ ETT ਦੀ ਟ੍ਰੇਨਿੰਗ ਕਰ ਰਹੀਆਂ ਹਨ। ਉਹ ਕਿੱਥੇ ਟ੍ਰੇਨਿੰਗ ਕਰ ਰਿਹਾ? ਹੁਣ ਮਨਜੀਤ ਉਹਨਾਂ ਨੂੰ ਵਿਚਾਰੀਆਂ ਆਖਣ ਵਾਲੀ ਖੁਦ ਵਿਚਾਰੀ ਬਣੀ ਖੜੀ ਸੀ, ਕਿਉਂਕਿ ਉਹਨੇ ਪੇਪਰਾਂ 'ਚ ਪਾਸ ਹੋਣ ਲਈ ਕਿਸੇ ਲੀਡਰ ਜਾਂ ਮੌਜੂਦਾ ਸਿੱਖਿਆ ਮੰਤਰੀ ਦੀ ਕੋਈ ਸਿਫਾਰਿਸ਼ ਨਹੀਂ ਲਾਈ ਸੀ। ਪਰ ਉਹਨਾਂ ਖਾਲੀ ਪੇਪਰ ਫੜਾਉਣ ਵਾਲੀਆਂ ਕੁੜੀਆਂ ਦੇ ਪਾਸ ਹੋਣ ਤੇ ਹੈਰਾਨੀ ਪ੍ਰਗਟ ਕੀਤੀ ਤੇ ਉਹਨਾਂ ਨੂੰ ਪਾਸ ਹੋ ਜਾਣ ਦੇ ਕ੍ਰਿਸ਼ਮੇ ਬਾਬਤ ਪੁੱਛਿਆ। ਉਹਨਾਂ ਕੁੜੀਆਂ ਨੇ ਹੱਸਦੇ ਹੋਏ ਤੇ ਵਿਅੰਗ ਕੱਸਦੇ ਹੋਏ ਕਿਹਾ, ਭੈਣ ਜੀ, ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੀ ਹੁੰਦੇ ਹਨ। ਸ਼ਾਇਦ ਭੈਣ ਜੀ ਤੁਸੀਂ ਪਾਸ ਨਹੀਂ ਹੋਏ ਲੱਗਦੇ। ਹੁਣ ਮਨਜੀਤ ਉਹਨਾਂ ਕੁੜੀਆਂ ਦੇ ਪਿੰਡ ਦੇ ਸਿੱਖਿਆ ਮੰਤਰੀ ਜ਼ਬਰਜੰਗ ਸਿੰਘ ਦੇ ਕ੍ਰਿਸ਼ਮੇ ਤੋਂ ਹੈਰਾਨ ਸੀ। ਅਗਲੀ ਕਹਾਣੀ ਹੈ ਗੋਲੀ ਛੋਲੀ। ਮਾਸਟਰ ਗੁਰਦੇਵ ਸਿੰਘ ਨੂੰ ਹਾਰਟ ਅਟੈਕ ਹੋਇਆ ਤਾਂ ਉਹ ਬਿਨਾਂ ਕਿਸੇ ਦੇਰੀ ਲੁਧਿਆਣੇ DMC ਤੋਂ ਹਾਰਟ ਦੀ ਬਾਈਪਾਸ ਸਰਜਰੀ ਕਰਵਾ ਆਇਆ। ਹੁਣ ਉਹ ਬਿਲਕੁਲ ਠੀਕ ਠਾਕ ਸੀ। ਬੇਸ਼ੱਕ ਉਹਦੇ ਬੇਟੇ ਨੇ 2-2.5 ਲੱਖ ਇਲਾਜ ਤੇ ਲਾਇਆ ਸੀ, ਪਰ ਜਾਨ ਬਚ ਗਈ। ਦੋਸਤ ਮਿੱਤਰ ਰਿਸ਼ਤੇਦਾਰ ਉਹਦਾ ਪਤਾ ਲੈਣ ਆ ਰਹੇ ਸਨ, ਪਰ ਉਹਦੇ ਇੱਕ ਸਿੱਧੜੇ ਜਿਹੇ ਦੋਸਤ ਤੋਗਾ ਸਿੰਘ, ਜਿਹੜਾ ਹਰ ਵਕਤ ਖੇਤ 'ਚ ਮੋਟਰ ਤੇ ਹੀ ਰਹਿੰਦਾ ਸੀ, ਨੂੰ ਜਦ ਪਤਾ ਲੱਗਾ ਕਿ ਮਾਸਟਰ ਬਿਮਾਰ ਹੈ, ਸਾਰੇ ਕੰਮ ਛੱਡ ਕੇ ਹਾਲ ਚਾਲ ਪੁੱਛਣ ਆਇਆ। ਮੰਜੇ ਤੇ ਪਏ ਮਾਸਟਰ ਨੂੰ ਆ ਕੇ ਕਹਿਣ ਲੱਗਾ, ਓਏ ਮਾਸਟਰਾ, ਸੁਣਿਆ ਤੂੰ ਬਾਹਲਾ ਢਿੱਲਾ ਹੋ ਗਿਆ ਸੀ, ਕੋਈ ਗੋਲੀ ਛੋਲੀ ਲੈ ਲੈਣੀ ਸੀ, ਮੈਂ ਲਿਆ ਕੇ ਦੇਵਾਂ ਪਵਨ ਦੀ ਹੱਟੀ ਤੋਂ। ਉਸ ਵਿਚਾਰੇ ਨੂੰ ਕੀ ਪਤਾ ਸੀ ਕਿ ਇਹਦੀ ਤਾਂ 2.5 ਲੱਖ ਲੱਗ ਕੇ ਜਾਨ ਬਚੀ ਹੈ। ਧੰਨਵਾਦ। ਅਗਲੀ ਕਹਾਣੀ ਬਿਨਾਂ ਬੁਲਾਏ ਮਹਿਮਾਨ। ਸੁਭਾਵਕ ਤੁਰੇ ਜਾਂਦੇ ਬੰਦੇ ਨੂੰ ਬੁਲਾਉਣਾ ਕਈ ਵਾਰ ਮਹਿੰਗਾ ਪੈ ਜਾਂਦਾ ਹੈ। ਹਰਬੰਸ ਸਿੰਘ ਕੈਨੇਡੀਅਨ ਸ਼ਾਮ ਨੂੰ ਮੇਰੇ ਕੋਲੋਂ ਦੀ ਲੰਘਿਆ ਤਾਂ ਮੈਂ ਉਹਨੂੰ ਪੁੱਛ ਬੈਠਾ, ਕਿਉਂ ਬਾਈ, ਛਕ ਲੈ ਪ੍ਰਸ਼ਾਦੇ? ਉਹ ਝੱਟ ਬੋਲਿਆ, ਕੁਲਵੰਤ ਸਿਆਂ, ਹੁਣ ਤਾਂ ਬਈ ਫੁੱਲ ਹੋਏ ਫਿਰਦੇ ਆ, ਕੱਲ ਨੂੰ ਸਹੀ। ਉਹ ਤੁਰਿਆ ਜਾਂਦਾ ਹੀ ਮੇਰੇ ਵੱਲੋਂ ਦਾਰੂ ਦਾ ਨਿਉਂਦਾ ਸਮਝ ਗਿਆ। ਇੱਕ ਦਿਨ ਤਾਰਾ ਟੈਂਪੂ ਵਾਲਾ ਵਿਸਾਖਾ ਸਿੰਘ ਮਿਸਤਰੀ ਦੀ ਵਰਕਸ਼ਾਪ ਤੇ ਟੈਂਪੂ ਦਾ ਕੰਮ ਕਰਵਾ ਰਿਹਾ ਸੀ। ਮੇਰਾ ਘਰ ਨੇੜੇ ਹੋਣ ਕਰਕੇ ਮੈਂ ਸਮਝਿਆ ਵਿਚਾਰਾ ਸਵੇਰ ਦਾ ਭੁੱਖਾ ਬੈਠਾ ਹੈ। ਮੈਂ ਉਹਨੂੰ ਆਵਾਜ਼ ਮਾਰੀ ਕਿ ਆ ਜਾ ਤਾਰਾ ਸਿਆਂ, ਚਾਹ ਪਾਣੀ ਛਕ ਲੈ। ਉਹਨੇ ਮੇਰੀ ਆਵਾਜ਼ ਸੁਣ ਲਈ ਤੇ ਹੱਥ ਖੜਾ ਕਰਕੇ ਕਹਿੰਦਾ, ਬਸ ਬਈ ਬਸ। ਅਗਲੇ ਦਿਨ ਉਹ ਮੇਰੇ ਘਰ ਮੂਹਰੇ ਟੈਂਪੂ ਰੋਕ ਕੇ ਖੜ ਗਿਆ ਤੇ ਕਹਿੰਦਾ, ਲਿਆ ਚੱਕ ਲਿਆ ਘੁੱਟ।
ਕੱਲ ਤਾਂ ਮੇਰੇ ਹੀ ਪਹਿਲਾਂ ਹੀ ਪੀਤੀ ਹੋਈ ਸੀ ਜਦੋਂ ਆਵਾਜ਼ਾਂ ਮਾਰਦਾ ਸੀ ਵਰਕਸ਼ਾਪ ਤੇ। ਇੱਕ ਦਿਨ ਵੀਰਵਾਰ ਵਾਲੇ ਦਿਨ ਚੌਕੀਦਾਰ ਬਾਬਾ ਸਿੰਘ ਸਾਈਕਲ ਤੇ ਬਾਬਾ ਛਿੱਤਰਾਂ ਵਾਲੇ ਦੀ ਕੁਟੀਆ ਤੇ ਮੱਥਾ ਟੇਕਣ ਜਾ ਰਿਹਾ ਸੀ। ਮੈਂ ਸਮਝਿਆ ਕਿ ਹੁਣ ਇਹਨੇ ਕਿਹੜਾ ਪੀਣੀ ਹੈ। ਮੇਰੀ ਛਿੱਟ ਲੱਗੀ ਸੀ। ਮੈਂ ਕਿਹਾ ਆ ਜਾ ਮੁਲਾਜ਼ਮਾ, ਲਾਉਣੀ ਹੈ ਤਾਂ। ਉਹਨੇ ਫਟਾਫਟ ਸਾਈਕਲ ਨੂੰ ਸਟੈਂਡ ਲਾਇਆ ਤੇ ਕਹਿੰਦਾ ਛੇਤੀ ਕਰ, 2 ਮਿੰਟ ਲਾ। ਮੈਂ ਕਿਹਾ ਤੂੰ ਤਾਂ ਬਾਬਿਆਂ ਦੇ ਚੱਲਿਆ ਸੀ। ਉਹ ਕਹਿਣ ਲੱਗਾ ਬਾਬਿਆਂ ਨੂੰ ਮਾਰ ਹੁਣ ਗੋਲੀ, ਦਾਰੂ ਦਾ ਕੀ ਮੁਕਾਬਲਾ ਕਰਨਗੇ। ਅੱਜ ਤਾਂ ਹੱਦ ਹੋ ਗਈ। ਜਦ ਭਗਤਾ ਸਿੰਘ ਫੌਜੀ ਬਿਨਾਂ ਆਵਾਜ਼ ਮਾਰੇ ਅੰਦਰ ਲੰਘ ਆਇਆ। ਅਜੇ ਮੈਂ ਬੋਤਲ ਖੋਲੀ ਸੀ, ਕਹਿਣ ਲੱਗਾ ਬਾਈ ਅੱਜ ਤਾਂ ਬੜਾ ਕਰਮਾਂ ਵਾਲਾ ਦਿਨ ਹੈ। ਬਿਨਾਂ ਸੁਲਾ ਮਾਰੀ ਬੋਤਲ ਚੁੱਕ ਕੇ ਅੱਧਾ ਗਲਾਸ ਅੰਦਰ ਸੁੱਟ ਕੇ ਕਹਿਣ ਲੱਗਾ ਪਰਸੋਂ ਜਾਣਾ ਹੈ ਕੰਟੀਨ, ਜਿੰਨੀਆਂ ਬੋਤਲਾਂ ਮਰਜ਼ੀ ਮੰਗਵਾ ਲਈ। ਇੰਨੇ ਚਿਰ ਨੂੰ ਨੰਬਰਦਾਰ ਪਿਆਰਾ ਸਿੰਘ ਆ ਗਿਆ। ਉਹਨਾਂ ਦੋਨਾਂ ਨੇ ਮਿੰਟਾਂ 'ਚ ਬੋਤਲ ਖਾਲੀ ਕਰਕੇ ਰੋੜਤੀ। ਉੱਠ ਕੇ ਤੁਰਨ ਲੱਗਾ ਭਗਤਾ, ਕਹਿਣ ਲੱਗਾ ਹੁਣ ਨਹੀਂ ਰਮ ਰੁਮ ਮਿਲਣੀ, ਮੈਂ ਕਿਹੜਾ ਇਕੱਲੇ ਨੇ ਪੀਤੀ ਹੈ। ਧੰਨਵਾਦ। ਅਗਲੀ ਕਹਾਣੀ ਹੈ ਘੁਸਮੁਸਾ ਜਿਹਾ। ਬਲਵੰਤ ਸਿੰਘ ਦੀ ਕੈਨੇਡਾ ਜਾਣ ਦੀ ਫਲਾਈਟ ਰਾਤ ਦੇ 2:30 ਵਜੇ ਸੀ, ਪਰ ਐਨ ਮੌਕੇ ਤੇ ਉਹਦਾ ਪਾਸਪੋਰਟ ਚੈੱਕ ਕਰਨ ਤੇ ਪਤਾ ਲੱਗਾ ਕਿ ਉਹਨੇ ਤਾਂ ਇਮੀਗ੍ਰੇਸ਼ਨ ਦੀ ਮੋਹਰ ਹੀ ਨਹੀਂ ਲਗਵਾਈ। ਪੇਪਰ ਠੀਕ ਕਰਨ ਤੇ ਹਫ਼ਤਾ ਲੱਗ ਜਾਣਾ ਸੀ। ਪਿੰਡੋਂ ਬੜੀ ਡੰਡ ਪਾ ਕੇ ਆਇਆ ਸੀ ਕਿ ਮੈਂ ਵੀ ਚੱਲਿਆ ਕੈਨੇਡਾ ਜਾਣਾ ਕਿਹੜਾ ਸੌਖਾ ਹੈ, ਰਾਟ ਨਿਕਲ ਜਾਂਦਾ ਹੈ। ਉਹਦੇ ਨਾਲ ਉਹਦੇ ਮਾਮੇ ਦਾ ਪੁੱਤ ਬਲਦੇਵ ਵੀ ਸੀ ਜਿਹੜਾ ਉਹਨੂੰ ਛੱਡਣ ਗਿਆ ਸੀ। ਉਹਨਾਂ ਨੇ ਸੋਚਿਆ ਚਲੋ ਹੁਣ ਲੁਧਿਆਣੇ ਮਾਸੀ ਕੋਲ ਹੀ ਰਹਾਂਗੇ, ਪਿੰਡ ਗਏ ਤਾਂ ਲੋਕ ਮਖੌਲ ਕਰਨਗੇ ਕਿ ਆ ਗਿਆ ਬਈ ਸੈਰ ਕਰਕੇ ਕੈਨੇਡਾ ਦੀ। ਲੁਕ ਛਿਪ ਕੇ ਲੁਧਿਆਣੇ ਹੀ ਕਾਗਜ਼ ਠੀਕ ਕਰਵਾ ਲਵਾਂਗੇ। ਸੋ ਉਹਨਾਂ ਨੇ ਮਾਸੀ ਦੇ ਘਰ ਆਣ ਡੇਰੇ ਲਾਏ। ਉਹਦੇ ਪਰਿਵਾਰ ਨੇ ਸਮਝਿਆ ਕਿ ਬਲਵੰਤ ਸਿੰਘ ਕੈਨੇਡਾ ਪਹੁੰਚ ਚੁੱਕਿਆ ਹੋਏਗਾ, ਪਰ ਫੋਨ ਨਹੀਂ ਕੀਤਾ ਜਾ ਕੇ। ਰਾਤ ਦੇ 12 ਵਜੇ ਉਹਦੀ ਲੜਕੀ ਨੇ ਫੋਨ ਕੀਤਾ, ਡੈਡੀ ਜੀ ਤੁਸੀਂ ਫੋਨ ਹੀ ਨਹੀਂ ਕੀਤਾ ਪਹੁੰਚ ਕੇ, ਠੀਕ ਠਾਕ ਤਾਂ ਹੋ ਇੱਥੇ, ਹੁਣ ਦਿਨ ਹੈ ਕਿ ਰਾਤ। ਬਲਵੰਤ ਸਿੰਘ ਲੁਧਿਆਣੇ ਮਾਸੀ ਦੇ ਘਰ ਰਜਾਈ 'ਚ ਸੁੱਤਾ ਪਿਆ ਉੱਠਿਆ ਤੇ ਬੋਲਿਆ ਬੇਟੇ ਇੱਥੇ ਤਾਂ ਅਜੇ ਘੁਸਮੁਸਾ ਜਿਹਾ ਹੀ ਹੈ, ਮੇਰਾ ਫਿਕਰ ਨਾ ਕਰੋ, ਆਖ ਕੇ ਫੋਨ ਕੱਟ ਦਿੱਤਾ। ਧੰਨਵਾਦ। ਅਗਲੀ ਕਹਾਣੀ ਹੈ ਜੇਤੂ ਜਰਨੈਲ। ਪ੍ਰਿੰਸ ਜਦ ਅੱਖ ਜੀ ਬਚਾ ਕੇ ਫਰਿੱਜ 'ਚੋਂ ਫਰੂਟੀ ਕੱਢ ਕੇ ਪੀਣ ਲੱਗਾ ਤਾਂ ਮੈਂ ਉਹਨੂੰ ਡਾਂਟਿਆ, ਓਏ ਮੂਰਖਾ, ਰੱਖ ਜਿੱਥੋਂ ਚੁੱਕੀ ਸੀ, ਕਿੰਨੇ ਦਿਨ ਹੋ ਗਏ ਤੈਨੂੰ ਖੰਘੋ ਸਾਹ ਨਹੀਂ ਆਉਂਦਾ, ਮਰਨਾ ਠੰਡੀ ਪੀ ਕੇ, ਆ ਲੈਣ ਤੇ ਤੇਰੇ ਪਾਪੇ ਨੂੰ ਕਰਾਉਣਾ ਤੇਰੇ ਤੇ ਚਿਤਰੌਲ। 6 ਸਾਲ ਦਾ ਪ੍ਰਿੰਸ ਜਿਵੇਂ ਪਾੜ ਵਿੱਚ ਚੋਰੀ ਕਰਦਾ ਫੜਿਆ ਗਿਆ ਹੋਵੇ। ਠਠੰਬਰ ਕੇ ਚੁੱਪ ਕਰਕੇ ਹੱਥ 'ਚ ਫੜੀ ਫਰੂਟੀ ਪਿੱਠ ਪਿੱਛੇ ਕਰਕੇ ਰੋਣ ਵਾਲਾ ਮੂੰਹ ਕਰਕੇ ਖੜ ਗਿਆ ਤੇ ਕੁਝ ਸੋਚਣ ਲੱਗਾ। ਪਰ ਕੁਛ ਦੇਰ ਬਾਅਦ ਹੌਸਲਾ ਕਰਕੇ ਢਾਕਾਂ ਤੇ ਹੱਥ ਰੱਖ ਕੇ ਸ਼ੇਰ ਵਾਂਗ ਝੰਡ ਖੜੀ ਕਰਕੇ ਬੋਲਿਆ, ਵਾਹ ਓਏ ਦਾਦਾ ਜੀ, ਚਲਾਕ ਸੱਜਣਾ, ਜਦੋਂ ਤੁਸੀਂ ਕੱਲ ਸ਼ਾਮ ਨੂੰ ਇਸੇ ਫਰਿੱਜ 'ਚੋਂ ਪਾਪੇ ਦੀ ਰੱਖੀ ਦਾਰੂ ਦੀ ਬੋਤਲ 'ਚੋਂ ਅੱਖ ਜਿਹਾ ਬਚਾ ਕੇ ਆਸੇ-ਪਾਸੇ ਵੇਖ ਕੇ ਪਿੱਤਲ ਦਾ ਗਲਾਸ ਭਰ ਕੇ ਬਿਨਾਂ ਪਾਣੀ ਪਾਇਆ ਸੜਾਕ ਗਏ ਸੀ ਤੇ ਫਿਰ ਕੰਬਦੇ ਹੱਥਾਂ ਨਾਲ ਉਹਨਾਂ ਹੀ ਬੋਤਲ 'ਚ ਪਾਣੀ ਪਾ ਕੇ ਮੁੱਛਾਂ ਸਵਾਰਦੇ ਡੀਸੀ ਬਣ ਕੇ ਟੀਵੀ ਮੂਹਰੇ ਜਾ ਬੈਠੇ ਸੀ, ਮੈਂ ਤਾਂ ਪਾਪੇ ਨੂੰ ਦੱਸਿਆ ਨਹੀਂ ਸੀ। ਮੈਂ ਪ੍ਰਿੰਸ ਨੂੰ ਉਂਗਲ ਮੂੰਹ ਨੂੰ ਲਾ ਕੇ ਚੁੱਪ ਕਰਨ ਦਾ ਇਸ਼ਾਰਾ ਕਰਕੇ ਦੱਬਵੀਂ ਆਵਾਜ਼ 'ਚ ਕਿਹਾ, ਪੀ ਲੈ ਬੇਟੇ ਪੀ ਲੈ, ਪਰ ਫੂਕਾਂ ਮਾਰ-ਮਾਰ ਪੀਵੀਂ ਥੋੜ੍ਹੀ-ਥੋੜ੍ਹੀ। ਰਸੋਈ 'ਚੋਂ ਮੇਰੀ ਨੂੰਹ ਨੇ ਪੁੱਛਿਆ, ਪਾਪਾ ਜੀ ਦੋਵੇਂ ਦਾਦਾ ਪੋਤਾ ਰੌਲਾ ਪਾਈ ਜਾਂਦੇ ਹੋ, ਕਿਤੇ ਕੋਈ ਚੋਰ ਵੋਰ ਤਾਂ ਨਹੀਂ ਅੰਦਰ ਵੜ ਗਿਆ। ਧੰਨਵਾਦ। ਅਗਲੀ ਕਹਾਣੀ ਹੈ ਇਲਾਜ। ਮੈਨੂੰ ਪਤਾ ਲੱਗਾ ਕਿ ਮੇਰਾ ਦੋਸਤ ਮਾਸਟਰ ਕਰਨੈਲ ਸਿੰਘ ਕਈਆਂ ਦਿਨਾਂ ਤੋਂ ਕਾਲੇ ਪੀਲੀਏ ਤੋਂ ਪੀੜਤ ਹੈ ਤੇ ਉਹ ਲੁਧਿਆਣੇ DMC 'ਚੋਂ ਇਲਾਜ ਕਰਵਾ ਕੇ ਆਇਆ ਤੇ ਕਾਫੀ ਕਮਜ਼ੋਰ ਹੈ। ਮੈਂ ਉਹਦੇ ਘਰ ਪਤਾ ਲੈਣ ਗਿਆ ਤਾਂ ਉਹਦੇ ਘਰਦਿਆਂ ਨੇ ਦੱਸਿਆ ਕਿ ਹੁਣ ਤਾਂ ਠੀਕ ਹੈ, ਪਰ ਘਰ ਟਿੱਕ ਕੇ ਨਹੀਂ ਬੈਠਦਾ, ਦਵਾਈ ਦੇ ਬਹਾਨੇ ਸ਼ਹਿਰ ਹੀ ਤੁਰਿਆ ਰਹਿੰਦਾ। ਇੱਕ ਦਿਨ ਉਹ ਮੈਨੂੰ ਬਾਘੇ ਪੁਰਾਣੇ ਗੇਂਦੇ ਕੀ ਕਿਤਾਬਾਂ ਦੀ ਦੁਕਾਨ ਤੇ ਖੜਾ ਮਿਲ ਗਿਆ। ਮੈਂ ਬੜੀ ਉਤਸੁਕਤਾ ਨਾਲ ਪੁੱਛਿਆ, ਬਾਈ ਕਰਨੈਲ ਸਿੰਘ ਕੀ ਹਾਲ ਹੈ ਤੇਰਾ ਹੁਣ? ਕਿੱਥੋਂ ਚੱਲ ਰਹੀ ਹੈ ਦਾਰੂ ਅੱਜ ਕੱਲ੍ਹ, ਠੇਕੇ ਤੋਂ ਜਾਂ ਨੱਥੂ ਲੰਗੜੇ ਦੀ ਮੋਟਰ ਤੋਂ? ਆਖ ਕੇ ਮੈਂ ਨੇੜਲੇ ਸ਼ਰਾਬ ਦੇ ਠੇਕੇ ਵੱਲ ਨੂੰ ਹੋ ਤੁਰਿਆ। ਧੰਨਵਾਦ। ਅਗਲੀ ਕਹਾਣੀ ਹੈ ਸਿਉਨੇ ਵਰਗਾ ਦਿਲ। ਰੁਲਦੂ ਨੇ ਕੱਲ੍ਹ ਨੂੰ ਆਪਣੀ ਲੜਕੀ ਦੇ ਵਿਆਹ ਦਾ ਦਿਨ ਬੰਨ੍ਹਣ ਰਾਮਪੁਰ ਜਾਣਾ ਸੀ, ਇਸ ਲਈ ਉਹਨੇ ਸੁਦਾਗਰ ਸਿੰਘ ਤੋਂ 2 ਦਿਨ ਦੀ ਛੁੱਟੀ ਮੰਗਣੀ ਸੀ, ਕਿਉਂਕਿ ਅੱਜ ਸੁਦਾਗਰ ਸਿੰਘ ਦੀ ਰੁਲਦੂ ਨਾਲ ਆਪਣੇ ਖੇਤ 'ਚ ਨਰਮੇ ਦੀਆਂ ਛਿਟੀਆਂ ਪਟਾਉਣ ਚਲਾ ਗਿਆ ਸੀ ਤੇ ਮੌਕਾ ਮਿਲਦੇ ਹੀ ਉਹਨੇ ਕਿਹਾ, ਵੱਡੇ ਭਾਈ ਮੈਨੂੰ 2 ਦਿਨ ਦੀ ਛੁੱਟੀ ਚਾਹੀਦੀ ਹੈ। ਅਜੇ ਪਰਸੋਂ ਤਾਂ ਤੂੰ ਘਰ ਪ੍ਰਾਹੁਣੇ ਆਏ ਕਹਿ ਕੇ ਛੁੱਟੀ ਲੈ ਗਿਆ, ਉੱਤੋਂ ਕੱਤੇ ਦਾ ਮਹੀਨਾ ਕੁਝ ਅਕਲ ਘਰ, ਸੀਰ ਦਾ 50,000 ਪਹਿਲਾਂ ਲੈ ਲਿਆ, ਲੱਗਦਾ ਸੂਤ ਹੀ ਸਾਲ ਪੂਰਾ ਕਰੇਗਾ। ਸੁਦਾਗਰ ਸਿੰਘ ਨੇ ਛਿੱਟੀ ਪੁੱਟ ਕੇ 50 ਸੁੱਟਦੇ ਹੋਏ ਖਰਵੀ ਆਵਾਜ਼ 'ਚ ਆਖਿਆ, ਬਾਈ ਕੁੜੀ ਦੇ ਵਿਆਹ ਦਾ ਦਿਨ ਬੰਨਣ ਜਾਣਾ ਸੀ, ਬਾਹਲਾ ਹੀ ਜ਼ੋਰ ਪਾਈ ਜਾਂਦੇ ਐ। ਚਲੋ ਤੇਰੀ ਮਰਜ਼ੀ, ਸਾਡਾ ਕਾਹਦਾ ਜ਼ੋਰ ਹੈ,
ਪਿੰਦਰ ਨੂੰ ਸਕੂਲ 'ਚੋਂ ਛੁੱਟੀ ਦਵਾ ਕੇ ਭੇਜ ਦਿੰਨਾ, ਪਰ ਉਹ ਨਿਆਣਾ ਹੈ, ਕੋਈ ਗੱਲ ਨਹੀਂ, ਫਿਰ ਕਿਤੇ ਚਲਾ ਜਾਊਂ। ਰੁਲਦੂ ਨਿਸ਼ਚਿੰਤ ਹੋ ਕੇ ਕੰਮ ਕਰਦਾ ਰਿਹਾ। ਅੱਧਾ ਘੰਟਾ ਦੋਹਾਂ 'ਚ ਕੋਈ ਗੱਲ ਨਾ ਹੋਈ। ਤੇਰਾ 2 ਦਿਨ 'ਚ ਕੰਮ ਹੋ ਜੂ? ਦੱਸਦੇ ਆ ਰਾਮਪੁਰ ਇੱਥੋਂ ਵਾਹਵਾ ਦੂਰ ਹੈ। ਸੁਦਾਗਰ ਸਿੰਘ ਨੇ ਰੁਲਦੂ ਵੱਲ ਤਰਸ ਭਰੀ ਨਿਗਾਹ ਨਾਲ ਵੱਲ ਵੇਖ ਕੇ ਪੁੱਛਿਆ। ਬਾਈ ਹੈ ਤਾਂ ਦੂਰ, ਚੱਲ ਬੀਜ ਬਿਜਾਈ ਕਰਕੇ ਚਲਿਆ ਜਾਊਂ। ਬੀਜ ਬਿਜਾਈ ਤਾਂ ਰੁਲਦੂ ਨੂੰ ਵੀ ਫਿਕਰ ਸੀ। ਤੂੰ ਰੁਲਦਾ ਸੀ, ਤਿਆਰ ਹੋ ਜਾ, ਕੱਲ ਨੂੰ ਕੰਮ ਨੂੰ ਮਾਰ ਗੋਲੀ। ਇਹ ਤਾਂ ਮੁੱਕਣੇ ਨਹੀਂ ਜ਼ਿੰਦਗੀ ਭਰ। ਕੱਲ ਨੂੰ ਆਪਣੇ ਨਸੀਬ ਨੂੰ ਛੁੱਟੀ ਹੈ ਕਾਲਜ 'ਚੋਂ। ਤੁਸੀਂ ਆਪਣੀ ਜੀਪ ਲੈ ਚੱਲਿਓ, ਕੁੜਮਾਂ ਦੇ ਘਰ ਜਾਣਾ ਹੈ। ਕੁਛ ਟੌਰ ਤਾਂ ਹੋਣੀ ਚਾਹੀਦੀ ਹੈ, ਨਾਲੇ ਕੱਚੀ ਸਕੀਰੀ ਵਿੱਚ ਰੋਹਬ ਜਿਹਾ ਬਣ ਜੇ ਤਾਂ ਲੜਕੀ ਨੂੰ ਵੀ ਮਾਣ ਨਾਲ ਰੱਖਣਗੇ। ਸੁਦਾਗਰ ਸਿੰਘ ਨੇ ਰੁਲਦੂ ਨੂੰ 2000 ਰੁਪਏ ਫੜਾਉਂਦਿਆਂ ਆਖਿਆ। ਪਤਾ ਰੁਲਦੂ ਨੂੰ ਵੀ ਸੀ ਕਿ ਸੁਦਾਗਰ ਸਿੰਘ ਦਿਲ ਦਾ ਮਾੜਾ ਨਹੀਂ, ਅੱਖੜ ਸੁਭਾਅ, ਸਿਉਨੇ ਵਰਗਾ ਦਿਲ ਵੀ ਰੱਖਦਾ ਹੈ। ਅਗਲੇ ਦਿਨ ਰੁਲਦੂ ਨਸੀਬ ਨਾਲ ਜੀਪ 'ਚ ਬੈਠ ਕੇ ਰਾਮਪੁਰ ਗਿਆ ਤਾਂ ਰਾਮਪੁਰ ਦੇ ਲੋਕਾਂ ਨੇ ਦੰਦਾਂ ਹੇਠ ਉਂਗਲੀਆਂ ਦਬਾ ਲਈਆਂ ਕਿ ਬਈ ਜਗਤਾ ਸਿੰਘ ਨੇ ਐਡਾ ਘਰ ਭਾਲਿਆ ਆਪਣੇ ਮੁੰਡੇ ਦੇ ਰਿਸ਼ਤੇ ਵਾਸਤੇ, ਕਾਰਾਂ ਜੀਪਾਂ ਵਾਲਾ। ਧੰਨਵਾਦ। ਅਗਲੀ ਕਹਾਣੀ ਹੈ ਰੋਣ ਦੀ ਸਪੈਸ਼ਲਿਸਟ। ਤਾਈ ਨਿਹਾਲੀ, ਜੋ ਕਿ ਮਰਨੇ ਪਰਨੇ ਤੇ ਮੁਕਾਉਣ ਵਾਲੀਆਂ ਬੁੜੀਆਂ ਦੀ ਸਰਤਾਜ ਹੁੰਦੀ ਸੀ, ਤੇ ਉਹਦੀ ਟੱਲੀ ਅੰਗ ਟੁਣਕਦੀ ਆਵਾਜ਼ 'ਚ ਪਾਏ ਵੈਣ ਕੰਧਾਂ ਨੂੰ ਵੀ ਰਵਾ ਦਿੰਦੇ ਸਨ। ਪਿੰਡ ਦੀਆਂ ਬੁੜੀਆਂ ਉਹਨੂੰ ਸਿਫਾਰਿਸ਼ ਨਾਲ ਰਿਸ਼ਤੇਦਾਰੀਆਂ 'ਚ ਮਰਨੇ ਪਰਨੇ ਤੇ ਨਾਲ ਲਿਜਾਂਦੀਆਂ। ਹੁਣ ਉਹ 80 ਸਾਲ ਦੀ ਹੋ ਗਈ ਸੀ ਤੇ ਅੱਖਾਂ ਦੀ ਜੋਤ ਘਟ ਗਈ ਸੀ, ਪਰ ਉਹ ਅਜੇ ਵੀ ਮਰਗ ਵਾਲੇ ਘਰ ਜਾ ਕੇ ਰੋਣ ਤੇ ਵੈਣ ਪਾਉਣ ਵਾਲੇ ਵੱਟ ਕੱਢ ਦਿੰਦੀ। ਮੈਂ ਇੱਕ ਦਿਨ ਉਹਨੂੰ ਪੁੱਛਿਆ ਕਿ ਤਾਈ ਜੀ, ਚਲੋ ਤੁਹਾਡੀਆਂ ਅੱਖਾਂ ਬਣਵਾ ਦਈਏ। ਨਾਲ ਦੇ ਪਿੰਡ ਅੱਖਾਂ ਦਾ ਕੈਂਪ ਲੱਗਾ ਤੇ ਲੈਂਸ ਮੁਫਤ ਪੈਣਗੇ ਤੇ ਐਨਕਾਂ ਵੀ ਮੁਫਤ ਮਿਲਣਗੀਆਂ। ਕਹਿਣ ਲੱਗੀ, ਪੁੱਤ ਅੱਖਾਂ ਬਣਾਉਣ ਨੂੰ ਤਾਂ ਮੇਰਾ ਵੀ ਦਿਲ ਕਰਦਾ ਹੈ, ਪਰ ਪਿੰਡ 'ਚ ਅੱਗ ਲੱਗਣਾ, ਰੋਜ਼ ਕੋਈ ਨਾ ਕੋਈ ਮਰ ਜਾਂਦਾ ਤੇ ਮੈਨੂੰ ਉੱਥੇ ਜਾ ਕੇ ਰੋਣਾ ਪੈ ਜਾਂਦਾ। ਨਾਲੇ ਪੁੱਤ ਆਪਣੇ ਪਿੰਡ ਤਾਂ ਕੀ ਸਾਰੇ ਇਲਾਕੇ 'ਚ ਮੇਰੇ ਵਰਗੀ ਵੈਣ ਪਾਉਣ ਦੀ ਬਰੀਕ ਆਵਾਜ਼ ਕਿਸੇ ਬੁੜੀ ਦੀ ਨਹੀਂ। ਕੋਈ ਨਹੀਂ ਪੁੱਤ, ਲੈਂਸ ਵੈਂਸ ਕਿਧਰੇ ਨਹੀਂ ਜਾਂਦੇ, ਜਦੋਂ ਪਿੰਡ 'ਚ ਲੋਕ ਮਰਨੋਂ ਹਟ ਗਏ ਉਦੋਂ ਪਵਾ ਲਵਾਂਗੇ। ਧੰਨਵਾਦ। ਅਗਲੀ ਕਹਾਣੀ ਹੈ ਸੁਨਹਿਰੀ ਸੋਚ। ਅਮਰੀਕ ਸਿੰਘ ਨੂੰ ਜਦ ਆਪਣੀ ਨੌਕਰੀ ਦੀ ਪਹਿਲੀ ਤਨਖਾਹ ਮਿਲੀ ਤਾਂ ਉਹਨੇ ਘਰ ਆ ਕੇ ਆਪਣੀ ਮਾਂ ਨੂੰ ਮਠਿਆਈ ਦਾ ਡੱਬਾ ਫੜਾਇਆ ਤੇ ਤਨਖਾਹ ਦੇ 30,000 ਰੁਪਏ ਆਪਣੀ ਪਤਨੀ ਬਲਜੀਤ ਨੂੰ ਸੰਭਾਲ ਕੇ ਰੱਖਣ ਲਈ ਦੇ ਦਿੱਤੇ। ਉਦੋਂ ਹੀ ਉਹਨਾਂ ਦਾ ਤੀਜੀ 'ਚ ਪੜ੍ਹਦਾ ਪੁੱਤਰ ਜਸਕਰਨ ਆ ਗਿਆ। ਬਲਜੀਤ ਨੇ ਜਸਕਰਨ ਨੂੰ ਬੁੱਕਲ 'ਚ ਲੈਂਦਿਆਂ 30,000 ਰੁਪਏ ਅਮਰੀਕ ਨੂੰ ਵਾਪਸ ਕਰਦਿਆਂ ਕਿਹਾ, ਤੁਸੀਂ ਜੀ ਇਹ ਪੈਸੇ ਮੰਮੀ ਜੀ ਨੂੰ ਫੜਾ ਦਿਓ ਤੇ ਅੱਗੇ ਤੋਂ ਵੀ, ਕਿਉਂਕਿ ਇਹਨਾਂ ਪੈਸਿਆਂ ਤੇ ਉਹਨਾਂ ਦਾ ਹੀ ਹੱਕ ਹੈ ਜਿਨ੍ਹਾਂ ਨੇ ਲੋਕਾਂ ਦੀਆਂ ਕੋਠੀਆਂ 'ਚ ਪੋਚੇ ਲਾ ਕੇ, ਗੋਹਾ ਕੂੜਾ ਕਰਕੇ ਤੇ ਸਿਲਾ ਚੁੱਕ ਕੇ ਆਪਣੀ ਚੁੰਨੀ ਨੂੰ ਬੇਦਾਗ ਰੱਖ ਕੇ ਤੁਹਾਨੂੰ MSc ਤੱਕ ਪੜ੍ਹਾਇਆ ਤੇ ਨੌਕਰੀ ਕਰਨ ਯੋਗ ਬਣਾਇਆ। ਮੈਂ ਤਾਂ ਜਦ ਆਪਣਾ ਜਸਕਰਨ ਪੜ੍ਹ ਕੇ ਨੌਕਰੀ ਤੇ ਲੱਗਿਆ ਉਹਦੀ ਤਨਖਾਹ ਫੜਿਆ ਕਰਾਂਗੀ। ਅਮਰੀਕ ਦਾ ਸਿਰ ਆਪਣੀ ਪਤਨੀ ਦੀ ਸੁਨਹਿਰੀ ਸੋਚ ਤੇ ਮਾਣ ਨਾਲ ਗਿੱਠ ਉੱਚਾ ਹੋ ਗਿਆ। ਧੰਨਵਾਦ। ਅਗਲੀ ਕਹਾਣੀ ਹੈ ਚੀਂ ਕਰ ਪੀਂ ਕਰ। ਜੈਲੂ ਕੌਲੀ ਚੱਟਾਂ ਦਾ ਪਹਿਲੀ ਵਾਰ ਸ਼ਹਿਰ ਗਿਆ, ਕਿਉਂਕਿ ਮਾਲ ਚਾਰਨ ਵਾਲੇ ਮੁੰਡੇ ਨੂੰ ਸ਼ਹਿਰ ਵੇਖਣਾ ਘੱਟ ਹੀ ਨਸੀਬ ਹੁੰਦਾ ਹੈ। ਜੈਲੂ ਟੈਂਪੂ 'ਚ ਉਤਰ ਕੇ ਸ਼ਹਿਰ 'ਚ ਵੜ ਗਿਆ। ਉਹਦੇ ਬਾਪੂ ਨੇ ਉਹਨੂੰ 20 ਰੁਪਏ ਦਿੱਤੇ ਸਨ ਖਾਣ ਪੀਣ ਲਈ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਬਾਜ਼ਾਰ 'ਚੋਂ ਕੀ ਖਾਧਾ ਜਾਵੇ। ਅਚਾਨਕ ਉਹਦੇ ਕੰਨ 'ਚ ਆਵਾਜ਼ ਆਈ, ਕਾਲੇ ਕਾਲੇ ਰਾਹ ਓਏ ਸੱਜਣਾ, ਕਾਲੇ ਕਾਲੇ ਰਾਹ। ਜੈਲੂ ਨੇ ਵੇਖਿਆ ਕਿ ਰੇਹੜੀ ਵਾਲਾ ਮੋਟੀਆਂ ਮੋਟੀਆਂ ਕਾਲੀਆਂ ਕਾਲੀਆਂ ਜਾਮਣਾਂ ਵੇਚ ਰਿਹਾ ਸੀ। ਉਹਨੇ 5 ਰੁਪਏ ਦੀਆਂ ਜਾਮਣਾਂ ਲੈ ਲਈਆਂ ਤੇ ਖਾਣ ਲੱਗਾ। ਉਹ ਜਾਮਣਾਂ ਖਾਈ ਰਿਹਾ ਸੀ ਕਿ ਅਚਾਨਕ ਇੱਕ ਕਾਲਾ ਭੂੰਡ ਭੰਵਰਾ ਉੱਡਦਾ ਉੱਡਦਾ ਉਹਦੀਆਂ ਜਾਮਣਾਂ 'ਚ ਬੈਠ ਗਿਆ। ਉਹਨੇ ਭੂੰਡ ਨੂੰ ਵੀ ਜਾਮਣ ਸਮਝ ਕੇ ਮੂੰਹ 'ਚ ਪਾ ਲਿਆ। ਭੂੰਡ ਉਹਦੇ ਮੂੰਹ 'ਚ ਭੀਂ ਭੀਂ ਕਰਨ ਲੱਗਾ। ਉਹਨੇ ਭੂੰਡ ਨੂੰ ਜਾੜ ਥੱਲੇ ਨੱਪਿਆ ਤੇ ਬੋਲਿਆ, ਸੱਜਣਾ ਚੀਂ ਕਰ ਭੀਂ ਕਰ, ਕਾਲਾ ਕਾਲਾ ਕੋ ਨਾ ਛੱਡੂ। ਧੰਨਵਾਦ। ਅਗਲੀ ਕਹਾਣੀ ਹੈ ਵੇਖ ਲਈ ਪੁਦੀਨੇ ਦੀ ਹਰਿਆਈ। ਮਿੰਨੀ ਬੱਸ 'ਚ ਕਾਫੀ ਭੀੜ ਸੀ। ਦਾੜੀ ਕੱਟ ਨੌਜਵਾਨ ਡਰਾਈਵਰ ਨੇ ਸਟੀਅਰਿੰਗ ਦੇ ਐਨ ਸਾਹਮਣੇ ਸ਼ੀਸ਼ਾ ਇਸ ਤਰੀਕੇ ਨਾਲ ਲਾਇਆ ਸੀ ਕਿ ਫਰੰਟ ਸੀਟ ਤੋਂ ਲਾਸਟ ਸੀਟ ਤੱਕ ਸਾਰੀਆਂ ਸਵਾਰੀਆਂ ਨੂੰ ਚੰਗੀ ਤਰ੍ਹਾਂ ਦੇਖ ਸਕਦਾ ਸੀ। ਬੱਸ ਦੇ ਅੱਡੇ 'ਚੋਂ ਨਿਕਲਣ ਸਾਰ ਉਹਨੇ ਸਾਹਮਣੇ ਪਈਆਂ ਕੈਸਟਾਂ 'ਚੋਂ ਇੱਕ ਆਪਣੀ ਪਸੰਦ ਦੀ ਕੱਢੀ ਤੇ ਕੜਿੱਕ ਕਰਕੇ ਡੈਕ ਚੜ੍ਹਾਤੀ। ਕੈਸਟ ਦੇ ਕੰਨ ਪਾੜਵੇਂ ਬੋਲ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਸੁਣ ਕੇ ਲੋਫਰ ਟਾਈਪ ਸਵਾਰੀਆਂ ਨੇ ਕੰਨ ਖੜੇ ਕਰ ਲਏ ਤੇ ਸ਼ਰੀਫ ਤਬੀਅਤ ਦੀਆਂ ਸਵਾਰੀਆਂ 'ਚੋਂ ਜਨਾਨੀਆਂ ਬੁੜਬੁੜਾਈਆਂ, ਬਹਿ ਜੀ ਤੁਹਾਡੀ ਬੇੜੀ ਕੁੱਤਿਓ ਕਮੀਨਿਓ, ਤੇ ਆਦਮੀ ਨੇ ਦਿਲ 'ਚ ਕਰਾਰੀ ਜੀ ਗਾਲ ਕੱਢੀ।
ਬੱਸ ਦੀ ਅਗਲੀ ਸੀਟ ਤੇ 3-4 ਕਾਲਜੀਏਟ ਤੇ ਕੰਪਿਊਟਰ ਸਿੱਖਦੀਆਂ ਲੜਕੀਆਂ ਆਪਸ 'ਚ ਛੇੜ-ਛੜਾਈ ਕਰ ਰਹੇ ਸਨ। ਮੇਰੇ ਬਰਾਬਰ ਦੀ ਤੀਜੀ ਸੀਟ ਤੇ ਇੱਕ ਅਧਖੜ ਜਨਾਨੀ ਤੇ ਉਹਦੇ ਨਾਲ ਉਹਦੀਆਂ 2 ਨੌਜਵਾਨ ਧੀਆਂ, ਜੋ ਕਿ ਵੇਖਣ ਤੋਂ ਅਨਪੜ੍ਹ ਤੇ ਅਨਭੋਲ ਲੱਗਦੀਆਂ ਸਨ, ਸ਼ਰਮ ਨਾਲ ਨੀਵੀਂ ਪਾਈ ਬੈਠੀਆਂ ਸਨ। ਅਧਖੜ ਜਨਾਨੀ ਵੀ ਹੋਰਾਂ ਵਾਂਗ ਬੁੜਬੁੜਾਈ ਸੀ, ਪ੍ਰਦੀਪ, ਮੈਂ ਤੁਹਾਨੂੰ ਕਿਹਾ ਸੀ ਆਪਾਂ ਤਾਰੀ ਦੇ ਟੈਂਪੂ 'ਚ ਚੱਲੀਏ। ਇਹਨਾਂ ਕੁੱਤੇ ਦੇ ਤੁਖਮਾਂ ਨੇ ਗੰਦ ਲਾਉਣੋਂ ਨਹੀਂ ਹਟਣਾ। ਬੱਸ 'ਚੋਂ ਇੱਕ ਹੋਰ ਬਜ਼ੁਰਗ ਮਾਈ ਚੀਖੀ, ਕੰਜਰੋ, ਘਰ ਜਾ ਕੇ ਆਪਣੀਆਂ ਮਾਵਾਂ, ਭੈਣਾਂ ਤੇ ਧੀਆਂ ਨੂੰ ਸੁਣਾਇਆ ਕਰੋ ਇਹ ਗੰਦ। ਪਿੱਛੇ ਤੋਂ ਇੱਕ ਅੰਮ੍ਰਿਤਧਾਰੀ ਸਿੰਘ ਦੀ ਆਵਾਜ਼ ਆਈ, ਹੈ ਕੋਈ ਮਰਦ ਦਾ ਬੱਚਾ ਜਿਹੜਾ ਇਹਨਾਂ ਵਿਗੜੇ ਤੇ ਹੰਕਾਰੇ ਮੁਸ਼ਟੰਡਿਆਂ ਨੂੰ ਗੰਦ ਪਾਉਣ ਤੋਂ ਰੋਕੇ? ਸੱਤਾਧਾਰੀ ਤੇ ਸਾਬਕਾ ਲੀਡਰਾਂ ਦੀਆਂ ਆਪਣੀਆਂ ਤੇ ਚਹੇਤਿਆਂ ਦੀਆਂ ਬੱਸਾਂ ਵਿੱਚ ਲੋਫਰ ਟਾਈਪ ਡਰਾਈਵਰ ਤੇ ਕੰਡਕਟਰ ਰੱਖ ਕੇ ਪੰਜਾਬੀ ਸੱਭਿਆਚਾਰ ਕਲੰਕਿਤ ਕਰਕੇ ਰੱਖ ਦਿੱਤਾ ਹੈ। ਇਹ ਗੁਰਸਿੱਖ ਵੀ ਆਪਣੀ ਨੌਜਵਾਨ ਪੁੱਤਰੀ ਨਾਲ ਸਫ਼ਰ ਕਰ ਰਿਹਾ ਸੀ। ਖੂਨ ਤਾਂ ਮੇਰਾ ਵੀ ਖੌਲ ਰਿਹਾ ਸੀ, ਪਰ ਸੋਚਿਆ ਕਿਸ ਕਿਸ ਨੂੰ ਸਮਝਾਈਏ। ਆਵਾ ਹੀ ਉੱਤਿਆ ਪਿਆ। ਸਰਕਾਰ ਕੰਨਾਂ 'ਚ ਰੂੰ ਦੇ ਕੇ ਬੈਠੀ ਹੋਈ ਹੈ। ਬੱਸ ਮਾਲਕ ਆਪਣੀਆਂ ਲੱਖਾਂ ਦੀਆਂ ਬੱਸਾਂ ਲੋਫਰ ਕਿਸਮ ਦੇ ਅਣਜਾਣ ਤੇ ਉੱਜੜ ਕੰਡਕਟਰਾਂ ਤੇ ਡਰਾਈਵਰਾਂ ਦੇ ਹਵਾਲੇ ਕਰਕੇ ਪਤਾ ਹੀ ਨਹੀਂ ਲੈਂਦੇ ਕਿ ਉਹ ਕੀ ਗੁਲ ਖਿਲਾਉਂਦੇ ਹਨ ਤੇ ਕਿਸ ਤਰ੍ਹਾਂ ਦੀਆਂ ਕੈਸਟਾਂ ਸ਼ਰੀਫ ਮੁਸਾਫਰਾਂ ਨੂੰ ਪਰੋਸਦੇ ਹਨ। ਸਿਤਮ ਦੀ ਗੱਲ ਇਹ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਸਾਰੀਆਂ ਬੱਸਾਂ ਕੁਝ ਇੱਕ ਨੂੰ ਛੱਡ ਕੇ ਦੇ ਕੰਡਕਟਰ ਇੱਕੋ ਹੀ ਦੁਕਾਨ ਤੋਂ ਇੱਕੋ ਜਿਹੀਆਂ ਕੈਸਟਾਂ ਖਰੀਦਦੇ ਹੋਣ, ਜਦਕਿ ਬਹੁਤ ਹੀ ਸ਼ਾਨਦਾਰ, ਸੱਭਿਅਕ ਤੇ ਸੁਣਨਯੋਗ ਕੈਸਟਾਂ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਨਰਿੰਦਰ, ਬੀਬਾ ਮੁਹੰਮਦ ਰਫੀ, ਲਾਲ ਚੰਦ, ਯਮਲਾ ਜੱਟ, ਕੁਲਦੀਪ ਮਾਣਕ, ਗੁਰਦਾਸ ਮਾਨ ਆਦਿ ਦੀਆਂ ਮੌਜੂਦ ਹਨ। ਬਜ਼ੁਰਗ ਤਾਂ ਮੈਂ ਵੀ ਸੀ, ਪਰ ਪਿਛਲੇ ਪਾਸੇ ਅੰਮ੍ਰਿਤਧਾਰੀ ਸਿੰਘ ਦੇ ਬੋਲ, ਹੈ ਕੋਈ ਮਰਦ ਦਾ ਬੱਚਾ ਜਿਹੜਾ ਇਹਨਾਂ ਵਿਗੜੇ ਤੇ ਹੰਕਾਰੇ ਮੁਸ਼ਟੰਡਿਆਂ ਨੂੰ ਗੰਦ ਪਾਉਣ ਤੋਂ ਰੋਕੇ, ਸੁਣ ਕੇ ਆਪਣੇ ਆਪ ਨੂੰ ਮਰਦ ਸਮਝ ਕੇ ਬੜੀ ਫੁਰਤੀ ਨਾਲ ਉੱਠਿਆ ਤੇ ਡਰਾਈਵਰ ਦਾ ਮੋਢਾ ਫੜ ਕੇ ਝੰਜੋੜਾ ਜਿਹਾ ਮਾਰ ਕੇ ਖਰਵੀ ਆਵਾਜ਼ 'ਚ ਗਿਆ, ਬੰਦ ਕਰ ਓਏ ਇਸ ਗੰਦ ਨੂੰ। ਕੀ ਤੇਰਾ ਇਹੀ ਸੱਭਿਆਚਾਰ? ਆਪਣੀ ਧੀ ਭੈਣ ਨੂੰ ਫਰੰਟ ਸੀਟ ਤੇ ਬਿਠਾ ਕੇ ਲਿਆਇਆ ਕਰ, ਜੇ ਨਹੀਂ ਹਟਣਾ ਤਾਂ। ਸਿਆਣੇ ਡਰਾਈਵਰ ਨੇ ਬਿਨਾਂ ਸੋਚੇ ਕੈਸਟ ਬੰਦ ਕਰ ਦਿੱਤੀ ਤੇ ਮੇਰੇ ਵੱਲ ਕੁਨੱਖਾ ਜਿਹਾ ਝਾਕ ਕੇ ਬੋਲਿਆ, ਬਾਬਾ, ਇਹ ਤਾਂ ਕੰਡਕਟਰ ਲਾ ਗਿਆ ਹੋਊ ਕਿਤੇ, ਪਰ ਘਰਾਂ 'ਚ ਤਾਂ ਸਾਰਾ ਦਿਨ ਹੀ ਟੀਵੀ ਚੱਲਦੇ ਰਹਿੰਦੇ ਆ। ਉੱਥੇ ਗੰਦ ਨਹੀਂ ਹੁੰਦਾ? ਜਦੋਂ ਤੁਹਾਡੇ ਵਰਗੇ ਬਾਬੇ ਘਰ ਇਕੱਲੇ ਹੋਣ ਤਾਂ ਚੋਰੀ ਛਿਪੇ ਟੀਵੀ ਲਾ ਲੈਂਦੇ ਆ, ਤੇ ਮੈਂ ਆਪਣੇ ਦਾਦਾ ਜੀ ਨੂੰ ਕਈ ਵਾਰ ਰੰਗੇ ਹੱਥੀ ਫੜਿਆ। ਤੁਹਾਡੇ ਬਾਰੇ ਪਤਾ ਨਹੀਂ। ਓਏ, ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਚੱਲ ਗੱਡੀ ਚਲਾ ਸਿੱਧੀ ਨਿਗਾਹ ਨਾਲ। ਉਹ ਸਾਹਮਣੇ ਤੇਰਾ ਸ਼ੀਸ਼ਾ ਦੱਸਦਾ ਹੈ ਕਿ ਤੇਰੀ ਭਲੀ ਮਾਨਸੀ। ਮੈਂ ਗੱਲ ਖਤਮ ਕਰਨੀ ਚਾਹੀ ਕਿਉਂਕਿ ਮੇਰੇ ਨਾਲ ਦੀ ਸੀਟ ਤੇ ਇੱਕ ਮੇਰਾ ਜਾਣਕਾਰ ਮੈਨੂੰ ਮੋਢੇ ਤੋਂ ਫੜ ਕੇ ਆਖ ਰਿਹਾ ਸੀ, ਛੱਡ ਪਰੇ ਤਾਇਆ, ਐਵੇਂ ਇਹਨਾਂ ਬੇਵਕੂਫਾਂ ਨਾਲ ਕਿਉਂ ਜੁਦਾਈ ਕਰਦਾ ਜਾਣਾ? ਜੇ ਕੋਈ ਯੱਪ ਪੈ ਗਿਆ ਤਾਂ ਸਾਰੇ ਬੱਸ ਵਾਲਿਆਂ ਵੱਲ ਦੇ ਹੋ ਜਾਣਗੇ। ਅਧਖੜ ਜਨਾਨੀ ਨਾਲ ਬੈਠੀਆਂ ਉਹਦੀਆਂ ਧੀਆਂ ਨੇ ਲੰਮਾ ਹੌਕਾ ਲੈ ਕੇ ਮੇਰੇ ਵੱਲ ਧੰਨਵਾਦੀ ਨਜ਼ਰਾਂ ਨਾਲ ਵੇਖਿਆ। ਪਿੱਛੇ ਤੋਂ ਕਈ ਆਵਾਜ਼ਾਂ ਆਈਆਂ, ਵਾਹ ਓਏ ਬਾਬਾ, ਲੈ ਗਿਆ 100/100 ਲੰਬਰ ਅੱਜ ਤਾਂ। ਮੈਂ ਬੜੇ ਗੌਰਵ ਨਾਲ ਆਪਣੀ ਜਿੱਤ ਹੋਈ ਸਮਝ ਕੇ ਆਪਣੀ ਸੀਟ ਤੇ ਬੈਠਣ ਹੀ ਲੱਗਾ ਸੀ ਕਿ ਅੱਗੇ ਬੈਠੀਆਂ ਕਾਲਜੀਏਟ ਲੜਕੀਆਂ 'ਚੋਂ ਇੱਕ ਮੀਸਣਾ ਹਾਸਾ ਜਿਹਾ ਹੱਸ ਕੇ ਨਾਲ ਦੀ ਨੂੰ ਚੁੰਡੀ ਵੱਢ ਕੇ ਧੀਮੀ ਆਵਾਜ਼ 'ਚ ਬੋਲੀ, ਲੈ, ਇਸ ਚੌਰੇ ਦਾ ਢਿੱਡ ਦੁਖਦਾ ਸੀ, ਮਜ਼ਾ ਹੀ ਕਿਰਕਰਾ ਕਰ ਦਿੱਤਾ ਢਹਿ ਜਾਣੇ ਨੇ। ਨਹੀਂ, ਇਹ ਕਿੰਨੇ ਵਧੀਆ ਸੀ ਗਾਣੇ ਦੇ ਬੋਲ। ਹੁਣ ਡਰਾਈਵਰ ਮੈਨੂੰ ਖਚਰੀ ਹਾਸੀ ਹੱਸਦਾ ਮੁਖਾਤਿਬ ਹੋਇਆ, ਕਿਉਂ ਬਾਬਾ, ਵੇਖ ਲਈ ਪੁਦੀਨੇ ਦੀ ਹਰਿਆਈ? ਇਹ ਨਹੀਂ ਘਰਾਟੀ ਦਾ, ਇਹੋ ਜਿਹਾ ਹੀ ਪੀਠੀ ਦਾ ਹੈ ਕਿਸੇ 'ਚ ਹਿੰਮਤ ਇਹਨਾਂ ਨੂੰ ਕੁਛ ਆਖਣ ਦੀ? ਪਿੰਡੋਂ ਬੱਸ ਚੜ੍ਹਨ ਸਾਰ ਕੰਨਾਂ ਨੂੰ ਮੋਬਾਈਲ ਲਾਉਣਗੀਆਂ ਤੇ ਮੋਗੇ ਤੱਕ ਕੰਨ ਨਾਲੋਂ ਨਹੀਂ ਲਾਉਣਗੀਆਂ। ਹੁਣ ਮੈਨੂੰ ਨਿੱਘਰ ਜਾਣ ਲਈ ਧਰਤੀ ਵੇਲ ਨਹੀਂ ਸੀ ਦੇ ਰਹੀ। ਅਖੀਰਲੀ ਕਹਾਣੀ ਹੈ ਸਾਰੀ ਰਾਤ ਦਾ ਪੀਰੀਅਡ। ਤੂੰ ਹੁਣ ਦਲਜੀਤ ਨੂੰ ਫੋਨ ਕਰਕੇ ਵੇਖ ਲੈ, ਕੀ ਪਤਾ ਉਹੀ ਆ ਜਾਏ। ਪਰਸੋਂ ਦੇ ਬਿਸਕੁਟ ਕਢਾ ਕੇ ਰੱਖੇ ਹਨ, ਪੋਲੇ ਹੋ ਜਾਣਗੇ। ਜਸਵੰਤ ਕੌਰ ਨੇ ਸੋਚਾਂ 'ਚ ਪਏ ਗੁਰਨਾਮ ਸਿੰਘ ਨੂੰ ਝੰਜੋੜਿਆ। ਉਹ ਕੀਤਾ ਸੀ ਉਹਨੂੰ ਵੀ ਫੋਨ 4-5 ਵਾਰੀ। ਉਹਨੇ ਵੀ ਕਿਹਾ ਕਿ ਮੈਂ ਲੋਹੜੀ ਤੇ ਜਾ ਆਇਆ ਸੀ ਬੋਰ ਅੰਕਲ, ਐਤਕੀ ਤੁਸੀਂ ਚੰਡੀਗੜ੍ਹੋਂ ਨਿਰਮਲ ਨੂੰ ਬੁਲਾ ਲਓ। ਨਿਰਮਲ ਤਾਂ ਪਹਿਲਾਂ ਹੀ ਜਵਾਬ ਦੇ ਚੁੱਕਿਆ, ਕਹਿੰਦਾ ਸੀ ਮੈਥੋਂ ਪੈਸੇ ਲੈ ਲਵੋ ਪਰ ਮੈਂ ਨਹੀਂ ਜਾਣਾ ਉਹਨਾਂ ਆਕੜਬਾਜ਼ ਜੀਜਿਆਂ ਦੇ ਪਿੰਡ। ਮੇਰਾ ਤਾਂ ਆਪ ਚਿੱਤ ਠੀਕ ਨਹੀਂ। ਕੁੜੀਆਂ ਨੂੰ ਆਖ ਦਿੰਦੇ ਆ ਵੀ ਆਪ ਆ ਕੇ ਆਪੋ ਆਪਣੇ ਪੀਪੇ ਲੈ ਜਾਣ। ਗੁਰਨਾਮ ਸਿੰਘ ਨੇ ਕੁੜੀਆਂ ਕੋਲ ਸੰਧਾਰਾ ਲੈ ਕੇ ਜਾਣ ਦੀ ਅਸਮਰਥਤਾ ਪ੍ਰਗਟਾਈ। ਤੂੰ ਬਹਾਨੇ ਨਾ ਬਣਾ, ਚੁੱਪ ਕਰਕੇ ਪੱਗ ਬੰਨ੍ਹ ਤੇ ਪੀਪੇ ਚੁੱਕ ਕੇ ਬੱਸ ਚੜ੍ਹ ਜਾ। ਪਹਿਲਾਂ ਜਾਈ ਰਾਮਪੁਰੇ ਤੇ ਫੇਰ ਸਿੱਧਾ ਤਲਵੰਡੀ ਸਾਬੋ। ਆਥਣ ਨੂੰ ਮੁੜ ਆਏਂਗਾ। ਨਾਲੇ ਐਤਕੀ ਕੁੜੀਆਂ ਨੂੰ 500-500 ਦੇ ਕੇ ਆਈ, ਬਥੇਰੀ ਵੱਧ ਗਈ ਆ ਪੈਨਸ਼ਨ। ਆਖ ਕੇ ਜਸਵੰਤ ਕੌਰ ਨੇ ਬਿਸਕੁਟਾਂ ਵਾਲੇ ਪੀਪਿਆਂ ਨੂੰ ਚੁੱਕ ਕੇ ਗੁਰਨਾਮ ਸਿੰਘ ਦੇ ਹਵਾਲੇ ਕਰ ਦਿੱਤਾ।
ਉਹ ਬੱਸ ਦੀ ਪਿਛਲੀ ਸੀਟ ਤੇ ਬੈਠਾ ਬਿਸਕਟਾਂ ਵਾਲੇ ਪੀਪਿਆਂ ਨੂੰ ਬਾਂਦਰੀ ਦੇ ਬੱਚੇ ਵਾਂਗ ਸੰਭਾਲਦਾ ਮਤਾ ਕੋਈ ਵੇਖ ਲਵੇ ਸੀਟ ਥੱਲੇ ਧੱਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਈ ਸਕੂਲ ਕਾਲਜ ਪੜ੍ਹਨ ਵਾਲੇ ਮੁੰਡੇ ਧੱਕਮ ਧੱਕੀ ਹੁੰਦੇ ਕਹਿਣ ਲੱਗੇ, ਓਏ ਬਾਬਾ ਕਿੱਥੇ ਅੜਾਈ ਜਾਣਾ, ਕਬਾੜ ਮਾਰ, ਘਰੇ ਟਿੱਕ ਕੇ ਨਹੀਂ ਬੈਠਿਆ ਜਾਂਦਾ। ਮੇਰੇ ਨਾਲ ਦੀ ਸੀਟ ਤੇ 2-3 ਜਨਾਨੀਆਂ ਹੋਰ ਬੈਠੀਆਂ ਸਨ। ਇੱਕ ਹੋਰ ਨੌਜਵਾਨ ਜਨਾਨੀ ਹੱਥ 'ਚ ਖਾਦ ਵਾਲੀ ਬੋਰੀ ਦਾ ਝੋਲਾ ਲੈ ਕੇ ਬੱਸ 'ਚ ਚੜ੍ਹੀ ਤੇ ਹੈਰਾਨੀ ਨਾਲ ਸੀਟ ਤੇ ਬੈਠੀ ਇੱਕ ਬਜ਼ੁਰਗ ਮਾਈ ਨੂੰ ਵੇਖ ਕੇ ਬੋਲੀ, ਮੱਥਾ ਟੇਕਦੀ ਆ ਮਾਸੀ ਜੀ, ਕਿੱਧਰ ਦੀ ਤਿਆਰੀ ਕੀਤੀ ਹੈ? ਪੁੱਤ ਬੁੱਢ ਸੁਹਾਗਣ, ਤੇਰੇ ਵੀਰ ਜੀਣ ਧੀਏ, ਮੈਂ ਤਾਂ ਸੀਤੋ ਕੋਲ ਚੱਲੀ ਸੀ ਧੀਆਂ ਦਾ ਸੰਧਾਰਾ ਦੇਣ। ਬੁੱਢੀ ਮਾਈ ਨੇ ਕੁੜੀ ਦਾ ਸਿਰ ਪਲੋਸ ਕੇ ਆਪਣੇ ਨਾਲ ਹੀ ਬਿਠਾ ਲਿਆ। ਮਾਸੀ ਜੀ, ਤੇਰੇ ਤਾਂ ਸੁੱਖ ਨਾਲ 3 ਪੁੱਤ ਨੇ, ਭੈਣ ਨੂੰ ਸੰਧਾਰਾ ਦੇ ਕੇ ਆਉਣ ਵਾਲੇ, ਤੂੰ ਕਾਹਨੂੰ ਬੁੱਢੇ ਬਾਰੇ ਬੱਸਾਂ 'ਚ ਜਪਕਦੀ ਫਿਰਦੀ ਐ? ਪੁੱਤ ਮੁੰਡੇ ਆਪੋ ਆਪਣੇ ਕੰਮੀ ਲੱਗੇ ਹੋਏ ਆ, ਉਹਨਾਂ ਕੋਲ ਟਾਈਮ ਕਿੱਥੇ? ਬਜ਼ੁਰਗ ਜਨਾਨੀ ਨੇ ਨਿਰੋਲ ਕੌੜਾ ਝੂਠ ਬੋਲਿਆ। ਨਾ ਮਾਸੀ ਨਾ, ਤੂੰ ਝੂਠ ਬੋਲ ਰਹੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਅੱਜ ਕੱਲ੍ਹ ਭਰਾਵਾਂ ਨੂੰ ਭੈਣਾਂ ਦਾ ਮੋਹ ਹੀ ਨਹੀਂ। ਜੇ ਕੁੜੀਆਂ 2-4 ਦਿਨ ਮਾਪੀ ਮਿਲਣ ਆ ਵੀ ਜਾਣ ਤਾਂ ਭਰਜਾਈਆਂ ਨੱਕ ਚੜਾਉਣ ਲੱਗ ਜਾਂਦੀਆਂ। ਕੁੜੀਆਂ ਵਿਚਾਰੀਆਂ ਦੁਖੀ ਹੋ ਕੇ ਆਪਣੇ ਜਵਾਕਾਂ ਨੂੰ ਲੈ ਕੇ ਰੋਂਦੀਆਂ ਧੋਂਦੀਆਂ ਦੂਜੇ ਤੀਜੇ ਦਿਨ ਹੀ ਸਹੁਰੀ ਮੁੜ ਜਾਂਦੀਆਂ। ਉਹਨਾਂ ਦੀਆਂ ਮਾਵਾਂ ਕਲਪਦੀਆਂ ਹੀ ਰਹਿ ਜਾਂਦੀਆਂ। ਮੈਂ ਤਾਂ ਆਪ ਆਪਣੀ ਨਨਾਣ ਮੇਲੋ ਨੂੰ ਬਿਸਕੁਟ ਦੇਣ ਚੱਲੀ ਆਂ। ਮੇਰਾ ਤਾਂ ਉਹਦੇ ਨਾਲ ਬਹੁਤ ਹੀ ਪਿਆਰ ਹੈ, ਭੈਣਾਂ ਵਰਗਾ। ਉਹਦੇ ਵੀਰ ਨੇ ਲੱਤ ਹੀ ਨਹੀਂ ਲਾਈ ਜਾਣ ਲਈ। ਇਹਨਾਂ ਆਖ ਕੇ ਉਹਨੇ ਆਪਣਾ ਬਿਸਕੁਟਾਂ ਵਾਲਾ ਝੋਲਾ ਘੁੱਟ ਕੇ ਫੜ ਲਿਆ। ਨਾ ਧੀਏ ਨਾ, ਢਕੀ ਰਿੱਝਣ ਦੇ। ਪੁੱਤ ਤਾਂ ਰੰਨਾਂ ਨੇ ਬੱਕਰੀ ਬਣਾ ਕੇ ਰੱਖੇ ਹੋਏ ਆ, ਜਿੱਧਰ ਮਰਜ਼ੀ ਕੰਨ ਮਰੋੜ ਕੇ ਲੈ ਜਾਣ। ਇੱਕ ਹੋਰ ਜਨਾਨੀ ਤੋਂ ਬੋਲਣੋਂ ਨਾ ਰਿਹਾ ਗਿਆ। ਗੁਰਨਾਮ ਸਿੰਘ ਦਾ ਹੱਥ ਸੀਟ ਥੱਲੇ ਰੱਖੇ ਪੀਪਿਆਂ ਤੇ ਚਲਾ ਗਿਆ। ਉਹਨੇ ਚੋਰਾਂ ਵਾਂਗ ਪੀਪੇ ਸੀਟ ਥੱਲੇ ਹੋਰ ਧੱਕ ਦਿੱਤੇ। ਮਤਾ ਕਿਸੇ ਨੂੰ ਦਿਸ ਪੈਣ, ਉਹ ਵੀ ਆਪਣੀਆਂ ਧੀਆਂ ਨੂੰ ਸੰਧਾਰਾ ਦੇਣ ਚੱਲਿਆ ਸੀ, ਨੂੰਹਾਂ ਤੋਂ ਚੋਰੀ ਚੋਰੀ। ਅਚਾਨਕ ਹੀ ਇੱਕ 6 ਫੁੱਟ ਲੰਮਾ ਬਜ਼ੁਰਗ ਹੱਥ 'ਚ ਪਿੱਤਲ ਦੇ ਕੋਕਿਆਂ ਨਾਲ ਜੜਿਆ ਖੂੰਡਾ ਕੱਪੜੇ ਨੀਲ ਲੱਗੇ ਸਾਫ਼ ਸੁਥਰੇ ਸਫੈਦ ਸਿਰ ਤੇ ਲੜ ਛੱਡ ਕੇ ਬੰਨੀ ਤੁਰਲੇ ਵਾਲੀ ਦਸਤਾਰ ਤੇ ਦੂਜੇ ਹੱਥ ਵਿੱਚ ਸਟੀਲ ਦਾ ਪੀਪਾ ਲੈ ਕੇ ਬੱਸ 'ਚ ਚੜ੍ਹਿਆ। ਜਦ ਉਹਦੇ ਕੰਨੀ ਜਨਾਨੀਆਂ ਦਾ ਵਾਰਤਾਲਾਪ ਪਿਆ ਤਾਂ ਉਹ ਖੜਾ ਖੜਾ ਬੋਲਿਆ, ਮੇਰੀਆਂ ਪਿਆਰੀਆਂ ਮਾਵਾਂ ਧੀਆਂ ਤੇ ਭੈਣੋ, ਮੈਂ ਤੁਹਾਡੀ ਸਾਰੀ ਗੱਲ ਸੁਣ ਲਈ। ਮਾਸਟਰ ਤਾਂ ਜਵਾਕਾਂ ਨੂੰ 40 ਮਿੰਟ ਦਾ ਪੀਰੀਅਡ ਲਾਉਂਦਾ, ਪਰ ਇਹ ਤੁਹਾਡੀਆਂ ਸਾਡੀਆਂ ਨੂੰਹਾਂ ਮੁੰਡਿਆਂ ਨੂੰ ਸਾਰੀ ਰਾਤ ਪੜ੍ਹਾਉਣ ਦਾ ਪੀਰੀਅਡ ਲਾਉਂਦੀਆਂ ਨੇ ਤੇ ਕੰਨਾਂ ਦੇ ਕੱਚੇ ਮੁੰਡੇ ਤੋਤੇ ਵਾਂਗ ਰੱਟ ਲੈਂਦੇ ਨੇ ਇਹਨਾਂ ਦੇ ਦਿੱਤੇ ਸਬਕ। ਕੋਈ ਨਰ ਬੱਚਾ ਹੋਊ ਜੋ ਇਹਨਾਂ ਤੋਂ ਨਾ ਡਰਦਾ ਹੋਊ। ਮੈਂ ਤਾਂ ਆਪ ਚੱਲਿਆ ਧੀਆਂ ਨੂੰ ਸੰਧਾਰਾ ਦੇਣ। ਇੰਨੀ ਆਖ ਕੇ ਬਜ਼ੁਰਗ ਅੱਖਾਂ ਪਾਣੀ ਨਾਲ ਭਰ ਕੇ ਬੱਸ ਚੋਂ ਉਤਰ ਗਿਆ। ਉਹਦਾ ਅੱਡਾ ਆ ਗਿਆ ਸੀ। ਧੰਨਵਾਦ।